असुविधा ਦੇ ਮੰਚ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। असुविधा ਦੀ ਜੋ ਅਸੀਂ ਭਾਸ਼ਣ ਲੜੀ ਇਸ ਤੇ ਸ਼ੁਰੂ ਕੀਤੀ ਹੋਈ ਹੈ। ਵੈਸੇ ਹੁਣ ਅਸੀਂ ਇਹਨੂੰ ਸੰਵਾਦ ਲੜੀ ਕਹਿਣਾ ਜ਼ਿਆਦਾ ਬਿਹਤਰ ਸਮਝਦੇ ਹਾਂ, ਕਿਉਂਕਿ ਅਸੀਂ ਸੰਵਾਦ ਦੇ ਰੂਪ ਚ ਪ੍ਰਵੇਸ਼ ਕਰ ਚੁੱਕੇ ਹਾਂ, ਫਾਰਮੈਟ ਵਾਈਜ਼ ਵੀ ਤੇ ਵੈਸੇ ਵੀ ਸਾਨੂੰ ਲੱਗਦਾ ਹੈ ਕਿ ਅਸੀਂ ਇਹ ਇੱਕ ਕਿਸਮ ਦਾ ਸੰਵਾਦ ਛੇੜਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਇਸ਼ੂ ਤੇ ਪੰਜਾਬ ਦੇ ਵਿੱਚ। ਸਾਡੇ ਅੱਜ ਦੇ ਮਹਿਮਾਨ ਡਾਕਟਰ ਸੁਮਨਦੀਪ ਨੇ। ਡਾਕਟਰ ਸੁਮਨਦੀਪ, ਸੁਮਨ, ਮੈਂ ਤੁਹਾਨੂੰ ਵੀ ਦੱਸਣਾ ਚਾਹੂੰਗੀ ਕਿ ਜਦੋਂ ਅਸੀਂ ਇਹ ਕਾਰਡ ਸ਼ੇਅਰ ਕੀਤਾ ਤਾਂ ਕੁਝ ਦੋਸਤਾਂ ਦੇ ਮੈਸੇਜ ਆਏ ਵੀ ਤੁਸੀਂ ਇਹਨਾਂ ਦਾ ਲੈਕਚਰ ਦੁਬਾਰਾ ਕਰਵਾ ਰਹੇ ਹੋ। ਮੈਨੂੰ ਪਰਸਨਲ ਮੈਸੇਜ ਆਏ ਤਾਂ ਫਿਰ ਮੈਨੂੰ ਦੱਸਣਾ ਪਿਆ ਕਿ ਨਹੀਂ, ਇਹ ਸੁਮਨਦੀਪ ਹੈ। ਅਸੀਂ ਪਹਿਲਾਂ ਅਮਨਦੀਪ ਹੁਣਾਂ ਨੂੰ ਡਾਕਟਰ ਅਮਨ ਹੁਣਾਂ ਨੂੰ ਸੁਣ ਚੁੱਕੇ ਹਾਂ, ਹੁਣ ਅਸੀਂ ਡਾਕਟਰ ਸੁਮਨਦੀਪ ਹੁਣਾਂ ਨੂੰ ਸੁਣਾਂਗੇ। ਤਾਂ ਡਾਕਟਰ ਸੁਮਨਦੀਪ ਅੱਜ ਕੱਲ੍ਹ ਰਿਸਰਚ ਫੈਲੋ ਨੇ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਦੇ ਵਿੱਚ, ਤੇ ਉਹ ਉਹਨਾਂ ਦੀ ਜਿਹੜੀ PhD ਹੈ ਉਹ ਵੀ 90s ਤੋਂ ਬਾਅਦ, 90ਵਿਆਂ ਤੋਂ ਬਾਅਦ ਜੋ ਕਮਿਊਨਿਟੀ ਦਾ ਸਵਾਲ ਬਣਦਾ ਹੈ ਉਹਦੇ ਤੇ ਕੰਮ ਹੈ, ਤੇ ਲਗਾਤਾਰ ਹੀ ਕਮਿਊਨਿਟੀ ਤੇ ਆਇਡੈਂਟੀਟੀ ਦੇ ਇਸ਼ੂ ਤੇ ਉਹ ਲਿਖਦੇ ਰਹਿੰਦੇ ਨੇ। ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਹੀ ਭਾਸ਼ਾਵਾਂ ਦੇ ਵਿੱਚ ਉਹਨਾਂ ਨੂੰ ਮੁਹਾਰਤ ਹਾਸਲ ਹੈ, ਦੋਵੇਂ ਭਾਸ਼ਾਵਾਂ 'ਚ ਲਿਖਦੇ ਨੇ। ਤੇ ਅੱਜ ਜਿਸ ਵਿਸ਼ੇ ਤੇ ਉਹ ਸਾਡੇ ਨਾਲ ਗੱਲ ਕਰਨ ਲਈ ਹਾਜ਼ਰ ਨੇ ਉਹ ਬਹੁਤ ਹੀ ਅਹਿਮ ਵਿਸ਼ਾ ਹੈ, ਖਾਸ ਤੌਰ ਤੇ ਕੈਪੀਟਲਿਜ਼ਮ ਦੇ ਯੁੱਗ 'ਚ ਜਦੋਂ ਬਹੁਤ ਵੱਡੀ ਬਿਊਟੀ ਇੰਡਸਟਰੀ ਸਾਡੇ ਸਾਹਮਣੇ ਸ਼ੁਰੂ ਹੁੰਦੀ ਹੈ ਤਾਂ ਸੁੰਦਰਤਾ ਦਾ ਸਵਾਲ ਕਿਵੇਂ ਮਾਰਕੀਟ ਨਾਲ ਤੇ ਕੈਪੀਟਲਿਜ਼ਮ ਨਾਲ ਵੀ ਜੁੜਿਆ ਹੁੰਦਾ। ਤਾਂ ਮੈਂ ਇਸ ਇਸ਼ੂ ਤੇ ਬਹੁਤ ਜ਼ਿਆਦਾ ਗੱਲ ਨਹੀਂ ਕਰੂੰਗੀ, ਕਿਉਂਕਿ ਅੱਜ ਦੇ ਸਾਡੇ ਵਿਸ਼ਾ ਮਾਹਰ ਡਾਕਟਰ ਸੁਮਨਦੀਪ ਹੁਣਾਂ ਨੂੰ ਅਸੀਂ ਸੱਦਾ ਦਿੱਤਾ ਹੈ। ਇੰਗਲਿਸ਼ ਦੇ ਵਿੱਚ PhD ਹੈ, ਮੈਂ ਇਹ ਗੱਲ ਕਰਨੀ ਭੁੱਲ ਗਈ ਸੀ। ਉਹਨਾਂ ਦਾ PhD ਦਾ ਵਿਸ਼ਾ ਤਾਂ ਦੱਸਦਾ, ਪੰਜਾਬੀ ਯੂਨੀਵਰਸਿਟੀ ਦੇ ਇੰਗਲਿਸ਼ ਡਿਪਾਰਟਮੈਂਟ ਤੋਂ ਉਹਨਾਂ ਨੇ ਆਪਣੀ PhD ਪੂਰੀ ਕੀਤੀ ਹੈ। ਜਿਹੜਾ ਇਹ ਮੰਚ ਹੈ ਉਹ ਇਸ ਤਰ੍ਹਾਂ ਦੀ ਇੱਛਾ ਨਾਲ ਬਣਾਇਆ ਗਿਆ ਕਿ ਜਿਹੜੀਆਂ ਗੱਲਾਂ ਸਿਰਫ ਸਟੇਜਾਂ ਤੱਕ ਜਾਂ ਯੂਨੀਵਰਸਿਟੀਆਂ ਦੇ ਮੰਚਾਂ ਤੱਕ ਸੀਮਤ ਰਹਿੰਦੀਆਂ ਨੇ, ਤੇ ਜਿਹੜੇ ਵਿਚਾਰ ਕੁਝ ਕੁ ਲੋਕਾਂ ਦੇ ਇੱਕ ਤਰ੍ਹਾਂ ਨਾਲ ਮੋਨੋਪਲੀ ਜਿਨ੍ਹਾਂ ਵਿਚਾਰਾਂ ਤੇ ਆਪਣੀ ਕਿਸਮ ਦੀ ਸੀ, ਚਾਹੇ ਅਸੀਂ ਉਹ ਵਿਰੋਧੀ ਵਿਚਾਰ ਸੀ, ਪ੍ਰਤੀਰੋਧੀ ਵਿਚਾਰ ਸੀ, ਪਰ ਉਹਨਾਂ ਤੇ ਫਿਰ ਵੀ ਇੱਕ ਖਾਸ ਕਲਾਸ ਦਾ ਇੱਕ ਖਾਸ ਥਾਂ ਤੇ ਉੱਥੇ ਪਹੁੰਚ ਸਕਣ ਵਾਲੇ ਲੋਕਾਂ ਦਾ ਇੱਕ ਤਰ੍ਹਾਂ ਦੀ ਮੋਨੋਪਲੀ ਕਾਇਮ ਹੋ ਗਈ। ਉਸ ਮੋਨੋਪਲੀ ਨੂੰ ਇਸ ਸੋਸ਼ਲ ਮੀਡੀਆ ਨੇ ਬਹੁਤ ਤੋੜਿਆ ਤੇ ਉਹਨਾਂ ਲੋਕਾਂ ਤੱਕ ਵੀ ਇਹ ਗੱਲਾਂ ਪਹੁੰਚੀਆਂ ਨੇ ਜਿਹੜੀਆਂ ਯੂਨੀਵਰਸਿਟੀਆਂ ਤੱਕ ਜਾਂ ਵੱਡੇ ਵੱਡੇ ਕਾਨਫਰੰਸਾਂ, ਨੈਸ਼ਨਲ ਇੰਟਰਨੈਸ਼ਨਲ ਸੈਮੀਨਾਰਾਂ 'ਚ ਨਹੀਂ ਜਾ ਸਕਦੇ ਸੀ। ਤੇ ਦੂਸਰੀ ਗੱਲ ਕਿ ਜੈਂਡਰ ਦਾ ਸਵਾਲ ਬਹੁਤ ਇੰਪੋਰਟੈਂਟ ਹੈ। ਅਸੀਂ ਲਗਾਤਾਰ ਅਸੁਵਿਧਾ ਦੇ ਮੰਚ ਰਾਹੀਂ ਇਹਦੇ ਹਰ ਇੱਕ ਇਸ਼ੂ ਨੂੰ, ਹਰ ਸੂਖਮ ਤੋਂ ਸੂਖਮ ਇਸ਼ੂ ਨੂੰ ਫਰੋਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਗਰਾਊਂਡ ਤੋਂ ਸ਼ੁਰੂ ਕਰਕੇ ਫਿਰ ਅਸੀਂ ਇਹਦੀਆਂ ਅਗਲੀਆਂ ਤਹਿਾਂ ਤੱਕ ਵੀ ਜਾਵਾਂਗੇ। ਤਾਂ ਮੈਂ ਬਹੁਤਾ ਸਮਾਂ ਤੁਹਾਡੇ ਤੇ ਅੱਜ ਦੇ ਬੁਲਾਰੇ ਦੇ ਦਰਮਿਆਨ ਨਾ ਲੈਂਦੀ ਹੋਈ ਹੁਣ ਸਕਰੀਨ ਸਿਰਫ ਡਾਕਟਰ ਸੁਮਨਦੀਪ ਹੁਣਾਂ ਦੇ ਹਵਾਲੇ ਕਰਦੀ ਹਾਂ ਕਿ ਉਹ ਆਪਣੀ ਅੱਜ ਦੇ ਵਿਸ਼ੇ ਤੇ ਗੱਲ ਕਰਨ। ਸ਼ੁਕਰੀਆ ਨੀਤੂ ਤੇ ਹੈਲੋ ਐਵਰੀਵਨ। ਸਭ ਤੋਂ ਪਹਿਲਾਂ ਤਾਂ ਮੈਂ ਸੁਵਿਧਾ ਦੇ ਮੰਚ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਪਲੇਟਫਾਰਮ ਤੇ ਬੋਲਣ ਦਾ ਮੌਕਾ ਦਿੱਤਾ ਹੈਗਾ, ਤੇ ਮੈਂ ਇਸ ਚੀਜ਼ ਦੇ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਆਪਣੇ ਅੱਜ ਦੇ ਵਿਸ਼ੇ ਬਾਰੇ ਜਿਹੜੀ ਗੱਲਬਾਤ ਕਰਨੀ ਹੈਗੀ ਆ ਉਹਨੂੰ ਮੈਂ 2-3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੈਗਾ। ਤੇ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜਦੋਂ ਅਸੀਂ ਸੁੰਦਰਤਾ ਦੀ ਸਿਆਸਤ ਅਤੇ ਔਰਤਾਂ ਇਸ ਵਿਸ਼ੇ ਤੇ ਗੱਲਬਾਤ ਕਰਨੀ ਹੈਗੀ ਆ ਤਾਂ ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਤੇ ਗੱਲ ਕਰੂੰਗੀ ਕਿ ਜਦੋਂ ਅਸੀਂ ਸੁੰਦਰਤਾ ਦੀ ਗੱਲ ਕਰਦੇ ਹਾਂ ਉਹਦੇ ਤੋਂ ਸਾਡੇ ਕੀ ਮਾਇਨੇ ਹੈਗੇ ਨੇ, ਉਹਨੂੰ ਅਸੀਂ ਕਿਸ ਤਰੀਕੇ ਦੇ ਨਾਲ ਸਮਝਦੇ ਹਾਂ। ਕਿ ਅਸੀਂ ਉਹਨੂੰ ਸੁੰਦਰਤਾ ਨੂੰ ਐਵੇਂ ਸਮਝਦੇ ਹਾਂ ਕਿ ਸੁੰਦਰਤਾ ਆਪਣੇ ਆਪ ਦੇ ਵਿੱਚ ਹੀ ਕੋਈ ਚੀਜ਼ ਹੁੰਦੀ ਹੈਗੀ ਆ, ਜਾਂ ਫਿਰ ਇਹ ਹੈਗਾ ਕਿ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਹੈਗਾ ਜਾਂ ਕਲਚਰਲ ਡਿਸਕੋਰਸ ਹੈਗੇ ਨੇ, ਜਾਂ ਜਿਹੜਾ ਇੱਕ ਸੋਸ਼ਲ ਸਟਰਕਚਰ ਜਿਹੜਾ ਐਗਜ਼ਿਸਟ ਕਰਦਾ ਹੈਗਾ ਕਿ ਉਹ ਅਸੀਂ ਸੁੰਦਰਤਾ ਨੂੰ ਕਿਵੇਂ ਸਮਝਦੇ ਹੈਗੇ ਆ, ਕਿ ਇਹ ਉਸ ਚੀਜ਼ ਨੂੰ ਨਿਰਧਾਰਿਤ ਕਰਦਾ ਜਾਂ ਨਹੀਂ ਕਰਦਾ। ਅਗਰ ਨਿਰਧਾਰਿਤ ਕਰਦਾ ਤਾਂ ਉਹਦੇ ਵਿੱਚ ਕੀ ਚੀਜ਼ਾਂ ਰੋਲ ਪਲੇ ਕਰਦੀਆਂ ਨੇ, ਉਹਦੀਆਂ ਕੀ ਬਾਰੀਕੀਆਂ ਨੇ, ਮੈਂ ਇਹਦੇ ਬਾਰੇ ਗੱਲ ਕਰੂੰਗੀ। ਤੇ ਇਸ ਤੋਂ ਇਲਾਵਾ ਜਦੋਂ ਅਸੀਂ ਇਸ ਚੀਜ਼ ਦੀ ਗੱਲ ਕਰਦੇ ਹਾਂ ਕਿ ਸਮਾਜ ਦੇ ਦੁਆਰਾ ਸੁੰਦਰਤਾ ਨਿਰਧਾਰਿਤ ਹੁੰਦੀ ਹੈ, ਤਾਂ ਹੁਣ ਦੇ ਟਾਈਮ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ 'ਚ ਸਭ ਤੋਂ ਇੰਪੋਰਟੈਂਟ ਰੋਲ ਜਿਹੜਾ ਹੈਗਾ ਸੋਸ਼ਲ ਮੀਡੀਆ ਦਾ ਆਉਂਦਾ ਹੈਗਾ। ਤੇ ਸੋਸ਼ਲ ਮੀਡੀਆ ਇਹਦੇ 'ਚ ਕੀ ਰੋਲ ਅਦਾ ਕਰਦਾ, ਮੈਂ ਇਹਦੇ ਬਾਰੇ ਗੱਲ ਕਰੂੰਗੀ। ਇਹਨੂੰ ਮੈਂ ਅੱਗੇ ਹੋਰ 2 ਭਾਗਾਂ ਦੇ ਵਿੱਚ ਡਿਵਾਈਡ ਕੀਤਾ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ
ਤਾਂ ਉਹਦੇ ਵਿੱਚ ਇੱਕ ਤਾਂ ਟ੍ਰੈਡੀਸ਼ਨਲ ਮੀਡੀਆ ਹੈਗਾ ਜਿਹੜਾ ਪਹਿਲਾਂ ਜਿਵੇਂ ਪ੍ਰਿੰਟ ਫਾਰਮ ਦੇ ਵਿੱਚ ਸਾਡੇ ਕੋਲੇ ਅਖਬਾਰ ਆਉਂਦੇ ਨੇ, ਇਸ਼ਤਿਹਾਰ ਆਉਂਦੇ ਨੇ, ਮੈਗਜ਼ੀਨਸ ਆਉਂਦੀਆਂ ਨੇ, ਉਹ ਜਿਹੜੀਆਂ ਅਸੀਂ ਸੁੰਦਰਤਾ ਦੇ ਜਿਹੜੇ ਕਨਸੈਪਟ ਨੂੰ ਕਿਸ ਤਰੀਕੇ ਦੇ ਨਾਲ ਸਮਝਦੇ ਹਾਂ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਉਹਦੀ ਬਣਤਰ ਬਣਾਉਂਦੀਆਂ ਨੇ। ਤੇ ਦੂਸਰਾ ਜਿਹੜਾ ਹੈਗਾ ਹੁਣ ਵਾਲਾ ਜਿਹੜਾ ਆਨਲਾਈਨ ਸੋਸ਼ਲ ਮੀਡੀਆ ਜਿਹਦੇ ਵਿੱਚ ਇੰਸਟਾਗ੍ਰਾਮ ਵਗੈਰਾ, ਟਵਿੱਟਰ ਵਗੈਰਾ ਜਾਂ ਸਨੈਪਚੈਟ ਇਹ ਜਿਹੜੇ ਪਲੇਟਫਾਰਮਸ ਐਗਜ਼ਿਸਟ ਕਰਦੇ ਨੇ ਕਿ ਇਸ ਚੀਜ਼ ਦਾ ਜਿਹੜਾ ਉਹ ਸੁੰਦਰਤਾ ਦੇ ਪੈਮਾਨਿਆਂ ਨੂੰ ਨਿਰਧਾਰਿਤ ਕਰਨ ਦੇ ਵਿੱਚ ਕੀ ਰੋਲ ਇਸ ਚੀਜ਼ ਦਾ ਹੈਗਾ। ਉਸ ਤੋਂ ਬਾਅਦ ਇਹ ਹੈਗਾ ਕਿ ਜਦੋਂ ਅਸੀਂ ਟ੍ਰੈਡੀਸ਼ਨਲ ਮੀਡੀਆ ਦੀ ਗੱਲ ਕਰਦੇ ਹਾਂ ਤੇ ਜਿਹੜਾ ਹੁਣ ਆਨਲਾਈਨ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈਗਾ ਤੇ ਜਿਹੜਾ ਸਮਾਜਿਕ ਤਾਣਾ ਬਾਣਾ ਤੇ ਜਿਹੜੇ ਸੋਸ਼ਲ ਕੰਸਟਰਕਟ ਸਾਡੀ ਸੁੰਦਰਤਾ ਦੇ ਪੈਮਾਨਿਆਂ ਨੂੰ ਨਿਰਧਾਰਿਤ ਕਰਦੇ ਗਏ, ਉਹਦਾ ਇਹ ਸੋਸ਼ਲ ਮੀਡੀਆ ਦੇ ਨਾਲ ਕੀ ਰਿਲੇਸ਼ਨਸ਼ਿਪ ਹੈਗਾ, ਜਿਹਦੇ ਬਾਰੇ ਮੈਂ ਪਹਿਲਾਂ ਗੱਲ ਕਰੂੰਗੀ ਤੇ ਇਹ ਉਹਨੂੰ ਕਿਵੇਂ ਪ੍ਰਭਾਵਿਤ ਕਰਦੇ ਤੇ ਇਨ ਟਰਨ ਉਹਦੇ ਤੋਂ ਕਿਵੇਂ ਪ੍ਰਭਾਵਿਤ ਹੁੰਦੇ ਆ, ਇਸ ਚੀਜ਼ ਦੇ ਬਾਰੇ ਗੱਲ ਕਰੂੰਗੀ ਮੈਂ। ਇਸ ਤੇ ਗੱਲ ਕਰਨ ਤੋਂ ਬਾਅਦ ਮੈਂ ਆਉਂਗੀ ਬਿਊਟੀ ਇੰਡਸਟਰੀ ਵਾਲੇ ਟੌਪਿਕ ਤੇ, ਜਿਹੜਾ ਨੀਤੂ ਹੋਰਾਂ ਨੇ ਵੀ ਇਸ ਤੇ ਥੋੜਾ ਟੱਚ ਕੀਤਾ ਹੈਗਾ ਕਿ ਹੁਣ ਦੇ ਟਾਈਮ ਤੇ ਇਹ ਕਿੰਨਾ ਇੰਪੋਰਟੈਂਟ ਬਣ ਚੁੱਕਿਆ ਹੈਗਾ ਤੇ ਜਿਹੜੀ ਸਾਡੀ ਇੱਕ ਸੈਲਫ ਇਮੇਜ ਹੈਗੀ ਆ ਕ੍ਰੀਏਟ ਹੁੰਦੀ ਹੈ, ਉਹਦੇ ਵਿੱਚ ਬਿਊਟੀ ਇੰਡਸਟਰੀ ਕੀ ਰੋਲ ਇਹ ਕਰਦੀ ਹੈਗੀ ਆ। ਔਰ ਦੇ ਵਿੱਚ ਗੱਲ ਕਰੂੰਗੀ ਕਿ ਜਦੋਂ ਅਸੀਂ ਸੁੰਦਰਤਾ ਦੀ ਗੱਲ ਕਰ ਖਾਸ ਕਰਕੇ ਔਰਤਾਂ ਦੇ ਵਿੱਚ ਤੇ ਬੌਧਿਕਤਾ ਦੀ ਗੱਲ ਕਰਦੇ ਹਾਂ, ਇਹਨਾਂ ਦੋਨਾਂ ਆਪਸ ਦੇ ਵਿੱਚ ਬੰਦ ਹੈਗਾ ਕਿ ਇਹ ਦੋਨੇ ਇੱਕ ਦੂਜੇ ਦੇ ਉਲਟ ਐਗਜ਼ਿਸਟ ਕਰਦੇ ਨੇ ਜਾਂ ਫਿਰ ਇਹ ਇਹਨਾਂ ਦੋਨਾਂ ਦਾ ਇੱਕ ਰਿਲੇਸ਼ਨਸ਼ਿਪ ਹੈਗਾ ਇਹ ਇਕੱਠੇ ਮੂਵ ਕਰਦੇ ਨੇ। ਇਸ ਚੀਜ਼ ਤੇ ਮੈਂ ਗੱਲ ਕਰੂੰਗੀ ਤੇ ਮੈਂ ਆਪਣੀ ਗੱਲਬਾਤ ਦੇ ਪਹਿਲੇ ਸਿਰੇ ਤੇ ਵਾਪਿਸ ਆਉਣੀ ਹੈਗੀ ਆ, ਜਿੱਥੇ ਮੈਂ ਕਿਹਾ ਸੀਗਾ ਕਿ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਅਸੀਂ ਸੁੰਦਰਤਾ ਨੂੰ ਸਮਝਦੇ ਕਿਵੇਂ ਹੈਗੇ। ਤੇ ਜਦੋਂ ਅਸੀਂ ਸੁੰਦਰਤਾ ਦੇ ਬਾਰੇ ਗੱਲ ਕਰਦੇ ਹਾਂ, ਐਕਚੁਅਲੀ ਸੁੰਦਰ ਹੈ ਕੀ ਚੀਜ਼, ਸੁੰਦਰਤਾ ਕੀ ਹੈਗੀ ਆ, ਕੀ ਸੁੰਦਰਤਾ ਆਪਣੇ ਆਪ ਦੇ ਵਿੱਚ ਐਗਜ਼ਿਸਟ ਕਰਨ ਵਾਲੀ ਕੋਈ ਚੀਜ਼ ਹੈਗੀ ਆ ਜਿਹੜੀ ਕਿ ਅਸੀਂ ਉਹਨੂੰ ਕਿਵੇਂ ਦੇਖਦੇ ਹੈਗੇ ਆ, ਅਸੀਂ ਉਹਨੂੰ ਕਿਵੇਂ ਪਰਸੀਵ ਕਰਦੇ ਹੈਗੇ ਆ, ਉਹਦੇ ਤੋਂ ਆਜ਼ਾਦ ਰੂਪ ਦੇ ਵਿੱਚ ਉਹਦੀ ਇੱਕ ਹੋਂਦ ਹੈਗੀ ਆ। ਅਸੀਂ ਇਹ ਮੰਨਦੇ ਵੀ ਆਪਣੇ ਆਪ 'ਚ ਕੋਈ ਚੀਜ਼ ਖੂਬਸੂਰਤ ਹੈਗੀ ਆ, ਉਹਨੂੰ ਸਾਡੇ ਵਿਚਾਰਾਂ ਦੀ, ਸਾਡੀ ਪਰਸੈਪਸ਼ਨ ਦੀ ਲੋੜ ਨਹੀਂ ਹੈਗੀ। ਉਹਨਾਂ ਵਿਚਾਰਾਂ ਤੋਂ ਆਜ਼ਾਦ ਫਾਰਮ ਦੇ ਵਿੱਚ ਜਿਹੜੀ ਚੀਜ਼ ਸਾਨੂੰ ਸਾਡੀਆਂ ਅੱਖਾਂ ਨੂੰ ਦੇਖਣ 'ਚ ਚੰਗੀ ਲੱਗਦੀ ਹੈਗੀ ਆ, ਸਾਨੂੰ ਇੱਕ ਖੁਸ਼ੀ ਦਿੰਦੀ ਹੈਗੀ ਆ, ਸਾਨੂੰ ਆਨੰਦ ਦਿੰਦੀ ਹੈਗੀ ਆ, ਉਹਨੂੰ ਅਸੀਂ ਮੰਨਦੇ ਹੈਗੇ ਆ ਜਨਰਲੀ ਕਿ ਉਹ ਖੂਬਸੂਰਤ ਹੈ, ਉਹਦੇ ਵਿੱਚ ਸੁੰਦਰਤਾ ਐਗਜ਼ਿਸਟ ਕਰਦੀ ਹੈਗੀ ਆ। ਪਰ ਇਹਨੂੰ ਦੋ ਹਿੱਸਿਆਂ ਦੇ ਵਿੱਚ ਦੇਖਿਆ ਜਾ ਸਕਦਾ ਹੈਗਾ ਕਿ ਇੱਕ ਤਾਂ ਇਹ ਹੈਗਾ ਕਿ ਅਸੀਂ ਇਹਨੂੰ ਆਬਜੈਕਟਿਵ ਫਾਰਮ ਦੇ ਵਿੱਚ, ਆਬਜੈਕਟਿਵ ਫਾਰਮ ਦੇ ਮਤਲਬ ਕਿ ਅਸੀਂ ਆਪਣੇ ਵਿਚਾਰਾਂ ਨੂੰ ਵਿੱਚ ਨਾ ਲਿਆਉਂਦੇ ਹੋਏ ਸੁੰਦਰਤਾ ਨੂੰ ਉਸੇ ਫਾਰਮ ਦੇ ਵਿੱਚ ਦੇਖਦੇ ਹੈਗੇ ਕਿ ਜਿਵੇਂ ਉਹ ਐਗਜ਼ਿਸਟ ਕਰਦੀ ਹੈਗੀ ਆ। ਦੂਸਰਾ ਹੈਗਾ ਕਿ ਜਦੋਂ ਹਿਊਮਨ ਬਿਊਟੀ ਦੀ ਗੱਲ ਆਉਂਦੀ ਹੈਗੀ ਆ ਤਾਂ ਉਹਦੇ ਵਿੱਚ ਇਹ ਹੈਗਾ ਕਿ ਇਹ ਸੱਚਮੁੱਚ ਇਹ ਚੀਜ਼ ਹੈਗੀ ਆ ਕਿ ਅਸੀਂ ਜਦੋਂ ਸੁੰਦਰਤਾ ਦੀ ਗੱਲ ਕਰਦੇ ਹਾਂ ਤਾਂ ਉਹ ਸਾਡੇ ਕੋਈ ਵਿਚਾਰ ਜਾਂ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਹੈਗਾ ਉਹਦੇ ਤੋਂ ਆਜ਼ਾਦ ਰੂਪ ਦੇ ਵਿੱਚ ਐਗਜ਼ਿਸਟ ਕਰਦੀ ਹੈਗੀ ਆ। ਮਤਲਬ ਕਿ ਜਦੋਂ ਅਸੀਂ ਸੁੰਦਰਤਾ ਦੀ ਗੱਲ ਕਰਦੇ ਹੈਗੇ ਆ ਜਾਂ ਉਹਦੇ ਵਿੱਚ ਬੇਸਿਕਲੀ ਇਹ ਮੰਨ ਲਿਆ ਜਾਂਦਾ ਹੈਗਾ ਕਿ ਜਿਹੜੀ ਸੁੰਦਰਤਾ ਹੈਗੀ ਉਹ ਦੇਖਣ ਵਾਲੇ ਦੀਆਂ ਅੱਖਾਂ ਦੇ ਵਿੱਚ ਐਗਜ਼ਿਸਟ ਕਰਦੀ ਹੈਗੀ। ਸਾਰੀਆਂ ਚੀਜ਼ਾਂ ਹੀ ਖੂਬਸੂਰਤ ਨੇ, ਉਹਨੂੰ ਅਸੀਂ ਪਰਸੀਵ ਕਿਵੇਂ ਕਰਦੇ ਹਾਂ ਇਸ ਚੀਜ਼ ਤੇ ਡਿਪੈਂਡ ਕਰਦਾ ਕਿ ਦੇਖਣ ਵਾਲਾ ਉਹਨੂੰ ਕਿਵੇਂ ਦੇਖ ਰਿਹਾ ਹੈਗਾ। ਹੁਣ ਇਹਦੇ ਵਿੱਚ ਇੱਕ ਜਿਹੜੀ ਇੰਪੋਰਟੈਂਟ ਗੱਲ ਉਹ ਇਹ ਹੈਗੀ ਆ ਕਿ ਅਸੀਂ ਇਹ ਮੰਨ ਲੈਂਦੇ ਕਿ ਸੁੰਦਰਤਾ ਇਸ ਚੀਜ਼ ਤੇ ਡਿਪੈਂਡ ਕਰਦੀ ਹੈਗੀ ਕਿ ਦੇਖਣ ਵਾਲਾ ਉਹਨੂੰ ਕਿਵੇਂ ਦੇਖ ਰਿਹਾ ਹੈਗਾ। ਪਰ ਉਹ ਦੇਖਣ ਵਾਲਾ ਕੌਣ ਹੈਗਾ, ਇਹ ਬਹੁਤ ਇੰਪੋਰਟੈਂਟ ਹੈਗਾ ਕਿ ਉਹ ਦੇਖਣ ਵਾਲਾ ਕਿਹੜੀ ਏਜੰਸੀ ਹੈਗਾ, ਦੇਖਣ ਵਾਲਾ ਕਿਹੜੇ ਸਮਾਜਿਕ ਤਾਣੇ ਬਾਣੇ ਦਾ ਪਾਰਟ ਹੈਗਾ, ਕਿ ਉਹ ਉਹਦੇ ਤੋਂ ਇਮਿਊਨ ਹੈਗਾ, ਉਹਦੇ ਤੋਂ ਪ੍ਰਭਾਵਿਤ ਨਹੀਂ ਹੁੰਦਾ ਬਿਲਕੁਲ ਵੀ, ਜਾਂ ਉਹ ਉਸ ਸਮਾਜਿਕ ਤਾਣੇ ਬਾਣੇ ਤੋਂ ਪ੍ਰਭਾਵਿਤ ਹੋ ਕੇ ਆਪਣਾ ਇੱਕ ਓਪੀਨੀਅਨ ਬਣਾਉਂਦਾ ਹੈਗਾ ਕਿ ਅਸੀਂ ਸੁੰਦਰਤਾ ਨੂੰ ਕਿਸ ਤਰੀਕੇ ਦੇ ਨਾਲ ਸਮਝਦੇ ਹੈਗੇ। ਤੇ ਇਸ ਕਰਕੇ ਉਹਦੇ 'ਚ ਨਾ ਫਿਰ ਮੈਂ ਥੋੜਾ ਇਸ ਚੀਜ਼ ਤੇ ਗੱਲ ਕਰੂੰਗੀ ਕਿ ਜਦੋਂ ਅਸੀਂ ਇਤਿਹਾਸ ਤੇ ਥੋੜਾ ਪਿਛਲ ਝਾਤ ਮਾਰ ਕੇ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਬਿਊਟੀ ਦੇ ਸਟੈਂਡਰਡਸ ਹੈਗੇ ਨੇ ਜਾਂ ਅਸੀਂ ਸੁੰਦਰਤਾ ਨੂੰ ਕਿਵੇਂ ਸਮਝਦੇ ਰਹੇ ਹੈਗੇ ਆ, ਉਹ ਇਤਿਹਾਸ ਦੇ ਅਲੱਗ-ਅਲੱਗ ਪੜਾਵਾਂ ਤੇ ਅਲੱਗ-ਅਲੱਗ ਰੂਪ ਦੇ ਵਿੱਚ ਰਿਹਾ ਹੈਗਾ। ਉਹਦੇ 'ਚ ਇਹ ਨਹੀਂ ਹੈਗਾ ਕਿ ਇੱਕ ਹੀ ਫਾਰਮ ਆਫ ਬਿਊਟੀ ਜਿਹੜਾ ਹੈਗਾ ਹਰੇਕ ਟਾਈਮ ਤੇ ਉਹ ਰਹਿੰਦਾ ਰਿਹਾ ਹੈਗਾ। ਜੇ ਅਸੀਂ ਪਿਛਲੇ ਸਮਿਆਂ ਤੋਂ ਲੈ ਕੇ ਹੁਣ ਤੱਕ ਦੇਖੀਏ ਤਾਂ ਜਿਹੜੇ ਅਸੀਂ ਔਰਤ ਦੀ ਜਿਹੜੀ ਬਿਊਟੀ ਹੈਗੀ ਹੈ ਜਾਂ ਔਰਤ ਦੀ ਸੁੰਦਰਤਾ ਨੂੰ ਕਿਸ ਤਰੀਕੇ ਦੇ ਨਾਲ ਪਰਸੀਵ ਕੀਤਾ ਜਾਂਦਾ ਹੈਗਾ, ਉਹਦੇ ਅਲੱਗ-ਅਲੱਗ ਸਟੈਂਡਰਡ ਰਹੇ ਨੇ। ਜਿਵੇਂ ਮੈਂ ਇਹਦੀ ਇੱਕ ਐਗਜ਼ਾਮਪਲ ਦਊਂਗੀ ਕਿ ਕਈ ਕਲਚਰਸ ਦੇ ਵਿੱਚ ਜਿਹੜਾ ਇਹ ਇੱਕ ਪਾਰਟ ਰਿਹਾ ਹੈਗਾ ਕਿ ਔਰਤਾਂ ਜਿਹੜੀਆਂ ਨੇ ਆਪਣੇ ਪੈਰਾਂ ਨੂੰ ਉਹਨਾਂ ਨੇ ਬੰਨ੍ਹ ਕੇ ਰੱਖਿਆ ਹੈਗਾ ਕਿ ਜਦੋਂ ਇੱਕ ਲੜਕੀ ਦਾ ਜਨਮ ਹੁੰਦਾ ਹੈਗਾ, ਇਹ ਈਸਟਰਨ ਕਲਚਰਸ ਦੇ ਵਿੱਚ
ਬਹੁਤ ਸਾਰੇ ਈਸਟਰਨ ਕਲਚਰਸ ਦੇ ਵਿੱਚ ਇਹ ਜਿਹੜੀਆਂ ਉਦਾਹਰਨਾਂ ਸਾਨੂੰ ਮਿਲ ਜਾਂਦੀਆਂ ਨੇ ਕਿ ਜਦੋਂ ਲੜਕੀ ਦਾ ਜਨਮ ਹੁੰਦਾ ਹੈਗਾ ਤਾਂ ਉਹਦੇ ਪੈਰਾਂ ਨੂੰ ਇੱਕ ਉਸ ਤਰੀਕੇ ਦੇ ਇੰਸਟਰੂਮੈਂਟ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਹੈਗਾ ਤਾਂ ਕਿ ਉਹਦੇ ਪੈਰ ਇੱਕ ਜਿੰਨੀ ਮਿੱਥੀ ਹੋਈ ਉਹ ਸਾਡੇ ਕੋਲੇ ਢਾਂਚਾ ਹੈਗਾ ਉਹਦੇ ਤੋਂ ਜ਼ਿਆਦਾ ਪੈਰ ਦੀ ਜਿਹੜੀ ਲੰਬਾਈ ਹੈਗੀ ਉਹ ਨਾ ਹੋਵੇ, ਕਿਉਂਕਿ ਉਹਨੂੰ ਖੂਬਸੂਰਤੀ ਦਾ ਪੈਮਾਨਾ ਮੰਨਿਆ ਜਾਂਦਾ ਹੈਗਾ। ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਬਹੁਤ ਸਾਰੀਆਂ ਸਾਨੂੰ ਐਵੇਂ ਦੀਆਂ ਐਗਜ਼ਾਮਪਲਸ ਮਿਲਦੀਆਂ ਨੇ ਕਿ ਜਿਹੜੀਆਂ ਪੇਂਟਿੰਗਸ ਬਣਾਈਆਂ ਗਈਆਂ ਨੇ, ਠੀਕ ਹੈ, ਜਾਂ ਜਿਹੜਾ ਸਾਹਿਤ ਦੇ ਵਿੱਚ ਜਿਹੜੀ ਸੁੰਦਰਤਾ ਦੀ ਜਿਹੜੀ ਇੱਕ ਤਸਵੀਰ ਕਸ਼ੀ ਕੀਤੀ ਗਈ ਹੈਗੀ ਆ, ਉਹਦੇ ਬੇਸਿਸ ਤੇ ਸਮਾਜ ਦੇ ਵਿੱਚ ਉਹ ਚੀਜ਼ਾਂ ਸਾਡੇ ਕੋਲੇ ਆਉਂਦੀਆਂ ਨੇ ਕਿ ਸੁੰਦਰਤਾ ਦਾ ਇਹ ਵਾਲਾ ਪੈਮਾਨਾ ਹੈਗਾ। ਜਿਵੇਂ ਇਹਦੇ ਵਿੱਚ ਮੈਂ ਇੱਕ ਹੋਰ ਜੇ ਉਦਾਹਰਨ ਲੈਣੀ ਹੋਵੇ ਤਾਂ ਜਦੋਂ ਜਿਹੜੀ ਐਲਿਜ਼ਾਬੈਥ ਵਨ ਹੈਗੀ ਹੈ ਇੰਗਲੈਂਡ ਦੀ ਮਹਾਰਾਣੀ, ਉਹ ਜਦੋਂ ਬਣੀ ਸੀਗੀ ਤਾਂ ਬਹੁਤ ਸਾਰੀਆਂ ਔਰਤਾਂ ਨੇ ਉਹਦੀ ਜਿਹੜੀ ਇਮੇਜ ਸੀਗੀ ਕਿ ਉਹ ਵਾਈਟ ਕਲਰ ਦੇ ਨਾਲ ਆਪਣਾ ਚਿਹਰਾ ਜਿਹੜਾ ਸੀਗਾ ਉਹਨੂੰ ਪੇਂਟ ਕਰਦੀ ਸੀਗੀ ਤੇ ਬਰਾਊਨ ਕਲਰ ਦੇ ਉਹਦੇ ਵਾਲ ਸੀਗੇ ਤੇ ਉਹਨੂੰ ਉਹ ਤੁਹਾਡੇ ਲਈ ਇੱਕ ਬਿਊਟੀ ਦੀ ਇੱਕ ਇਮੇਜ ਐਗਜ਼ਿਸਟ ਕਰਦੀ ਹੈਗੀ, ਜਿਹਨੂੰ ਤੁਸੀਂ ਆਪਣੇ ਲੈਵਲ ਤੇ ਤੁਸੀਂ ਉਹਦੇ ਨਾਲ ਆਇਡੈਂਟੀਫਾਈ ਕਰਦੇ ਹੋ ਤੇ ਤੁਹਾਨੂੰ ਇਹ ਲੱਗਦਾ ਕਿ ਸਾਨੂੰ ਇਸ ਤਰੀਕੇ ਦੇ ਨਾਲ ਦਿਖਣਾ ਚਾਹੀਦਾ ਹੈਗਾ ਤੇ ਤੁਸੀਂ ਉਹਨੂੰ ਰੋਲ ਮਾਡਲ ਮੰਨ ਕੇ ਉਸ ਚੀਜ਼ ਨੂੰ ਫੋਲੋ ਕਰਦੇ ਹੈਗੇ ਆ। ਜੇ ਅਸੀਂ ਇੱਥੋਂ ਦੀ ਵੀ ਇੱਕ ਐਗਜ਼ਾਮਪਲ ਲਈਏ, ਮਤਲਬ ਜਿਵੇਂ ਰਾਜਸਥਾਨ ਦੇ ਵਿੱਚ ਜਿਹੜੀਆਂ ਰਾਇਲ ਫੈਮਲੀਜ਼ ਰਹੀਆਂ ਨੇ, ਉਹਨਾਂ ਦੇ ਵਿੱਚ ਜਿਹੜੀਆਂ ਰਾਣੀਆਂ ਰਹੀਆਂ ਨੇ, ਉਹ ਕਿਸ ਤਰੀਕੇ ਦੇ ਕੱਪੜੇ ਪਾਉਂਦੀਆਂ ਨੇ, ਉਹ ਕਿਸ ਤਰੀਕੇ ਦੀਆਂ ਸਾੜੀਆਂ ਪਾਉਂਦੀਆਂ ਨੇ, ਉਹ ਬਹੁਤ ਥਾਵਾਂ ਤੇ ਉਸ ਚੀਜ਼ ਨੇ ਜਿਹੜੀ ਆਮ ਜਿਹੜੀ ਔਰਤ ਹੈਗੀ ਆ ਉਹ ਚੀਜ਼ ਨੂੰ ਕਿਵੇਂ ਦੇਖ ਰਹੀ ਹੈਗੀ ਆ, ਉਹਦੀ ਜਿਹੜੀ ਪਰਸੈਪਸ਼ਨ ਹੈਗੀ ਆ ਉਹਨੂੰ ਦੇਖਣ ਦੀ, ਉਹਨੂੰ ਪਰਸੀਵ ਕਰਨ ਦੀ ਤੇ ਉਹਨੂੰ ਇਮੀਟੇਟ ਕਰਨ ਦੀ, ਉਹਨੂੰ ਬਹੁਤ ਲੈਵਲ ਤੇ ਪ੍ਰਭਾਵਿਤ ਕੀਤਾ ਹੈਗਾ। ਤੇ ਇਹ ਜਿਹੜੀਆਂ ਇਮੇजेस ਜਿਹਦੀ ਮੈਂ ਗੱਲ ਕਰ ਰਹੀ ਹੈਗੀ ਕਿ ਜਿਹੜੀਆਂ ਇਤਿਹਾਸ ਦੇ ਅਲੱਗ-ਅਲੱਗ ਪੜਾਵਾਂ ਦੇ ਉੱਤੇ ਸੁੰਦਰਤਾ ਦੇ ਅਲੱਗ-ਅਲੱਗ ਪੈਮਾਨਿਆਂ ਨੂੰ ਨਿਰਧਾਰਿਤ ਕਰਦੀਆਂ ਨੇ, ਉਹ ਸਾਡੇ ਕੋਲੇ ਕਈ ਫਾਰਮਸ ਦੇ ਵਿੱਚ ਆਉਂਦੀਆਂ ਨੇ। ਉਹ ਸਾਡੇ ਕੋਲੇ ਸਾਹਿਤ ਦੇ ਰੂਪ ਦੇ ਵਿੱਚ ਆਉਂਦੀਆਂ ਨੇ, ਉਹ ਸਾਡੇ ਕੋਲੇ ਚਿੱਤਰਕਾਰੀ ਦੇ ਰੂਪ ਦੇ ਵਿੱਚ ਆਉਂਦੀਆਂ ਨੇ, ਉਹ ਕਲਾ ਦੇ ਰੂਪ ਦੇ ਵਿੱਚ ਆਉਂਦੀਆਂ ਨੇ, ਉਹ ਗੀਤ ਸੰਗੀਤ ਦੇ ਰੂਪ ਦੇ ਵਿੱਚ ਵੀ ਆਉਂਦੀਆਂ ਨੇ। ਤੇ ਉਹ ਜਿਹੜੀਆਂ ਇਮੇजेस, ਬਿਊਟੀ ਇਮੇजेस ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਸੇਮ ਨਹੀਂ ਰਹੀਆਂ ਹੈਗੀਆਂ, ਉਹ ਚੇਂਜ ਹੁੰਦੀਆਂ ਰਹੀਆਂ ਨੇ। ਕਿਤੇ ਜਿਹੜੀ ਬਹੁਤ ਪਤਲਾ ਜਿਹੜਾ ਸਰੀਰ ਹੈਗਾ ਉਹਨੂੰ ਜ਼ਿਆਦਾ ਸਵੀਕ੍ਰਿਤੀ ਮਿਲਦੀ ਹੈਗੀ ਆ, ਜਾਂ ਫਿਰ ਇਹ ਹੈਗਾ ਕਿ ਜਦੋਂ ਇੱਕ ਹੋਰ ਟਾਈਮ ਪੀਰੀਅਡ ਆਉਂਦਾ ਹੈਗਾ ਤਾਂ ਉਹਦੇ ਵਿੱਚ ਇੱਕ ਹੋਰ ਫਾਰਮ ਆਫ ਬਾਡੀ ਜਿਹੜੀ ਹੈਗੀ ਉਹਨੂੰ ਗਲੋਰੀਫਾਈ ਕੀਤਾ ਜਾਂਦਾ ਹੈਗਾ। ਹੁਣ ਇਹਦੇ ਵਿੱਚ ਇੱਕ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਉਹ ਇਹ ਹੈਗੀ ਆ ਕਿ ਕਿਸੇ ਪਰਟੀਕੁਲਰ ਟਾਈਮ ਦੇ ਵਿੱਚ ਕੀ ਕਿਹੜਾ ਚਿਹਰਾ ਜਿਹੜਾ ਸੁੰਦਰਤਾ ਦਾ ਪੈਮਾਨਾ ਬਣੂਗਾ ਜਾਂ ਕਿਹੜੀ ਬਾਡੀ ਸੁੰਦਰਤਾ ਦਾ ਪੈਮਾਨਾ ਬਣੂਗੀ, ਉਹ ਇਸ ਚੀਜ਼ ਤੇ ਡਿਪੈਂਡ ਕਰਦਾ ਕਿ ਐਕਚੁਅਲੀ ਸਾਡੇ ਸਮਾਜ ਦੇ ਵਿੱਚ ਕੀ ਚੱਲ ਰਿਹਾ ਹੈਗਾ। ਤਾਂ ਇਹ ਚੀਜ਼ ਤੋਂ ਮਤਲਬ ਇਹ ਬਣਦਾ ਕਿ ਜਿਹੜਾ ਸੁੰਦਰਤਾ ਦਾ ਜਿਹੜਾ ਪੈਮਾਨਾ ਹੈਗਾ ਉਹ ਕੋਈ ਫਿਕਸਡ ਪੈਮਾਨਾ ਨਹੀਂ ਹੈਗਾ, ਉਹ ਅਲੱਗ-ਅਲੱਗ ਸਮਿਆਂ ਦੇ ਵਿੱਚ ਤੇ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਰੂਪ ਦੇ ਨਾਲ ਨਿਰਧਾਰਿਤ ਹੁੰਦਾ ਰਿਹਾ ਹੈਗਾ। ਤੇ ਉਹ ਜਿਹੜਾ ਸਾਡਾ ਸਮਾਜਿਕ ਸਟਰਕਚਰ ਹੈਗਾ, ਜਿਹੜੇ ਸਾਡੇ ਕਲਚਰਲ ਡਿਸਕੋਰਸਿਸ ਹੈਗੇ ਨੇ, ਉਹ ਸੁੰਦਰਤਾ ਦੇ ਪੈਮਾਨਿਆਂ ਨੂੰ ਨਿਰਧਾਰਿਤ ਕਰਨ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਤੇ ਉਹਦੇ ਵਿੱਚ ਮੈਂ ਜਿਹੜੀ ਇੱਕ ਗੱਲ ਕਰੂੰਗੀ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਸੋਸ਼ਲ ਸਟਰਕਚਰ ਹੈਗਾ, ਕਲਚਰਲ ਡਿਸਕੋਰਸਿਸ ਹੈਗੇ ਨੇ, ਉਹ ਬਿਊਟੀ ਦੇ ਪੈਮਾਨਿਆਂ ਨੂੰ ਨਿਰਧਾਰਿਤ ਕਰਦੇ ਨੇ, ਤਾਂ ਉਹਦੇ 'ਚ ਕਿਹੜੀਆਂ-ਕਿਹੜੀਆਂ ਯੂਨਿਟਸ ਹੈਗੀਆਂ ਨੇ ਜਾਂ ਕਿਹੜੇ-ਕਿਹੜੇ ਸੁਸਾਇਟੀ ਦੇ ਜਾਂ ਸਮਾਜ ਦੇ ਉਹ ਪਾਰਟ ਨੇ ਜਿਹੜੇ ਉਹਦੇ ਵਿੱਚ ਰੋਲ ਅਦਾ ਕਰਦੇ ਨੇ। ਤਾਂ ਇਹਦੇ ਵਿੱਚ ਸਭ ਤੋਂ ਬੇਸਿਕ ਯੂਨਿਟ ਜਿਹੜੀ ਹੈਗੀ ਉਹ ਸਾਡਾ ਪਰਿਵਾਰ ਹੁੰਦਾ ਹੈਗਾ, ਜਿੱਥੋਂ ਅਸੀਂ ਇਹ ਚੀਜ਼ਾਂ ਲੈਣੀਆਂ ਸ਼ੁਰੂ ਕਰਦੇ ਹੈਗੇ ਆ। ਜਦੋਂ ਅਸੀਂ ਇੱਕ ਪਰਿਵਾਰ ਦੇ ਵਿੱਚ ਹੈਗੇ ਆ ਤੇ ਅਸੀਂ ਉਹਨਾਂ ਸਾਲਾਂ ਦੇ ਵਿੱਚ ਹੈਗੇ ਆ ਜਦੋਂ ਅਸੀਂ ਵੱਡੇ ਹੋ ਰਹੇ ਹਾਂ ਤੇ ਸਾਡੇ ਜਿਹੜੇ ਦਿਮਾਗਾਂ ਦੇ ਉੱਪਰ ਛੋਟੀਆਂ-ਛੋਟੀਆਂ ਚੀਜ਼ਾਂ ਵੀ ਬਹੁਤ ਅਸਰ ਪਾ ਰਹੀਆਂ ਨੇ, ਤਾਂ ਉਹਦੇ 'ਚ ਪਰਿਵਾਰ ਜਿਹੜਾ ਹੈਗਾ ਇੱਕ ਸਮਾਜ ਦੀ ਇਕਾਈ ਦੇ ਰੂਪ ਦੇ ਵਿੱਚ ਉਹਦੇ ਤੇ ਕੀ ਰੋਲ ਪਲੇ ਕਰਦਾ ਹੈਗਾ, ਇਹ ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ। ਇਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਤਾਂ ਇਹ ਹੈਗਾ ਕਿ ਜਦੋਂ ਬੱਚੇ ਨੇ ਪੈਦਾ ਹੋਣਾ ਹੈਗਾ ਉਸ ਤੋਂ ਪਹਿਲਾਂ ਤੋਂ ਹੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸ਼ੁਰੂ ਹੋ ਜਾਂਦੀਆਂ ਨੇ। ਮਤਲਬ ਕਿ ਇਹ ਆਮ ਤੌਰ ਤੇ ਆਪਣੇ ਸਮਾਜ ਦੇ ਵਿੱਚ ਦੇਖਿਆ ਜਾ ਸਕਦਾ ਹੈਗਾ ਕਿ ਜਿਹੜੇ ਪੈਰੈਂਟਸ ਬਣਨ ਵਾਲੇ ਹੈਗੇ ਨੇ, ਕਪਲ ਜਿਹੜਾ ਹੈਗਾ ਕਿ ਉਹਨਾਂ ਦੀ ਇਹ ਇੱਕ ਆਸ ਹੁੰਦੀ ਹੈਗੀ ਆ ਕਿ ਬਹੁਤ ਕਾਮਨ ਜਿਹੜੀ ਚੀਜ਼ ਮੈਂ ਦੇਖੀ ਹੈਗੀ ਆ ਕਿ ਔਰਤਾਂ ਜਿਹੜੀਆਂ ਨੇ ਉਹ ਆਪਣੇ ਕਮਰਿਆਂ ਦੇ ਵਿੱਚ ਜਿਹੜੇ ਸੋਹਣੇ ਬੱਚਿਆਂ ਦੀਆਂ ਫੋਟੋਆਂ ਲਗਾਉਂਦੀਆਂ ਨੇ, ਜਿਹਦੇ 'ਚ ਗੋਰੇ ਰੰਗ ਦਾ ਬੱਚਾ, ਠੀਕ ਹੈ, ਗੁਲਾਬੀ ਗੱਲਾਂ ਤੇ ਖਾਸ ਕਰਕੇ ਮੇਲ ਬੱਚੇ ਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਉਹ ਆਪਣੇ ਕਮਰੇ ਦੇ ਵਿੱਚ ਲਗਾਉਂਦੀਆਂ ਨੇ ਤਾਂ ਕਿ ਜਿਹੜਾ ਉਹਨਾਂ ਦਾ ਆਉਣ ਵਾਲਾ ਬੱਚਾ ਹੈਗਾ ਉਹਦੇ ਉੱਤੇ ਚੰਗਾ ਪ੍ਰਭਾਵ ਪਵੇ। ਹੁਣ ਇਹ ਚੰਗਾ ਜਿਹੜਾ ਹੈਗਾ ਨਾ ਮੈਂ ਕੌਮਿਆਂ 'ਚ ਰੱਖ ਰਹੀ ਹੈਗੀ ਵੀ ਉਹ ਉਸ ਤਰੀਕੇ ਦੇ ਨਾਲ ਜਿਹੜੀ ਇੱਕ ਇਮੇਜ ਤੁਸੀਂ ਆਪਣੇ ਦਿਮਾਗ ਦੇ ਵਿੱਚ ਵਸਾਈ ਹੋਈ ਹੈਗੀ ਆ, ਉਹ ਇਮੇਜ ਦਾ ਪ੍ਰਭਾਵ ਤੁਹਾਡੇ ਆਉਣ ਵਾਲੇ ਬੱਚੇ ਤੇ ਪਵੇ।
ਹੁਣ ਉਸ ਤੋਂ ਅਗਲੀ ਸਟੇਜ ਤੇ ਜਦੋਂ ਅਸੀਂ ਮੂਵ ਕਰਦੇ ਹੈਗੇ ਆ ਕਿ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈਗਾ, ਜਿਹਦੇ ਵਿੱਚ ਲੜਕਾ ਤੇ ਲੜਕੀ ਦੋਨਾਂ ਦੀ ਜਿਹੜੀ ਅਪਬ੍ਰਿੰਗਿੰਗ ਹੈਗੀ ਆ ਉਹ ਕਿਸ ਤਰੀਕੇ ਦੀ ਹੁੰਦੀ ਹੈਗੀ ਆ, ਇਹਦੇ ਵਿੱਚ ਜਿਹੜੇ ਬਿਊਟੀ ਸਟੈਂਡਰਡਸ ਹੈਗੇ ਨੇ ਬਹੁਤ ਰੋਲ ਪਲੇ ਕਰਦੇ ਨੇ। ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈਗਾ ਤੇ ਲੜਕੇ ਤੇ ਲੜਕੀ ਦੀ ਜਿਹੜੀ ਅਪਬ੍ਰਿੰਗਿੰਗ ਹੁੰਦੀ ਹੈਗੀ ਆ, ਉਹਦੇ ਵਿੱਚ ਜਿਹੜੇ ਇਹ ਬਿਊਟੀ ਸਟੈਂਡਰਡਸ ਜਿਹੜੇ ਨੇ ਉਹ ਕੀ ਰੋਲ ਪਲੇ ਕਰਦੇ ਨੇ। ਮਤਲਬ ਕਿ ਇੱਕ ਜਿਹੜੀ ਅਸੀਂ ਆਪਣੇ ਸਮਾਜ ਦੇ ਵਿੱਚ ਇਹ ਆਮ ਤੌਰ ਤੇ ਦੇਖ ਸਕਦੇ ਹੈਗੇ ਆ ਕਿ ਇੱਕ ਖਾਸ ਸਟੇਜ ਤੋਂ ਬਾਅਦ, ਇੱਕ ਖਾਸ ਏਜ ਤੋਂ ਬਾਅਦ ਔਰਤਾਂ ਤੋਂ ਜਾਂ ਲੜਕੀਆਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈਗੀ ਆ ਕਿ ਉਹਨਾਂ ਨੇ ਖਾਸ ਤਰੀਕੇ ਦੇ ਨਾਲ ਦਿਖਣਾ ਹੈਗਾ। ਉਹ ਜਿਹੜੀ ਉਹ ਸੁੰਦਰਤਾ ਦਾ ਪੈਮਾਨਾ ਹੈਗਾ, ਉਹ ਕਿਹੜੀ ਚੀਜ਼ ਦੇ ਵਿੱਚ ਐਗਜ਼ਿਸਟ ਕਰਦਾ ਹੈਗਾ ਕਿ ਤੁਹਾਡੇ ਲੰਬੇ ਵਾਲ ਹੋਣਗੇ, ਤੁਸੀਂ ਖਾਸ ਤਰੀਕੇ ਦਾ ਪਹਿਰਾਵਾ ਪਾਓਗੇ, ਤੁਸੀਂ ਖਾਸ ਤਰੀਕੇ ਨਾਲ ਬੈਠੋ ਉੱਠੋਗੇ, ਖਾਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਵਿਚਰੋਗੇ। ਉਹ ਜਿਹੜੇ ਸਾਰੇ ਪੈਮਾਨੇ ਨੇ ਤੁਹਾਡੇ ਪਰਿਵਾਰ ਦੇ ਦੁਆਰਾ ਸੈੱਟ ਕੀਤੇ ਜਾਂਦੇ ਨੇ। ਹੁਣ ਪਰਿਵਾਰ ਜਿਹੜਾ ਇੱਥੇ ਇੱਕ ਉਹ ਸਿੰਗਲ ਇਕਾਈ ਨਹੀਂ ਹੈਗਾ, ਉਹ ਉਸ ਸਮਾਜ ਦਾ ਪਾਰਟ ਹੈਗਾ ਤੇ ਉਹ ਜਿਹੜੇ ਸਮਾਜ ਦੇ ਵਿੱਚ ਸਟੈਂਡਰਡਸ ਐਗਜ਼ਿਸਟ ਕਰ ਰਹੇ ਨੇ, ਉਹੀ ਪਰਿਵਾਰ ਜਿਹੜਾ ਹੈਗਾ ਤੁਹਾਨੂੰ ਦੇ ਰਿਹਾ ਹੈਗਾ ਕਿ ਤੁਸੀਂ ਜਿਹੜਾ ਤੁਹਾਡੇ ਲਈ ਸੁੰਦਰਤਾ ਦਾ ਪੈਮਾਨਾ ਇਹ ਹੈਗਾ ਕਿ ਇੱਕ ਖਾਸ ਏਜ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਲੱਗਣਾ ਹੈਗਾ। ਠੀਕ ਹੈ, ਉਹਦੇ ਚ ਜਿਹੜੀਆਂ ਲੜਕੀਆਂ ਨੇ ਉਹਨਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈਗੀ ਕਿ ਉਹ ਇੱਕ ਖਾਸ ਤਰੀਕੇ ਦਾ ਜਿਹੜਾ ਔਰਤਪੁਣਾ ਹੈਗਾ ਉਹਨੂੰ ਆਪਣੀ ਪਰਸਨੈਲਿਟੀ ਦਾ, ਆਪਣੀ ਸ਼ਖਸੀਅਤ ਦਾ ਪਾਰਟ ਬਣਾਉਣ ਤੇ ਉਹ ਉਸ ਤਰੀਕੇ ਦੇ ਨਾਲ ਹੀ ਵਿਚਰਨ। ਹੁਣ ਇਹ ਬਹੁਤ ਇੰਟਰਸਟਿੰਗ ਫੈਕਟਰ ਹੈਗਾ ਕਿ ਅਸੀਂ ਇਹ ਚਾਹੁੰਦੇ ਹੈਗੇ ਆ ਕਿ ਸੁੰਦਰਤਾ ਹੋਵੇ ਸਾਡੇ ਲੜਕੀਆਂ ਦੇ ਵਿੱਚ, ਠੀਕ ਹੈ, ਸਾਡੀਆਂ ਔਰਤਾਂ ਜਿਹੜੀਆਂ ਸੁੰਦਰ ਹੋਣ, ਪਰ ਉਹ ਜਿਹੜਾ ਸੁੰਦਰਤਾ ਦਾ ਪੈਮਾਨਾ ਹੈਗਾ ਉਹ ਅਸੀਂ ਘੜਿਆ ਹੈਗਾ। ਠੀਕ ਹੈ, ਉਹ ਸੁੰਦਰ ਹੋਣਗੀਆਂ ਤਾਂ ਉਹਨਾਂ ਸਟੈਂਡਰਡਸ, ਉਹਨਾਂ ਜਿਹੜੇ ਸਾਡੇ ਵਿਚਾਰ ਨੇ, ਸਾਡੇ ਨੋਰਮਸ ਨੇ, ਉਹਦੇ ਹਿਸਾਬ ਨਾਲ ਸੁੰਦਰ ਹੋਣਗੀਆਂ ਉਹ। ਜੇ ਮੰਨ ਲਓ ਕਿਉਂਕਿ ਤੁਸੀਂ ਉਹ ਪੈਮਾਨਾ ਬਣਾਤਾ, ਜੇ ਤਾਂ ਉਸ ਪੈਮਾਨੇ ਦੇ ਹਿਸਾਬ ਨਾਲ ਚੱਲਦੀਆਂ ਨੇ, ਇੱਕ ਖਾਸ ਤਰੀਕੇ ਦੇ ਔਰਤਪੁਣੇ ਜਿਹਨੂੰ ਫੈਮਿਨਿਟੀ ਅਸੀਂ ਕਹਿੰਦੇ ਹੈਗੇ ਆ ਕਿ ਇੱਕ ਖਾਸ ਤਰੀਕੇ ਦੀ ਔਰਤਪੁਣੇ ਨੂੰ ਫੋਲੋ ਕਰਦੀਆਂ ਨੇ, ਉਹਨਾਂ ਸਟੈਂਡਰਡਸ ਨੂੰ ਫੋਲੋ ਕਰਦੀਆਂ ਨੇ, ਤਾਂ ਇਹ ਮੰਨਿਆ ਜਾਂਦਾ ਹੈਗਾ ਕਿ ਉਹ ਬਹੁਤ ਖੂਬਸੂਰਤ ਨੇ। ਠੀਕ ਹੈ, ਉਹਨਾਂ ਨੂੰ ਸਮਾਜ ਦੇ ਵਿੱਚ ਸਵੀਕ੍ਰਿਤੀ ਵੀ ਮਿਲਦੀ ਹੈਗੀ ਹੈ ਤੇ ਉਹਨਾਂ ਨੂੰ ਇੱਕ ਪਰਫੈਕਟ ਮੈਰਿਜ ਮਟੀਰੀਅਲ ਵੀ ਮੰਨਿਆ ਜਾਂਦਾ। ਮੈਂ ਹਾਰਸ਼ ਵਰਡ ਯੂਜ਼ ਕਰ ਰਹੀ ਹਾਂ ਪਰ ਇਹ ਸੱਚਾਈ ਹੈਗੀ ਆ ਕਿ ਉਹਨਾਂ ਨੂੰ ਮੈਰਿਜ ਮਟੀਰੀਅਲ ਮੰਨਿਆ ਜਾਂਦਾ ਹੈਗਾ। ਇਹਦੇ ਚ ਇੱਕ ਚੀਜ਼ ਜਿਹੜੀ ਮੈਂ ਐਮਫਸਾਈਜ਼ ਕਰਨਾ ਚਾਹੁੰਦੀ ਹਾਂ ਉਹ ਇਹ ਹੈਗੀ ਆ ਕਿ ਇਹ ਸਿਰਫ ਔਰਤਾਂ ਦੇ ਜਾਂ ਲੜਕੀਆਂ ਦੇ ਕੇਸ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ, ਇਹ ਮੁੰਡਿਆਂ ਦੇ ਕੇਸ 'ਚ ਵੀ ਐਗਜ਼ਿਸਟ ਕਰਦਾ ਕਿ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਔਰਤ ਨੂੰ ਇੱਕ ਖਾਸ ਤਰੀਕੇ ਦੇ ਨਾਲ ਵੱਡਾ ਕਰ ਰਹੇ ਹਾਂ ਤਾਂ ਜਿਹੜਾ ਮੁੰਡਾ ਉਸੇ ਸੇਮ ਪਰਿਵਾਰ ਦੇ ਵਿੱਚ ਵੱਡਾ ਹੋ ਰਿਹਾ ਹੈਗਾ, ਉਹਦੇ ਵਿੱਚ ਅਸੀਂ ਇੱਕ ਖਾਸ ਤਰੀਕੇ ਦੀ ਮਰਦਾਨਗੀ ਵਾਲਾ ਜਿਹੜਾ ਪਰਸਪੈਕਟਿਵ ਹੈਗਾ ਉਹਨੂੰ ਅਸੀਂ ਜ਼ਿਆਦਾ ਸਟਰੋਂਗ ਕਰ ਰਹੇ ਹਾਂ। ਇਹ ਚੀਜ਼ ਮੈਂ ਕਿਉਂ ਐਮਫਸਾਈਜ਼ ਕਰ ਰਹੀ ਹੈਗੀ ਆ ਕਿਉਂਕਿ ਜਿਹੜੀ ਸਾਡੀ ਇਹ ਤਵੱਕੋ ਹੈਗੀ ਹੈ ਨਾ ਕਿ ਔਰਤਾਂ ਨੇ ਇੱਕ ਖਾਸ ਤਰੀਕੇ ਦੇ ਔਰਤਪੁਣੇ ਨੂੰ ਜਿਉਣਾ ਹੈਗਾ ਤੇ ਉਹਨੂੰ ਆਪਣਾ ਇੱਕ ਬਿਊਟੀ ਸਟੈਂਡਰਡ ਬਣਾਉਣਾ ਹੈਗਾ, ਉਹ ਮੁੰਡਿਆਂ ਦੇ ਵਿੱਚ ਮਰਦਾਨਗੀ ਨੂੰ ਕਿਵੇਂ ਭਰਿਆ ਜਾਂਦਾ ਹੈਗਾ, ਇਸ ਚੀਜ਼ ਦੇ ਨਾਲ ਬਹੁਤ ਹੀ ਕਲੋਜ਼ ਤਰੀਕੇ ਦੇ ਨਾਲ ਇਹਦੇ ਨਾਲ ਜੁੜਿਆ ਹੈਗਾ। ਮੈਂ ਇਹਦੇ ਬਾਰੇ ਅੱਗੇ ਗੱਲ ਕਰੂੰਗੀ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਬਾਰੇ ਗੱਲ ਕਰਾਂਗੇ, ਤਾਂ ਇਹ ਉਹਦੇ ਨਾਲ ਬਹੁਤ ਖਾਸ ਤਰੀਕੇ ਨਾਲ ਜੁੜਿਆ। ਹੁਣ ਜੇ ਮੰਨ ਲਓ ਕੋਈ ਵੀ ਹੋਰ ਕੋਈ ਲੜਕੀ ਜਿਹੜੀ ਹੈਗੀ ਆ, ਉਹਨਾਂ ਸਟੈਂਡਰਡਸ ਜਿਹੜੇ ਤੁਹਾਡੇ ਸਮਾਜ ਦੇ ਦੁਆਰਾ ਸੈੱਟ ਕੀਤੇ ਗਏ ਨੇ, ਜਿਹਦੇ ਚ ਇੱਕ ਖਾਸ ਤਰੀਕੇ ਦੀ ਦਿੱਖ ਜਿਹੜੀ ਤੁਹਾਨੂੰ ਖੂਬਸੂਰਤ ਬਣਾਉਂਦੀ ਹੈਗੀ ਆ, ਜੇ ਮੰਨ ਲਓ ਉਹਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਆ ਕਿ ਉਹ ਆਪਣੇ ਹਿਸਾਬ ਨਾਲ ਆਪਣੇ ਪਹਿਰਾਵੇ ਨੂੰ, ਆਪਣੀ ਦਿੱਖ ਨੂੰ ਜਾਂ ਉਹ ਚੀਜ਼ ਨੂੰ ਚੂਜ਼ ਕਰਨ ਦੀ ਕੋਸ਼ਿਸ਼ ਕਰਦੀ ਹੈਗੀ ਆ, ਤਾਂ ਉਹਨੂੰ ਸਵੀਕ੍ਰਿਤੀ ਨਹੀਂ ਮਿਲਦੀ ਹੈਗੀ। ਹੁਣ ਉਹਨੂੰ ਸਵੀਕ੍ਰਿਤੀ ਕਿਹਦੇ ਤੋਂ ਨਹੀਂ ਮਿਲਦੀ ਹੈਗੀ? ਕਿ ਉਹਨੂੰ ਸਵੀਕ੍ਰਿਤੀ ਪਰਿਵਾਰ ਤੋਂ ਨਹੀਂ ਮਿਲਦੀ, ਕਿ ਉਹਨੂੰ ਸਵੀਕ੍ਰਿਤੀ ਸਮਾਜ ਤੋਂ ਨਹੀਂ ਮਿਲਦੀ ਹੈਗੀ। ਮਤਲਬ ਇਹਦੇ ਚ ਇੰਪੋਰਟੈਂਟ ਇਸ਼ੂ ਇਹ ਹੈਗਾ ਕਿ ਉਹ ਜਿਹੜੀ ਉਹ ਸਵੀਕ੍ਰਿਤੀ ਮਿਲਣੀ ਹੈਗੀ ਉਹ ਕਿਹਦੇ ਤੋਂ ਮਿਲਣੀ ਹੈਗੀ? ਉਹ ਸਵੀਕ੍ਰਿਤੀ ਤੁਹਾਨੂੰ ਮੇਲ ਤੋਂ ਮਿਲਣੀ ਹੈਗੀ ਕਿਉਂਕਿ ਜਿਹੜੀ ਇੱਕ ਖਾਸ ਤਰੀਕੇ ਦੀ ਜਿਹੜੀ ਫੈਮਿਨਿਟੀ ਦੇ ਨਾਲ ਤੁਹਾਨੂੰ ਵੱਡਾ ਕੀਤਾ ਜਾ ਰਿਹਾ ਹੈਗਾ, ਉਹਦਾ ਪਰਪਸ ਕੀ ਹੈਗਾ? ਤਾਂ ਕਿ ਤੁਸੀਂ ਵਿਆਹ ਕੇ ਅਗਲੇ ਘਰੇ ਜਾਣਾ। ਹੁਣ ਇਹਦੇ ਚ ਵਿਆਹ ਦੀ ਸੰਸਥਾ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ ਕਿਉਂਕਿ ਜੇ ਤੁਸੀਂ ਆਪਣੇ ਸਟੈਂਡਰਡਸ ਦੇ ਹਿਸਾਬ ਨਾਲ, ਆਪਣੇ ਆਈਡੀਆਜ਼ ਦੇ ਹਿਸਾਬ ਨਾਲ ਤੁਸੀਂ ਆਪਣੀ ਬਿਊਟੀ ਨੂੰ ਚੂਜ਼ ਕਰੋਗੇ ਤਾਂ ਤੁਹਾਨੂੰ ਸਵੀਕਾਰ ਨਹੀਂ ਕੀਤਾ ਜਾਊਗਾ, ਤੁਹਾਨੂੰ ਐਕਸੈਪਟੇਬਲ ਨਹੀਂ ਮੰਨਿਆ ਜਾਊਗਾ। ਇਹਦੇ ਚ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨੀ ਆ ਕਿਉਂਕਿ ਉਹ ਜਿਹੜੇ ਸਟੈਂਡਰਡਸ ਦੇ ਨਾਲ ਸਾਨੂੰ ਵੱਡਾ ਕੀਤਾ ਜਾਂਦਾ ਨਾ, ਉਹ ਸਟੈਂਡਰਡਸ ਇੰਨੇ ਮਹੀਨ ਰੂਪ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਐਗਜ਼ਿਸਟ ਕਰਦੇ ਗਏ ਕਿ ਇੱਕ ਸਟੇਜ ਤੋਂ ਬਾਅਦ ਸਾਨੂੰ ਆਪ ਨੂੰ ਲੱਗਣ ਲੱਗ ਜਾਂਦਾ ਹੈਗਾ ਕਿ ਇਹ ਕੁਦਰਤੀ ਸਾਡੇ ਚ ਹੈਗੇ ਨੇ। ਜੇ ਮੰਨ ਲਓ ਅਸੀਂ ਇਹਨੂੰ ਫੋਲੋ ਨਹੀਂ ਕਰਦੇ ਤਾਂ ਸ਼ਾਇਦ ਅਸੀਂ ਕੁਝ ਗਲਤ ਕਰ ਰਹੇ ਹਾਂ ਜਾਂ ਅਸੀਂ ਕੁਝ ਅਨਨੈਚੁਰਲ, ਕੁਝ ਇਹੋ ਜਿਹਾ ਗੈਰ ਕੁਦਰਤੀ ਕਰ ਰਹੇ ਹਾਂ ਜਿਹੜਾ ਸਾਡੇ ਸਮਾਜ ਦਾ ਪਾਰਟ ਨਹੀਂ ਹੈਗਾ। ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਪਰਸਨਲ ਐਗਜ਼ਾਮਪਲ ਦਿੰਨੀ ਆ ਇਹਦੇ ਵਿੱਚ। ਜਦੋਂ ਮੈਂ ਵਾਲ ਕਟਵਾਏ ਸੀਗੇ ਤਾਂ ਮੇਰੀ ਇੱਕ ਇੰਟਰੈਕਸ਼ਨ ਹੋਈ ਛੋਟੇ ਬੱਚਿਆਂ ਦੇ ਨਾਲ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ, ਤੇ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰੀ ਮਿਲੀ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਮੁੰਡਾ ਹੈਗੀ ਆ ਕਿ ਕੁੜੀ ਹੈਗੀ ਆ? ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੀ ਲੱਗਦਾ ਵੀ ਮੈਂ ਮੁੰਡਾ ਹੈਗੀ ਆ ਕਿ ਕੁੜੀ ਹੈਗੀ ਆ?
ਕਹਿੰਦੇ ਵੀ ਤੇਰੇ ਵਾਲ ਦੇਖ ਕੇ ਤਾਂ ਇਹ ਲੱਗਦਾ ਹੈ ਕਿ ਤੂੰ ਮੁੰਡਾ ਹੈਗੀ ਆ, ਠੀਕ ਹੈ, ਪਰ ਬੋਡੀ ਦੇਖ ਕੇ ਲੱਗਦਾ ਹੈਗਾ ਕਿ ਤੂੰ ਕੁੜੀ ਹੈਗੀ ਆ। ਤੇ ਫਿਰ ਮੈਂ ਪੁੱਛਿਆ, ਉਹ ਕੁੜੀ ਮੈਨੂੰ ਸਵਾਲ ਪੁੱਛ ਰਹੀ ਸੀਗੀ ਜਿਹੜੀ ਕਿ 7-8 ਸਾਲ ਦੀ ਸੀਗੀ ਉਸ ਟਾਈਮ ਤੇ ਮੈਂ ਉਹ ਕੁੜੀ ਨੂੰ ਪੁੱਛਿਆ, ਮੈਂ ਕਿਹਾ ਵੀ ਜੇ ਮੰਨ ਲਓ ਤੂੰ ਐਵੇਂ ਦੀ ਲੁੱਕ ਲੈਣੀ ਹੋਵੇ ਜਾਂ ਐਵੇਂ ਦੀ ਦਿੱਖ ਲੈਣੀ ਹੋਵੇ ਤਾਂ ਕੀ ਤੂੰ ਇਹ ਪਸੰਦ ਕਰੇਂਗੀ ਇਹ ਚੀਜ਼ ਨੂੰ ਲੈਣਾ? ਤੇ ਉਹ ਕਹਿੰਦੀ ਵੀ ਨਹੀਂ ਨਹੀਂ, ਇਹ ਕੁੜੀਆਂ ਦੇ ਵਿੱਚ ਨਹੀਂ ਹੁੰਦਾ ਹੈਗਾ, ਕੁੜੀਆਂ ਵਾਲ ਨਹੀਂ ਕਟਵਾਉਂਦੀਆਂ ਹੈਗੀਆਂ, ਤੇ ਦੂਜਾ ਕਿ ਅਸੀਂ ਜਿਹੜੇ ਹੈਗੇ ਆ ਅਸੀਂ ਸਿੱਧੂ ਹੁੰਨੇ ਹੈਗੇ ਆ ਤੇ ਅਸੀਂ ਵਾਲ ਨਹੀਂ ਕਟਵਾਉਂਦੇ ਹੈਗੇ। ਹੁਣ ਇਹਦੇ ਚ ਦੋ ਚੀਜ਼ਾਂ ਆ ਗਈਆਂ ਕਿ ਜਿਹੜੀ ਤੁਹਾਡੀ ਇਮੇਜ ਬਣ ਰਹੀ ਹੈਗੀ ਕਿ ਕੁੜੀ ਹੋਣਾ ਕੀ ਹੈਗਾ, ਠੀਕ ਹੈ, ਤੁਸੀਂ ਕਿਸ ਤਰੀਕੇ ਦੇ ਨਾਲ ਦਿਖਣਾ ਤਾਂ ਤੁਸੀਂ ਕੁੜੀਆਂ ਵਰਗੇ ਦਿਖੋਗੇ, ਤਾਂ ਤੁਹਾਡੇ ਵਿੱਚ ਉਹ ਜਿਹੜਾ ਇੱਕ ਐਲੀਮੈਂਟ ਹੈਗਾ ਜਿਹਨੂੰ ਅਸੀਂ ਕੁੜੀ ਮੰਨਦੇ ਹਾਂ ਉਹ ਤੁਹਾਡੇ ਚ ਐਗਜ਼ਿਸਟ ਕਰੂਗਾ। ਇਹ ਕਿੱਥੋਂ ਆ ਰਿਹਾ ਹੈਗਾ, ਤੁਹਾਡੇ ਵਿੱਚ ਕੌਣ ਭਰ ਰਿਹਾ ਹੈਗਾ? ਤੇ ਦੂਸਰਾ ਜਿਹੜੀ ਤੁਹਾਡੀ ਆਪਣੀ ਜਿਹੜੀ ਕਾਸਟ ਵਾਲੀ ਆਈਡੈਂਟੀਟੀ ਹੈਗੀ ਹੈ, ਜਾਤ ਵਾਲੀ ਜਿਹੜੀ ਆਈਡੈਂਟੀਟੀ ਹੈਗੀ ਆ, ਉਹ ਕਿੰਨੀ ਮਹੀਨ ਰੂਪ ਦੇ ਵਿੱਚ ਤੁਹਾਡੇ ਵਿੱਚ ਆ ਰਹੀ ਹੈਗੀ ਆ। ਉਹਨੂੰ ਸ਼ਾਇਦ ਉਹਨੂੰ ਕਿਸੇ ਨੇ ਵੀ ਐ ਕੌਨਸ਼ੀਅਸ ਰੂਪ ਦੇ ਵਿੱਚ ਕਿਸੇ ਨੇ ਦੱਸਿਆ ਨਹੀਂ ਹੈਗਾ ਇਹ, ਠੀਕ ਹੈ। ਇਹ ਤਾਂ ਹੀ ਮੈਂ ਕਹਿ ਰਹੀ ਹਾਂ ਵੀ ਇਹ ਜਿਹੜੀਆਂ ਚੀਜ਼ਾਂ ਨੇ ਉਹ ਇੰਨੇ ਮਹੀਨ ਰੂਪ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਐਗਜ਼ਿਸਟ ਕਰਦੀਆਂ ਨੇ ਕਿ ਅਸੀਂ ਉਹਦੇ ਨਾਲ ਵੱਡੇ ਹੁੰਨੇ ਹੈਗੇ ਆ ਤੇ ਉਸ ਤੋਂ ਬਾਅਦ ਅਸੀਂ ਇਹ ਮੰਨਦੇ ਹੈਗੇ ਆ ਕਿ ਅਸੀਂ ਇਹਦਾ ਪਾਰਟ ਹੈਗੇ ਆ। ਤੇ ਜੇ ਮੰਨ ਲਓ ਇਹਦੇ ਤੋਂ ਅਸੀਂ ਬਿਯੋਂਡ ਕੁਝ ਜਾਂ ਇਹਦੇ ਤੋਂ ਡਿਫਰੈਂਟ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰਦੇ ਗਏ ਆ ਤਾਂ ਉਹ ਕੁਝ ਗਲਤ ਕਰ ਰਹੇ ਹਾਂ ਅਸੀਂ ਸਮਾਜ ਦੇ ਅਗੇਂਸਟ ਜਾ ਰਹੇ ਹਾਂ। ਤੇ ਇਹੀ ਜਿਹੜੇ ਸਾਡੇ ਸਟੈਂਡਰਡਸ ਬਣਦੇ ਨੇ ਉਦੋਂ ਬਾਅਦ ਫਿਰ ਜਦੋਂ ਅਸੀਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਜਾਂਦੇ ਗਏ, ਜਦੋਂ ਅਸੀਂ ਵਰਕ ਪਲੇਸਿਸ ਦੇ ਵਿੱਚ ਜਾਂਦੇ ਗਏ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉੱਥੇ ਵੀ ਉਸੇ ਸੇਮ ਫਾਰਮ ਦੇ ਵਿੱਚ ਪਲੇ ਕਰਦੀਆਂ ਨੇ। ਉਹਦੇ ਵਿੱਚ ਥੋੜਾ ਬਹੁਤ ਡਿਫਰੈਂਸ ਆ ਸਕਦਾ ਹੈਗਾ ਪਰ ਲਾਰਜਲੀ ਸਾਡੀ ਸੁਸਾਇਟੀ ਦੇ ਵਿੱਚ ਐਵੇਂ ਹੀ ਐਗਜ਼ਿਸਟ ਕਰਦੀਆਂ ਨੇ। ਹੁਣ ਇਹਦੇ 'ਚ ਇੱਕ ਸਵਾਲ ਪੈਦਾ ਹੁੰਦਾ ਹੈਗਾ ਕਿ ਜਦੋਂ ਇਸ ਤਰੀਕੇ ਦੀ ਬਣਤਰ ਹੋ ਰਹੀ ਹੈਗੀ ਆ ਜਾਂ ਜਿਹੜੇ ਸੁੰਦਰਤਾ ਦੇ ਪੈਮਾਨੇ ਸਾਡੇ ਲਈ ਘੜੇ ਜਾ ਰਹੇ ਨੇ ਤੇ ਸਾਡੇ ਤੋਂ ਤਵੱਕੂ ਕੀਤੀ ਜਾ ਰਹੀ ਹੈਗੀ ਆ ਕਿ ਅਸੀਂ ਉਹ ਸੁੰਦਰਤਾ ਦੇ ਪੈਮਾਨੇ ਜਿਹੜੇ ਸਾਡੇ ਲਈ ਘੜੇ ਜਾ ਰਹੇ ਨੇ ਉਹਨਾਂ ਦੇ ਪ੍ਰਤੀ ਅਸੀਂ ਖਰੇ ਉਤਰੀਏ, ਉਹਦਾ ਮੰਤਵ ਕੀ ਹੈਗਾ? ਇਹ ਕਿਉਂ ਕੀ ਕਾਰਨ ਹੈਗਾ ਇਹ ਕਿ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਖਾਸ ਤਰੀਕੇ ਦੇ ਨਾਲ ਵੱਡਾ ਕੀਤਾ ਜਾਂਦਾ, ਲੜਕਿਆਂ ਨੂੰ ਖਾਸ ਤਰੀਕੇ ਦੇ ਨਾਲ ਵੱਡਾ ਕੀਤਾ ਜਾਂਦਾ, ਉਹਨਾਂ ਤੋਂ ਦੋਨਾਂ ਤੋਂ ਅਲੱਗ-ਅਲੱਗ ਤਰੀਕੇ ਦੀ ਤਵੱਕੂ ਕੀਤੀ ਜਾਂਦੀ ਹੈ। ਪਰ ਇਹ ਚੀਜ਼ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇਗੇ ਕਿ ਜਿਸ ਤਰੀਕੇ ਦਾ ਸਾਡਾ ਸਮਾਜਿਕ ਤਾਣਾ ਬਾਣਾ ਹੈਗਾ ਉਹਦੇ ਵਿੱਚ ਔਰਤਾਂ ਦੇ ਉੱਪਰ ਜ਼ਿਆਦਾ ਪ੍ਰੈਸ਼ਰ ਹੁੰਦਾ ਹੈਗਾ ਆਪਣੀ ਫਿਜ਼ੀਕਲ ਦਿੱਖ ਨੂੰ ਲੈ ਕੇ, ਆਪਣੀ ਅਪੀਅਰੈਂਸ ਨੂੰ ਲੈ ਕੇ, ਜਿਹੜੇ ਤੁਹਾਡੇ ਲਈ ਬਿਊਟੀ ਸਟੈਂਡਰਡਸ ਸੈੱਟ ਕੀਤੇ ਜਾਂਦੇ ਨੇ ਉਹਨਾਂ ਤੇ ਖਰੇ ਉਤਰਨ ਨੂੰ ਲੈ ਕੇ ਇਹ ਪ੍ਰੈਸ਼ਰ ਜਿਹੜਾ ਹੈਗਾ ਉਹ ਆਪਣੇ ਭਰਾਵਾਂ ਦੇ ਨਾਲੋਂ ਜਾਂ ਆਪਣੇ ਮੇਲ ਪਾਰਟਨਰਸ ਦੇ ਨਾਲੋਂ ਉਹ ਜ਼ਿਆਦਾ ਬੀਅਰ ਕਰਦੀਆਂ ਨੇ ਇਹ ਵਾਲੇ ਪ੍ਰੈਸ਼ਰ ਨੂੰ। ਹੁਣ ਇਹਦਾ ਮੰਤਵ ਕੀ ਹੈਗਾ? ਕਿਉਂ ਇਹ ਚੀਜ਼ ਜਿਹੜੀ ਹੈਗੀ ਸਾਡੇ ਸਮਾਜ ਦੇ ਵਿੱਚ ਇਸ ਤਰੀਕੇ ਦੇ ਨਾਲ ਐਗਜ਼ਿਸਟ ਕਰਦੀ ਹੈਗੀ? ਕਿਉਂ ਇਹਦਾ ਜਿਹੜੀ ਚੀਜ਼ ਇਹਦੇ 'ਚ ਇੰਪੋਰਟੈਂਟ ਰੋਲ ਪਲੇ ਕਰਦੀ ਹੈਗੀ ਆ ਉਹ ਹੈਗੀ ਹੈ ਕਿ ਜਿਹੜਾ ਕੰਟਰੋਲ ਮੈਕੈਨਿਜ਼ਮ ਹੈਗਾ ਕਿ ਜਦੋਂ ਇੱਕ ਜਿਹੜਾ ਪੈਟਰੀਆਰਕਲ ਸਟਰਕਚਰ ਜਿਹੜਾ ਐਗਜ਼ਿਸਟ ਕਰ ਰਿਹਾ ਹੈਗਾ ਉਹ ਪੈਟਰੀਆਰਕਲ ਸਟਰਕਚਰ ਦੇ ਵਿੱਚ ਇਹ ਸਿਸਟਮ ਜਿਹੜਾ ਇਸ ਤਰੀਕੇ ਦੇ ਨਾਲ ਵਰਕ ਕਰਦਾ ਹੈਗਾ ਕਿ ਜਿਹੜਾ ਪਾਵਰ ਸਟਰਕਚਰ ਜਿਹਦੇ ਵਿੱਚ ਮੇਲ ਡੋਮੀਨੈਂਟ ਹੈਗਾ ਉਹ ਪਾਵਰ ਸਟਰਕਚਰ ਤੋਂ ਅਸੀਂ ਔਰਤਾਂ ਨੂੰ ਬਾਹਰ ਰੱਖਣਾ ਹੈਗਾ, ਉਹਨਾਂ ਦੀ ਪਾਰਟਿਸਿਪੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ। ਇਸ ਕਰਕੇ ਉਹ ਜਿਹੜੇ ਸਟੈਂਡਰਡਸ ਉਹਨਾਂ ਦੇ ਲਈ ਇਸ ਤਰੀਕੇ ਦੇ ਨਾਲ ਸੈੱਟ ਕੀਤੇ ਜਾਂਦੇ ਨੇ ਵੀ ਉਹ ਸਟੈਂਡਰਡਸ ਉਹਨਾਂ ਨੂੰ ਨੈਚੁਰਲ ਲੱਗਣ ਲੱਗ ਜਾਂਦੇ ਨੇ ਤੇ ਉਹ ਪਾਵਰ ਸਟਰਕਚਰਸ ਦੇ ਵਿੱਚ ਆਪ ਹੀ ਪਾਰਟਿਸਿਪੇਟ ਨਹੀਂ ਕਰਦੀਆਂ ਹੈਗੀਆਂ ਕਿਉਂਕਿ ਜਿਹਨੂੰ ਆਪਾਂ ਕਹਿੰਦੇ ਨੇ ਕਿ ਤੁਹਾਡੀ ਟੈਂਡੈਂਸੀ ਉਸ ਤਰੀਕੇ ਦੀ ਹੋ ਜਾਂਦੀ ਹੈਗੀ ਕਿਉਂਕਿ ਤੁਹਾਨੂੰ ਲੱਗਦਾ ਕਿ ਇਹ ਸਾਡੇ ਲਈ ਨਹੀਂ ਹੈਗਾ, ਇਹਦੇ 'ਚ ਮੇਲ ਨੇ ਪਾਰਟਿਸਿਪੇਟ ਕਰਨਾ ਹੈਗਾ ਤਾਂ ਉਹ ਪਾਵਰ ਸਟਰਕਚਰਸ ਦੇ ਵਿੱਚ ਜੇ ਉਹ ਪਾਰਟਿਸਿਪੇਟ ਕਰਨਗੀਆਂ, ਜੇ ਉਹ ਤਾਂ ਜਦੋਂ ਉਹਦੇ ਵਿੱਚ ਆਉਣਗੀਆਂ ਨੂੰ ਕੁਐਸਚਨ ਵੀ ਕਰਨਗੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਅਗੇਂਸਟ ਜਿਹੜੇ ਡਬਲ ਸਟੈਂਡਰਡ ਐਗਜ਼ਿਸਟ ਕਰ ਰਹੇ ਨੇ ਜਾਂ ਜਿਹੜੀ ਸਾਡੇ ਸਮਾਜ ਦੀ ਹਿਪੋਕ੍ਰੇਸੀ ਹੈਗੀ ਉਹਨੂੰ ਉਹ ਕੁਐਸਚਨ ਵੀ ਕਰਨਗੀਆਂ ਤੇ ਇਹ ਵਾਲੀ ਚੀਜ਼ ਜਿਹੜੀ ਹੈਗੀ ਉਹ ਪੈਟਰੀਆਰਕਲ ਸਟਰਕਚਰ ਜਿਹੜਾ ਹੈਗਾ ਉਹਨੂੰ ਕਿਤੇ ਵੀ ਇਹ ਚੀਜ਼ ਗਵਾਰਾ ਨਹੀਂ ਹੁੰਦੀ ਹੈਗੀ ਕਿ ਔਰਤਾਂ ਜਿਹੜੀਆਂ ਨੇ ਇਹਨੂੰ ਆ ਕੇ ਚੈਲੰਜ ਕਰਨ। ਇਸ ਕਰਕੇ ਜਿਹੜੇ ਉਹ ਬਿਊਟੀ ਸਟੈਂਡਰਡਸ ਨੇ ਲਾਰਜਲੀ ਜਿਹੜੇ ਉਹ ਸਟੇਟਸ ਕੋ ਮੇਨਟੇਨ ਕਰਨ ਦੇ ਲਈ ਕੀਤੇ ਜਾਂਦੇ ਨੇ। ਇਹ ਸਟੇਟਸ ਕੋ ਮੇਨਟੇਨੈਂਸ ਵਾਲੀ ਜਿਹੜੀ ਗੱਲ ਹੈਗੀ ਫਿਰ ਉਹ ਅੱਗੇ ਜਾ ਕੇ ਜਦੋਂ ਬਿਊਟੀ ਜਾਂ ਸੁੰਦਰਤਾ ਨੂੰ ਜਦੋਂ ਆਬਜੈਕਟੀਫਾਈ ਕੀਤਾ ਜਾਂਦਾ, ਜਦੋਂ ਉਹਨੂੰ ਉਹਦਾ ਵਸਤੂਕਰਨ ਕੀਤਾ ਜਾਂਦਾ, ਜਦੋਂ ਉਹ ਬਾਜ਼ਾਰ ਦੇ ਵਿੱਚ ਐਂਟਰ ਕਰਦੀ ਹੈਗੀ ਆ ਤਾਂ ਉਹ ਇਹੀ ਸੇਮ ਜਿਹੜੇ ਸਾਰੇ ਸਟੈਂਡਰਡਸ ਹੈਗੇ ਨੇ ਇਹ ਉੱਥੇ ਵੀ ਐਗਜ਼ਿਸਟ ਕਰਦੇ ਨੇ। ਉਹ ਜਿਹੜੀ ਬਿਊਟੀ ਇੰਡਸਟਰੀ ਹੈਗੀ ਆ ਉਹ ਇਸੇ ਸਮਾਜਿਕ ਤਾਣੇ ਬਾਣੇ ਦਾ ਇਹੀ ਜਿਹੜੇ ਕਲਚਰਲ ਕੰਸਟਰਕਟ ਹੈਗੇ ਨੇ ਉਹਦੇ ਨਾਲ ਮਿਲ ਕੇ ਕੰਮ ਕਰਦੇ ਨੇ। ਤੇ ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਦੋਂ ਤੁਸੀਂ ਇੱਕ ਖਾਸ ਤਰੀਕੇ ਦੇ ਜਿਹੜੇ ਸਟੈਂਡਰਡਸ ਉਹਨਾਂ ਦੇ ਲਈ ਸੈੱਟ ਕੀਤੇ ਨੇ ਉਹਦੇ ਵਿੱਚ ਇੱਕ ਤਾਂ ਉਹਨਾਂ ਨੂੰ ਆਬਜੈਕਟੀਫਾਈ ਤਾਂ ਤੁਸੀਂ ਕਰ ਹੀ ਦਿੱਤਾ, ਉਹਨਾਂ ਨੂੰ ਇੱਕ ਉਹਨਾਂ ਦੀ ਜਿਹੜੀ ਆਪਣੀ ਚੁਆਇਸ ਤੇ ਆਪਣੀ ਵਿਲ ਹੈਗੀ ਆ ਉਹ ਕਿਤੇ ਨਾ ਕਿਤੇ ਬੈਕਡ੍ਰੌਪ ਦੇ ਵਿੱਚ ਚਲੀ ਜਾਂਦੀ ਹੈਗੀ ਆ ਤੇ ਉਹ ਜਦੋਂ ਬੈਕਡ੍ਰੌਪ 'ਚ ਚਲੀ ਜਾਂਦੀ ਹੈਗੀ ਆ ਤਾਂ ਉਹਨਾਂ ਤੇ
ਜਿਹੜਾ ਇੱਕ ਬਰੀਕ ਤਰੀਕੇ ਦਾ ਜਿਹੜਾ ਪ੍ਰੈਸ਼ਰ ਪੈਂਦਾ ਹੈਗਾ, ਜਿਹਨੂੰ ਉਹਨਾਂ ਨੇ ਉਹ ਜਿਹਦੇ ਤੇ ਉਹਨਾਂ ਨੇ ਖਰੇ ਉਤਰਨਾ ਹੈਗਾ, ਠੀਕ ਹੈ, ਉਹ ਪ੍ਰੈਸ਼ਰ ਜਿਹੜਾ ਹੈਗਾ ਕਨਸਟੈਂਟਲੀ ਜਿਹੜਾ ਹੈਗਾ ਇਸ ਸਟਰਕਚਰ ਦਾ ਪਾਰਟ ਹੁੰਦਾ ਹੈਗਾ। ਤੇ ਉਹਦੇ ਵਿੱਚ ਫਿਰ ਜਦੋਂ ਅਸੀਂ ਇਸ ਸਮਾਜਿਕ ਤਾਣੇ ਬਾਣੇ ਦੇ ਵਿੱਚੋਂ ਨਿਕਲ ਕੇ ਜਦੋਂ ਅਸੀਂ ਹੁਣ ਮੈਂ ਦੂਸਰੀ ਜਿਹੜੀ ਸਟੇਜ ਹੈਗੀ ਹੈ ਜਿਹੜੀ ਸੋਸ਼ਲ ਮੀਡੀਆ ਵਾਲੀ ਮੈਂ ਪਹਿਲਾਂ ਗੱਲ ਕਰਕੇ ਆਈ ਹੈਗੀ, ਉਹਦੇ ਤੇ ਜਦੋਂ ਅਸੀਂ ਮੂਵ ਕਰਦੇ ਹਾਂ ਤਾਂ ਉਹਦੇ ਚ ਕੀ ਇਹ ਕਿਵੇਂ ਚੀਜ਼ ਐਗਜ਼ਿਸਟ ਕਰਦੀ ਹੈਗੀ ਆ। ਹੁਣ ਇਹ ਹੈਗਾ ਕਿ ਸੋਸ਼ਲ ਮੀਡੀਆ ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈਗੀ ਕਿ ਇਹਨੂੰ ਮੈਂ ਦੋ ਫਾਰਮ ਦੇ ਵਿੱਚ ਗੱਲ ਕਰੂੰਗੀ ਕਿ ਇੱਕ ਤਾਂ ਜਿਹੜਾ ਹੈਗਾ ਟ੍ਰੈਡੀਸ਼ਨਲ ਮੀਡੀਆ ਜਿਹਦੇ ਵਿੱਚ ਪ੍ਰਿੰਟ ਕਲਚਰ ਵਾਲਾ ਜਿਵੇਂ ਅਖਬਾਰ ਨੇ, ਜਿਹੜੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਠੀਕ ਹੈ, ਜਾਂ ਮੈਗਜ਼ੀਨਸ ਜਿਹੜੀਆਂ ਹੈਗੀਆਂ ਨੇ ਉਹ ਕੀ ਰੋਲ ਪਲੇ ਕਰਦੀਆਂ ਨੇ। ਹੁਣ ਉਹਦੇ ਵਿੱਚ ਇੱਕ ਖਾਸ ਤਰੀਕੇ ਦੀ ਜਿਹੜੀ ਇਮੇਜ ਹੈਗੀ ਆ ਔਰਤਾਂ ਦੀ, ਜਿਹੜੀ ਖਾਸ ਤਰੀਕੇ ਦੀ ਇਮੇਜ ਸਾਡੀ ਬਾਡੀ ਦੀ, ਠੀਕ ਹੈ, ਜਿਹੜੇ ਸਾਡੇ ਵਾਲ ਕਿਵੇਂ ਦਿਖਣੇ ਚਾਹੀਦੇ ਨੇ, ਸਾਡਾ ਚਿਹਰਾ ਮੋਹਰਾ ਕਿਵੇਂ ਦਿਖਣਾ ਚਾਹੀਦਾ ਹੈਗਾ, ਅਸੀਂ ਸਾਡੀ ਫਿਜ਼ੀਕਲ ਅਪੀਅਰੈਂਸ ਕਿਵੇਂ ਦਿਖਣੀ ਚਾਹੀਦੀ ਹੈਗੀ ਆ, ਉਹ ਜਿਹੜੀ ਹੈਗੀ ਆ ਸਾਡੇ ਸਾਹਮਣੇ ਉਹਦੀਆਂ ਇੱਕ ਆਈਡੀਅਲ ਇਮੇजेस ਪ੍ਰੈਜ਼ੈਂਟ ਕੀਤੀਆਂ ਜਾਂਦੀਆਂ ਨੇ। ਉਹ ਆਈਡੀਅਲ ਇਮੇजेस ਇਸ ਤਰੀਕੇ ਦੇ ਨਾਲ ਪ੍ਰੈਜ਼ੈਂਟ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਰਿਐਲਿਟੀ 'ਚ ਉਵੇਂ ਐਗਜ਼ਿਸਟ ਨਹੀਂ ਕਰਦੀਆਂ ਹੈਗੀਆਂ। ਮਤਲਬ ਕਿ ਇਹ ਹੈਗਾ ਕਿ ਜਿਵੇਂ ਕੁਛ ਕੁ ਤੁਹਾਡੇ ਸਾਹਮਣੇ ਇਸ ਤਰੀਕੇ ਦੀ ਬਾਡੀ ਪ੍ਰੈਜ਼ੈਂਟ ਕੀਤੀ ਜਾਂਦੀ ਹੈਗੀ ਆ ਕਿ ਤੁਹਾਡੇ 'ਚ ਇੱਕ ਡਿਜ਼ਾਇਰ ਕ੍ਰੀਏਟ ਹੁੰਦੀ ਹੈਗੀ ਕਿ ਜਿਹੜੇ ਤੁਸੀਂ ਹੈਗੇ ਹੋ, ਜਿਹੜੀ ਤੁਹਾਡੀ ਆਪਣੀ ਐਕਚੁਅਲ ਦਿੱਖ ਹੈਗੀ ਆ, ਠੀਕ ਹੈ, ਤੁਸੀਂ ਉਹਦੇ ਤੋਂ ਦੂਰ ਜਾ ਕੇ ਤੁਸੀਂ ਐਸਪਾਇਰ ਕਰਦੇ ਹੈਗੇ ਕਿ ਅਸੀਂ ਉਸ ਤਰੀਕੇ ਦੇ ਨਾਲ ਕਿਵੇਂ ਦਿਖਣਾ ਹੈਗਾ, ਜਿਹੜੀ ਇਮੇਜ ਜਿਹੜੀ ਹੈਗੀ ਹੈ ਸਾਨੂੰ ਪਰੋਸੀ ਜਾ ਰਹੀ ਹੈਗੀ ਆ। ਹੁਣ ਉਹਦੇ 'ਚ ਨਾ ਇਹ ਹੈਗਾ ਕਿ ਜਿਹੜੀ ਐਸਪੀਰੇਸ਼ਨ ਹੈਗੀ ਆ ਬਿਊਟੀਫੁਲ ਲੱਗਣ ਦੀ ਜਾਂ ਸੁੰਦਰ ਦਿਖਣ ਦੀ, ਇਹ ਸਾਰਿਆਂ ਦੇ ਵਿੱਚ ਐਗਜ਼ਿਸਟ ਕਰਦੀ ਹੈਗੀ ਆ। ਲੇਕਿਨ ਜਦੋਂ ਮਾਸ ਮੀਡੀਆ ਜਦੋਂ ਇਹਦੇ ਤੇ ਰੋਲ ਪਲੇ ਕਰਦਾ ਹੈਗਾ ਤਾਂ ਮਾਸ ਮੀਡੀਆ ਇਸ ਚੀਜ਼ ਦੇ ਨਾਲ ਪਲੇ ਕਰਦਾ ਹੈਗਾ ਕਿ ਜਿਹੜੀ ਐਸਪੀਰੇਸ਼ਨ ਹੈਗੀ ਹੈ ਸੋਹਣੇ ਦਿਖਣ ਦੀ, ਇਹਨੂੰ ਉਹ ਆਪਣੇ ਫਾਇਦੇ ਦੇ ਲਈ ਕਿਸ ਤਰੀਕੇ ਦੇ ਨਾਲ ਕੰਸਟਰਕਟ ਕਰ ਸਕਦਾ ਹੈਗਾ। ਤਾਂ ਕਰਕੇ ਸਾਡੇ ਸਾਹਮਣੇ ਉਹ ਇਮੇजेस ਪ੍ਰੈਜ਼ੈਂਟ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਇਮੇजेस ਸਾਨੂੰ ਆਈਡੀਅਲ ਫਾਰਮ ਲੱਗਦੀਆਂ ਨੇ ਵੀ ਉਹਦੇ ਚ ਕੁਛ ਤੇ ਉਹ ਕੋਈ ਇੱਕ ਇਮੇਜ ਨਹੀਂ ਹੈਗੀ। ਹੁਣ ਜਦੋਂ ਇਹ ਚੀਜ਼ਾਂ ਸਾਡੇ ਕੋਲੇ ਮਤਲਬ ਫੋਟੋਜ਼ ਦੇ ਰੂਪ ਦੇ ਵਿੱਚ, ਠੀਕ ਹੈ, ਜਾਂ ਅਖਬਾਰਾਂ ਦੇ ਆਰਟੀਕਲਸ ਦੇ ਰੂਪ ਦੇ ਵਿੱਚ ਜਾਂ ਮੈਗਜ਼ੀਨਸ ਦੇ ਰੂਪ ਦੇ ਵਿੱਚ ਜਦੋਂ ਸਾਡੇ ਕੋਲੇ ਆ ਰਹੀਆਂ ਨੇ ਤਾਂ ਉਹਦੇ ਚ ਕੋਈ ਇੱਕ ਇਮੇਜ ਨਹੀਂ ਐਗਜ਼ਿਸਟ ਕਰਦੀ ਹੈਗੀ, ਉਹਦੇ ਚ ਬਹੁਤ ਸਾਰੀਆਂ ਇਮੇजेस ਹੁੰਦੀਆਂ ਨੇ। ਹੁਣ ਜਦੋਂ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਰਹੇ ਹੈਗੇ ਆ, ਕੀ ਇਹ ਹੈਗਾ ਕਿ ਅਸੀਂ ਉਹਨੂੰ ਸਿਰਫ ਪੈਸਿਵਲੀ ਦੇਖਦੇ ਹਾਂ ਤੇ ਦੇਖ ਕੇ ਛੱਡ ਦਿੰਦੇ ਹੈਗੇ, ਜਾਂ ਇਹ ਹੈਗਾ ਕਿ ਉਹਦੇ ਚ ਵੀ ਇੱਕ ਅਸੀਂ ਪਾਰਟਿਸਿਪੇਟ ਕਰਦੇ ਹਾਂ। ਜੇ ਅਸੀਂ ਪਾਰਟਿਸਿਪੇਟ ਕਰਦੇ ਹਾਂ ਤਾਂ ਕਿਵੇਂ ਪਾਰਟਿਸਿਪੇਟ ਕਰਦੇ ਹਾਂ ਕਿ ਜੇ ਮੰਨ ਲਓ ਤੁਹਾਡੇ ਕੋਲੇ 100 ਇਮੇजेस ਹੈਗੇ ਨੇ ਤਾਂ ਉਹਦੇ ਚੋਂ ਤੁਸੀਂ 100 ਦੇ ਵਿੱਚੋਂ ਤੁਸੀਂ ਕੋਈ ਇੱਕ ਚੂਜ਼ ਕਰੋਗੇ ਜਿਹਦੇ ਨਾਲ ਤੁਸੀਂ ਮੰਨਦੇ ਹੋ ਵੀ ਹਾਂ ਮੈਂ ਐਵੇਂ ਦਾ ਦੇਖ ਸਕਦਾ ਜਾਂ ਦੇਖ ਸਕਦੀ ਹੈਗੀ, ਤੇ ਉਹਦੇ ਵਿੱਚੋਂ ਤੁਸੀਂ ਇੱਕ ਇਮੇਜ ਚੂਜ਼ ਕਰਕੇ ਉਹ ਜਿਹੜੀ ਆਈਡੀਅਲ ਇਮੇਜ ਹੈਗੀ ਹੈ ਬਾਡੀ ਦੀ, ਆਈਡੀਅਲ ਇਮੇਜ ਹੈਗੀ ਹੈ ਬਿਊਟੀ ਦੀ, ਉਹਦੇ ਹਿਸਾਬ ਨਾਲ ਜਿਉਣ ਦੀ ਕੋਸ਼ਿਸ਼ ਕਰਦੇ ਹੈਗੇ, ਠੀਕ ਹੈ। ਉਹਦੇ ਚੋਂ ਫਿਰ ਬਹੁਤ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ। ਉਹਦੇ ਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈਗੀ ਆ ਉਹ ਇਹ ਹੈਗੀ ਆ ਕਿ ਤੁਹਾਡੀ ਆਪਣੀ ਆਪਦੀ ਬਾਡੀ ਦੇ ਨਾਲ, ਤੁਹਾਡੀ ਆਪਣੀ ਦਿੱਖ ਦੇ ਨਾਲ ਇੱਕ ਅਸੰਤੋਸ਼ ਪੈਦਾ ਹੁੰਦਾ ਹੈਗਾ ਕਿ ਤੁਹਾਨੂੰ ਇਹ ਲੱਗਦਾ ਹੈਗਾ ਕਿ ਅਸਲ ਦੇ ਵਿੱਚ ਮੈਂ ਇੰਨਾ ਸੋਹਣਾ ਨਹੀਂ ਹੈਗਾ, ਮੈਨੂੰ ਇੰਨਾ ਜਿਹੜੀ ਮੇਰੇ ਸਾਹਮਣੇ ਇਮੇਜ ਪ੍ਰੈਜ਼ੈਂਟ ਕੀਤੀ ਹੈਗੀ ਮੈਨੂੰ ਇਸ ਤਰੀਕੇ ਦੇ ਨਾਲ ਦਿਖਣਾ ਚਾਹੀਦਾ ਹੈਗਾ, ਤੇ ਉਹ ਜਿਹੜੀ ਇਮੇਜ ਤੁਹਾਡੇ ਤੇ ਫਿਰ ਉਸ ਤਰੀਕੇ ਦੇ ਨਾਲ ਵਰਕ ਕਰਦੀ ਹੈਗੀ। ਜਿਵੇਂ ਮੈਗਜ਼ੀਨਸ ਜਿਹੜੀਆਂ ਆ ਰਹੀਆਂ ਸੀਗੀਆਂ, ਜਿਵੇਂ ਗ੍ਰਹਿ ਸ਼ੋਭਾ ਵਗੈਰਾ ਜਾਂ ਜਿਹੜਾ ਸਹੇਲੀ ਵਗੈਰਾ, ਜਿਵੇਂ ਹੁਣ ਇਹਦੇ ਚ ਹੋਰ ਵੀ ਬਿਊਟੀ ਮੈਗਜ਼ੀਨਸ ਹੈਗੀਆਂ ਨੇ ਜਿਵੇਂ ਵੋਗ ਵਗੈਰਾ ਜਾਂ ਹੋਰ, ਉਹਦੀ ਰੀਚ ਹਜੇ ਕਿੰਨੀ ਕੁ ਹੈਗੀ ਹੈ ਇਹ ਇੱਕ ਅਲੱਗ ਸਵਾਲ ਹੈਗਾ। ਪਰ ਲੋਕਲ ਲੈਵਲ ਤੇ ਵੀ ਬਹੁਤ ਸਾਰੀਆਂ ਮੈਗਜ਼ੀਨਸ ਜਿਹੜੀਆਂ ਹੈਗੀਆਂ ਨੇ ਉਹ ਲਗਾਤਾਰ ਜਿਹੜਾ ਹੈਗਾ ਸਾਡਾ ਪਾਰਟ ਰਹੀਆਂ ਨੇ, ਤੇ ਜਿਨ੍ਹਾਂ ਨੇ ਇਸ ਪਰਸੈਪਸ਼ਨ ਨੂੰ ਨਿਰਧਾਰਿਤ ਕੀਤਾ ਹੈਗਾ ਕਿ ਸਾਡੇ ਲਈ ਸੁੰਦਰਤਾ ਕੀ ਹੈਗੀ ਆ, ਤੇ ਸਾਡੇ ਲਈ ਜਿਹੜਾ ਇੱਕ ਆਈਡੀਅਲ ਫਾਰਮ ਆਫ ਬਾਡੀ ਜਾਂ ਆਈਡੀਅਲ ਫਾਰਮ ਆਫ ਬਿਊਟੀ ਜਿਹੜੀ ਹੈਗੀ ਆ ਉਹ ਕੀ ਹੈਗੀ ਆ, ਉਹਦੇ ਵਿੱਚ ਇਹ ਬਹੁਤ ਰੋਲ ਪਲੇ ਕਰਦੀਆਂ ਨੇ। ਦੂਸਰਾ ਫਿਰ ਉਹਦੇ ਚ ਹੈਗਾ ਕਿ ਜਿਵੇਂ ਅਖਬਾਰਾਂ ਦੇ ਨਾਲ ਜਿਹੜੀਆਂ ਵੀਕਲੀ ਜਿਹੜੇ ਸੈਕਸ਼ਨਸ ਆਉਂਦੇ ਨੇ, ਉਹਨਾਂ ਸੈਕਸ਼ਨਸ ਦੇ ਵਿੱਚ ਵੀ ਇਹ ਚੀਜ਼ ਕਵਰ ਕੀਤੀ ਜਾਂਦੀ ਹੈਗੀ ਆ, ਤੇ ਉਹਦੇ ਚ ਖਾਸ ਤੌਰ ਤੇ ਔਰਤਾਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ ਕਿ ਉਹਨਾਂ ਦੇ ਲਈ ਇੱਕ ਇਮੇਜ ਪ੍ਰੈਜ਼ੈਂਟ ਕੀਤੀ ਜਾਂਦੀ ਹੈਗੀ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਦਿਖਣਾ ਹੈਗਾ, ਠੀਕ ਹੈ। ਉਹ ਇੱਕ ਆਈਡੀਅਲ ਇਮੇਜ ਉਹਨਾਂ ਦੇ ਸਾਹਮਣੇ ਦਿੱਤੀ ਜਾਂਦੀ ਹੈ। ਔਰ ਜਿਹੜੀ ਇਹ ਵਾਲੀ ਚੀਜ਼ ਹੈ ਕਿ ਕੋਈ ਅੱਜ ਦਾ ਵਰਤਾਰਾ ਨਹੀਂ ਹੈਗਾ, ਇਹ ਬਹੁਤ ਪਹਿਲਾਂ ਤੋਂ ਚੀਜ਼ ਚੱਲ ਰਹੀ ਹੈਗੀ ਆ। ਇਹਨੂੰ ਮੈਂ ਹਾਲਾਂਕਿ ਬਹੁਤ ਪਿੱਛੇ ਤੇ ਜਾ ਕੇ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹੜਾ ਮੈਂ ਉਨਾ ਨਹੀਂ ਕਰ ਪਾਈ ਹੈਗੀ, ਪਰ ਫਿਰ ਵੀ ਜਿਵੇਂ ਜਦੋਂ ਅਸੀਂ 1950ਵਿਆਂ ਤੇ 60ਵਿਆਂ ਦੇ ਵਿੱਚ ਜਿਹੜੇ ਪ੍ਰੀਤ ਲੜੀ ਦੇ ਕੁਝ ਅੰਕ ਹੈਗੇ ਨੇ ਜਿਨ੍ਹਾਂ ਦੇ ਵਿੱਚ ਐਵੇਂ ਦੇ ਇਸ਼ਤਿਹਾਰ ਛਪੇ ਨੇ ਜਿਹਦੇ ਵਿੱਚ
ਜਿਹੜੀ ਇੱਕ ਖਾਸ ਤਰੀਕੇ ਦੀ ਜਿਹੜੀ ਔਰਤ ਦੀ ਇਮੇਜ ਹੈਗੀ ਆ ਉਹਨੂੰ ਪ੍ਰੈਜ਼ੈਂਟ ਕੀਤਾ ਗਿਆ ਹੈਗਾ ਤੇ ਉਹਦੇ ਵਿੱਚ ਜਿਹੜੀਆਂ ਮੈਟਰੀਮੋਨੀਅਲ ਜਿਹੜੀਆਂ ਇਸ਼ਤਿਹਾਰ ਵੀ ਦਿੱਤੇ ਜਾਂਦੇ ਨੇ ਉਹ ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਹੈਗੀ ਹੈ ਕਿ ਤੁਹਾਨੂੰ ਗੋਰਾ ਚਿੱਟਾ ਰੰਗ, ਉੱਚਾ ਕੱਦ, ਠੀਕ ਹੈ, ਉਹ ਇੱਕ ਖਾਸ ਤਰੀਕੇ ਦੀ ਇਮੇਜ ਜਿਹੜੀ ਹੈਗੀ ਤੁਹਾਨੂੰ ਚਾਹੀਦੀ ਹੈਗੀ ਆ ਜਿਹਨੂੰ ਅਸੀਂ ਆਈਡੀਅਲ ਮੰਨਦੇ ਹੈਗੇ ਆ ਤੇ ਉਹ ਜਿਹੜੀਆਂ ਇਹ ਮੈਗਜ਼ੀਨਸ ਇਹ ਸਾਰੀਆਂ ਜਿਹੜੀਆਂ ਇਹਦੇ ਵਿੱਚ ਰੋਲ ਪਲੇ ਕਰਦੀਆਂ ਨੇ। ਹੁਣ ਇਹਦੇ ਚ ਇੱਕ ਹੋਰ ਜਿਹੜੀ ਫਾਰਮ ਆਫ ਮੀਡੀਆ ਜਿਹੜੀ ਰੋਲ ਜਿਹੜੀ ਸਾਡੇ ਸੁੰਦਰਤਾ ਦੇ ਪੈਮਾਨਿਆਂ ਨੂੰ ਜਾਂ ਇਸ ਚੀਜ਼ ਨੂੰ ਨਿਰਧਾਰਿਤ ਕਰਦੀ ਹੈ ਉਹ ਹੈਗੀ ਆ ਮਿਊਜ਼ੀਕਲ ਵੀਡੀਓਜ਼, ਜਿਹੜੀਆਂ ਬਹੁਤ ਮੈਨੂੰ ਲੱਗਦਾ ਕਿ ਸਿਗਨੀਫੀਕੈਂਟ ਨੇ ਇੱਥੇ ਮੈਂਸ਼ਨ ਕਰਨੀਆਂ ਕਿਉਂਕਿ ਜਦੋਂ ਅਸੀਂ ਇਹਨਾਂ ਮਿਊਜ਼ੀਕਲ ਵੀਡੀਓਜ਼ ਦੀ ਗੱਲ ਕਰਦੇ ਹਾਂ ਬਹੁਤ ਉਹਨਾਂ ਨੂੰ ਸਟੱਡੀ ਕਰਨਾ ਆਪਣੇ ਆਪ ਦੇ ਵਿੱਚ ਇੱਕ ਇੰਟਰਸਟਿੰਗ ਚੀਜ਼ ਹੈਗੀ ਆ ਕਿਉਂਕਿ ਜਿਹੜੀ ਪਿੱਛੇ ਮੈਂ ਗੱਲ ਕਰਕੇ ਆਈ ਹਾਂ ਨਾ ਕਿ ਜਿਹੜੀ ਸਮਾਜ ਦੀ ਸਾਡੀ ਬੇਸਿਕ ਇਕਾਈ ਪਰਿਵਾਰ ਦੇ ਵਿੱਚੋਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਨੇ ਕਿ ਇੱਕ ਖਾਸ ਤਰੀਕੇ ਦੀ ਔਰਤਪੁਣਾ ਤੇ ਖਾਸ ਤਰੀਕੇ ਦੀ ਮਰਦਾਨਗੀ ਤੁਹਾਡੇ ਵਿੱਚ ਭਰੀ ਜਾਂਦੀ ਹੈਗੀ ਆ। ਉਹ ਜਿਹੜੀ ਚੀਜ਼ ਹੈਗੀ ਆ ਉਹ ਜਿਹੜੀਆਂ ਸਾਡੀਆਂ ਵੀਡੀਓਜ਼ ਹੈਗੀਆਂ ਨੇ ਮਿਊਜ਼ੀਕਲ ਵੀਡੀਓਜ਼ ਨੇ ਉਹਦੇ ਥਰੂ ਦੁਬਾਰਾ ਸਾਡੇ ਕੋਲੇ ਕਿਵੇਂ ਪਰੋਸੀਆਂ ਜਾ ਰਹੀਆਂ ਨੇ। ਇਹ ਦੇਖ ਸਕਦੇ ਹੈਗੇ ਆ ਪੰਜਾਬ ਦੇ ਵਿੱਚ ਔਰਤਾਂ ਨੇ ਜੇ ਅਚੀਵਮੈਂਟ ਕੀਤੀ ਹੈਗੀ ਆ, ਜੇ ਉਹਨਾਂ ਨੇ ਕੁਝ ਆਪਣੀ ਸੋਸ਼ਲ ਪਾਵਰ ਕੁਝ ਗੇਨ ਕੀਤੀ ਹੈਗੀ ਆ ਤਾਂ ਮੀਡੀਆ ਜਿਹੜਾ ਹੈਗਾ ਉਹਦਾ ਪੂਰਾ ਜ਼ੋਰ ਇਸ ਤੇ ਲੱਗਿਆ ਹੋਇਆ ਹੈਗਾ ਕਿ ਉਹਨਾਂ ਨੂੰ ਤੱਕ ਕੇ ਉਹਨਾਂ ਦੀ ਜਿਹੜੀ ਇਮੇਜ ਮੇਕਿੰਗ ਹੈਗੀ ਆ ਉਹਨੂੰ ਤੱਕ ਕੇ ਅਸੀਂ ਉੱਥੇ ਹੀ ਲੈ ਕੇ ਆਉਣਾ ਹੈਗਾ ਜਿੱਥੋਂ ਉਹ ਸ਼ੁਰੂ ਹੋਈ ਹੈਗੀ ਆ। ਜਿਹੜੀ ਉਹਨਾਂ ਦੀ ਉਹ ਕੰਸਟਰਕਸ਼ਨ ਹੋਈ ਹੈ, ਜਿਹੜੀ ਉਹ ਬਣਤਰ ਬਣੀ ਹੈਗੀ ਆ ਸਮਾਜ ਦੇ ਵੱਲੋਂ ਜਾਂ ਪਰਿਵਾਰ ਦੇ ਵੱਲੋਂ ਕਿ ਅਸੀਂ ਉਹ ਵਾਲੇ ਸਟੈਂਡਰਡਸ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ ਅਸੀਂ ਪੇਸ਼ ਕਰਨਾ ਹੈਗਾ। ਜਿਵੇਂ ਮੈਂ ਇਹਦੇ ਚ ਇੱਕ ਦੋ ਗਾਣਿਆਂ ਦੀ ਐਗਜ਼ਾਮਪਲ ਦਊਂਗੀ ਉਹਦੇ ਵਿੱਚ ਜਿਹੜਾ ਬਿਊਟੀ ਦਾ ਪੈਮਾਨਾ ਕੀ ਪੇਸ਼ ਕੀਤਾ ਜਾਂਦਾ ਹੈਗਾ ਕਿ ਔਰਤ ਨੇ ਜਿਹੜਾ ਹੈਗਾ ਮਤਲਬ ਚੁੰਨੀ ਨਾਲ ਸਿਰ ਢੱਕ ਕੇ ਰੱਖਣਾ ਹੈਗਾ, ਠੀਕ ਹੈ, ਉਹਨੇ ਉਸ ਤਰੀਕੇ ਦਾ ਪਹਿਰਾਵਾ ਪਾਉਣਾ ਹੈਗਾ ਜਿਹੜਾ ਤੁਹਾਡੇ ਪਰਿਵਾਰ ਦੇ ਲਈ ਤੇ ਜਿੱਥੇ ਤੁਸੀਂ ਰਹਿ ਰਹੇ ਹੋ ਉਹ ਸਾਰੇ ਸਮਾਜ ਦੇ ਵਿੱਚ ਉਹਨੂੰ ਇੱਕ ਸਵੀਕ੍ਰਿਤੀ ਮਿਲਦੀ ਹੈਗੀ ਆ। ਜਿਵੇਂ ਇਹਦੇ ਚ ਇੱਕ ਮੈਂ ਐਗਜ਼ਾਮਪਲ ਦਿੰਨੀ ਹੈਗੀ ਆ ਕਿ ਜਿਵੇਂ ਇੱਕ ਗਾਣਾ ਹੈਗਾ ਭਾਵੇਂ ਅੱਖਾਂ ਸਾਹਮਣੇ ਹੋਵਾਂ ਭਾਵੇਂ ਬਾਹਰ ਨਹੀਂ, ਸਿਰ ਤੋਂ ਨੀ ਚੁੰਨੀ ਲੈਣੀ ਚਾਹੀਦੀ। ਇੱਕ ਹੋਰ ਗਾਣੇ ਦੀ ਮੈਂ ਐਗਜ਼ਾਮਪਲ ਦਿੰਨੀ ਹੈਗੀ ਆ ਕਿ ਗੁੱਤ ਵਾਲੀ ਸਰਦਾਰਨੀ ਨੀ ਲੱਭਦੀ, ਮੁੱਛਾਂ ਵਾਲੇ ਸਰਦਾਰ ਤਾਂ ਹੀ ਛੜੇ ਨੇ, ਠੀਕ ਹੈ। ਹੁਣ ਇਹ ਜਿਹੜੇ ਇਸ ਤਰੀਕੇ ਦੇ ਜਿਹੜੇ ਹੁਣ ਇਹਦੇ ਵਿੱਚ ਇਕੱਲੇ ਲਿਰਿਕਸ ਇੰਪੋਰਟੈਂਟ ਨਹੀਂ ਹੈਗੇ, ਇਹਦੇ ਵਿੱਚ ਜਿਹੜੀ ਵੀਡੀਓ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ ਤੁਹਾਡੇ ਸਾਹਮਣੇ ਉਹ ਵੀ ਉਨੀ ਹੀ ਇੰਪੋਰਟੈਂਟ ਹੈਗੀ ਆ। ਮਤਲਬ ਬਹੁਤ ਸਾਰੇ ਗਾਣਿਆਂ ਦੇ ਵਿੱਚ ਇਹ ਚੀਜ਼ ਦੇਖੀ ਜਾ ਸਕਦੀ ਹੈਗੀ ਕਿ ਇੱਕ ਜਿਹੜੀ ਆਧੁਨਿਕ ਦਿੱਖ ਵਾਲੀ ਕੁੜੀ ਹੈਗੀ ਆ। ਹੁਣ ਆਧੁਨਿਕ ਨੂੰ ਜਦੋਂ ਮੈਂ ਆਧੁਨਿਕ ਸ਼ਬਦ ਇੱਥੇ ਯੂਜ਼ ਕਰ ਰਹੀ ਹੈਗੀ ਆ ਇਹਨੂੰ ਵੈਸਟਰਨ ਦੇ ਨਾਲ ਕਨਫਿਊਜ਼ ਨਾ ਕੀਤਾ ਜਾਵੇ। ਜਦੋਂ ਮੈਂ ਆਧੁਨਿਕਤਾ ਦੀ ਗੱਲ ਕਰ ਰਹੀ ਹਾਂ ਤਾਂ ਮੇਰੀ ਮੁਰਾਦ ਇੱਥੇ ਇਹ ਵੀ ਹੈਗੀ ਕਿ ਜਿਹੜੇ ਸੋਸ਼ਲ ਸਟੈਂਡਰਡਸ ਦੇ ਹਿਸਾਬ ਨਾਲ ਸਾਡੇ ਉੱਤੇ ਕੁਝ ਚੀਜ਼ਾਂ ਥੋਪੀਆਂ ਜਾ ਰਹੀਆਂ ਨੇ, ਜਦੋਂ ਅਸੀਂ ਉਹਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਾਂ ਉਹਦੇ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਮੈਂ ਉਸ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਹੀ ਹਾਂ। ਤੇ ਉਹ ਜਦੋਂ ਗਾਣਿਆਂ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਇੱਕ ਲੜਕੀ ਪ੍ਰੈਜ਼ੈਂਟ ਕੀਤੀ ਜਾਂਦੀ ਹੈਗੀ ਆ ਤੇ ਉਹ ਗਾਣਾ ਖਤਮ ਹੁੰਦੇ ਹੁੰਦੇ ਤੱਕ ਕੀ ਕੋਸ਼ਿਸ਼ ਰਹਿੰਦੀ ਹੈ ਸਾਡੀ ਕਿ ਉਹਨੂੰ ਉਸ ਤਰੀਕੇ ਦੇ ਨਾਲ ਢਾਲ ਲਿਆ ਜਾਵੇ। ਇੱਕ ਤਾਂ ਇਹ ਹੈਗਾ ਕਿ ਉਹਨੂੰ ਮੇਲ ਦੀ ਸਵੀਕ੍ਰਿਤੀ ਮਿਲੇ, ਠੀਕ ਹੈ, ਜਿਹੜਾ ਉਹਦੇ ਵਿੱਚ ਮਾਡਲ ਹੈ ਜਾਂ ਪ੍ਰੋਟੈਗਨਿਸਟ ਹੈ ਜੋ ਵੀ ਹੈਗਾ। ਤੇ ਦੂਸਰਾ ਜਿਹੜਾ ਹੈਗਾ ਕਿ ਜਿਹੜਾ ਤੁਹਾਡਾ ਮੇਲ ਪਾਰਟਨਰ ਹੈਗਾ ਉਹਦੀ ਫੈਮਿਲੀ ਦੇ ਵਿੱਚ ਤੁਹਾਨੂੰ ਸਵੀਕ੍ਰਿਤੀ ਮਿਲੇ। ਜੇ ਮੰਨ ਲਓ ਤੁਸੀਂ ਉਹਨਾਂ ਸਟੈਂਡਰਡਸ ਨੂੰ ਫੋਲੋ ਨਹੀਂ ਕਰਦੇਗੇ ਤਾਂ ਉਹੀ ਸੇਮ ਚੀਜ਼ ਆਉਂਦੀ ਹੈ ਜਿਹਦੇ ਬਾਰੇ ਮੈਂ ਪਹਿਲਾਂ ਗੱਲ ਕਰਕੇ ਆਈ ਹੈਗੀ ਕਿਉਂਕਿ ਤੁਸੀਂ ਉਹ ਸਟੈਂਡਰਡਸ ਦੇ ਹਿਸਾਬ ਨਾਲ ਜਿਹੜੀ ਨਹੀਂ ਰਹਿ ਰਹੇ। ਇਸ ਕਰਕੇ ਜਿਹੜੀ ਥੋੜੀ ਬਹੁਤ ਸਪੇਸ ਅਸੀਂ ਗੱਲ ਕਰਦੇ ਹਾਂ ਵੀ ਔਰਤਾਂ ਨੇ ਆਪਣੀ ਬਣਾਈ ਹੈਗੀ ਆ, ਉਹ ਮੀਡੀਆ ਦੀ ਜਿਹੜੀਆਂ ਫਾਰਮਸ ਐਗਜ਼ਿਸਟ ਕਰਦੀਆਂ ਨੇ ਉਹਨੂੰ ਉੱਥੇ ਹੀ ਵਾਪਸ ਲੈ ਕੇ ਆਉਂਦੀਆਂ ਨੇ ਕਿ ਤੁਸੀਂ ਜਿਹੜੇ ਸਮਾਜ ਦੇ ਜਿਹੜੇ ਨੋਰਮਸ ਬਣੇ ਹੋਏ ਨੇ, ਜਿਨ੍ਹਾਂ ਨੇ ਤੁਹਾਡੇ ਤੋਂ ਇਹ ਤਵੱਕੋ ਕਰਨੀ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਸੁੰਦਰ ਦਿਖਣਾ ਹੈਗਾ, ਤੁਸੀਂ ਉਸ ਹਿਸਾਬ ਨਾਲ ਹੀ ਚੱਲੋ। ਤੇ ਜਿਹੜੇ ਇਹ ਵਾਲੇ ਇਸ ਤਰੀਕੇ ਦੇ ਨਾਲ ਪ੍ਰੋਪੇਗੇਟ ਕੀਤੇ ਜਾਂਦੇ ਨੇ ਜਿਹੜੇ ਇਹ ਵਾਲੇ ਸਾਰੇ ਸਟੈਂਡਰਡਸ ਨੇ ਕਿ ਤੁਸੀਂ ਜਿਹੜਾ ਮੇਲ ਹੈਗਾ ਉਹਦੇ ਲਈ ਐਕਸੈਪਟੇਬਲ ਹੋ ਸਕੋ, ਉਹਦੇ ਲਈ ਡਿਜ਼ਾਇਰੇਬਲ ਹੋ ਸਕੋ। ਇਹ ਡਿਜ਼ਾਇਰ ਵਾਲਾ ਜਿਹੜਾ ਆਈਡੀਆ ਹੈਗਾ ਬੜਾ ਸਿਗਨੀਫੀਕੈਂਟ ਹੈਗਾ। ਹੁਣ ਇਹਦੇ ਚ ਮੈਂ ਇੱਕ ਦੋ ਐਗਜ਼ਾਮਪਲਸ ਜਿਵੇਂ ਮੈਂ ਹੋਰ ਦਿੰਨੀ ਹੈਗੀ ਆ, ਜਿਵੇਂ ਇੱਕ ਪਿੱਛੇ ਜੇ ਇੱਕ ਫਿਲਮ ਆਈ ਸੀਗੀ ਨਮਸਤੇ ਲੰਡਨ, ਕਿ ਇੱਕ ਕੁੜੀ ਜਿਹੜੀ ਇੰਗਲੈਂਡ ਦੇ ਵਿੱਚ ਰਹੀ ਵੱਡੀ ਪਲੀ ਹੋਈ ਹੈਗੀ ਆ, ਉਹਦਾ ਪੰਜਾਬ ਦੇ ਵਿੱਚ ਇੱਕ ਉਸ ਮੁੰਡੇ ਦੇ ਨਾਲ ਵਿਆਹ ਹੁੰਦਾ ਹੈਗਾ ਜਿਹੜਾ ਕਿ ਮੈਂ ਇਹ ਨਹੀਂ ਕਹਿੰਦੀ ਕਿ ਉਹ ਅਨਪੜ੍ਹ ਹੈਗਾ, ਪਰ ਜਿਸ ਸਿਸਟਮ ਦੇ ਵਿੱਚ ਉਹ ਵੱਡਾ ਹੋਇਆ ਹੈਗਾ ਉਸ ਸਿਸਟਮ ਤੋਂ ਬਹੁਤ ਡਿਫਰੈਂਟ ਹੈਗਾ ਜਿਹਦੇ ਵਿੱਚ ਕੁੜੀ ਵੱਡੀ ਹੋਈ ਹੈਗੀ ਹੈ। ਪਰ ਜਦੋਂ ਉਹ ਦੋਨਾਂ ਦਾ ਮੇਲ ਹੁੰਦਾ ਹੈਗਾ ਉਹਦੇ ਵਿੱਚ ਫਿਰ ਜਦੋਂ ਕਿਹਨੇ ਕੰਪਰੋਮਾਈਜ਼ ਕਰਨਾ ਹੈਗਾ, ਉਹ ਕਿਹੜੇ ਸੋਸ਼ਲ ਸਟੈਂਡਰਡਸ ਉੱਥੇ ਜਿਹੜੇ ਡੋਮੀਨੈਂਟ ਫਾਰਮ ਦੇ ਵਿੱਚ ਆਉਣਗੇ ਉੱਥੇ ਕੁੜੀ ਕੰਪਰੋਮਾਈਜ਼ ਕਰਦੀ ਹੈਗੀ ਆ, ਠੀਕ ਹੈ। ਜਾਂ ਜਿਵੇਂ ਇੱਕ ਹੋਰ ਇੱਕ ਐਗਜ਼ਾਮਪਲ ਜਿਵੇਂ ਮੈਂ ਦਿੰਨੀ ਹੈ, ਜਿਵੇਂ ਫਿਲਮ ਆਈ ਸੀਗੀ ਉਹ ਕੁਛ ਕੁਛ ਹੋਤਾ ਹੈ, ਉਹਦੇ ਵਿੱਚ ਇੱਕ ਕੁੜੀ ਹੈਗੀ ਹੈ ਜਿਹੜੀ ਜਿਹਦੇ ਲੰਬੇ ਵਾਲ ਨੇ ਤੇ ਜਿਹੜੀ ਟ੍ਰੈਡੀਸ਼ਨਲ ਪਹਿਰਾਵਾ ਪਾਉਂਦੀ ਹੈਗੀ ਆ, ਤੇ ਇੱਕ ਜਿਹੜੀ ਕੁੜੀ ਹੈਗੀ ਹੈ ਜਿਹਦੇ ਵਾਲ ਕੱਟੇ ਹੋਏ ਨੇ ਜਿਹਨੂੰ ਟੌਮ ਬॉय ਕੱਟ ਅਸੀਂ ਕਹਿੰਦੇ ਹੈਗੇ ਆ। ਤੇ ਉਹਦੇ ਵਿੱਚੋਂ ਹੁਣ ਕੀ ਇਮੇਜ ਪ੍ਰੈਜ਼ੈਂਟ ਕੀਤੀ ਜਾਂਦੀ ਹੈਗੀ ਆ ਕਿ
ਜਿਹੜੀ ਟੌਮ ਬॉयਜ਼ ਲੁੱਕ ਵਾਲੀ ਕੁੜੀ ਹੈਗੀ ਆ ਵੀ ਉਹ ਤੁਹਾਡੀ ਦੋਸਤ ਤਾਂ ਹੋ ਸਕਦੀ ਹੈ, ਉਹ ਤੁਹਾਡੇ ਲਈ ਮੈਰਿਜ ਮਟੀਰੀਅਲ ਨਹੀਂ ਹੋ ਸਕਦੀ। ਜੇ ਉਹਨੇ ਤੁਹਾਡੇ ਲਈ ਮੈਰਿਜ ਮਟੀਰੀਅਲ ਬਣਨਾ ਹੈਗਾ ਤਾਂ ਉਹਨੂੰ ਉਹੀ ਸਟੈਂਡਰਡਸ ਫੋਲੋ ਕਰਨੇ ਪੈਣਗੇ। ਤੇ ਇਹ ਉਹ ਫਿਲਮ ਦੇ ਵਿੱਚ ਇੱਕ ਸੀਨ ਬਹੁਤ ਇੰਪੋਰਟੈਂਟ ਹੈਗਾ ਕਿ ਜਦੋਂ ਜਿਹੜਾ ਮੇਲ ਪ੍ਰੋਟੈਗਨਿਸਟ ਹੈਗਾ ਉਹਦੇ ਵਿੱਚ ਉਹ ਆਪਣੀ ਬੇਟੀ ਨੂੰ ਉਹ ਕੁੜੀ ਦੇ ਬਾਰੇ ਦੱਸ ਰਿਹਾ ਹੈਗਾ, ਤਾਂ ਉਹ ਜਦੋਂ ਜਿਵੇਂ ਜਿਵੇਂ ਉਹਦੀਆਂ ਫੀਚਰਸ ਨੂੰ ਐਕਸਪਲੇਨ ਕਰ ਰਿਹਾ ਹੈਗਾ ਕਿ ਉਹ ਪਾਸਟ ਦੇ ਵਿੱਚ ਉਹਦੀ ਜਿਹੜੀ ਲੁੱਕ ਸੀਗੀ ਉਹ ਟੌਮ ਬॉयਜ਼ ਵਾਲੇ ਲੁੱਕ ਸੀਗੀ, ਹੁਣ ਉਹਦੀ ਜਿਹੜੀ ਪ੍ਰੈਜ਼ੈਂਟ ਲੁੱਕ ਹੈਗੀ ਉਹਦੇ ਤੇ ਕੈਮਰਾ ਫੋਕਸ ਕਰਦਾ ਹੈਗਾ, ਤੇ ਕੈਮਰੇ ਦਾ ਫੋਕਸ ਕਿੱਥੇ ਕਿੱਥੇ ਹੈਗਾ ਕਿ ਉਹਦੀਆਂ ਚੂੜੀਆਂ ਤੇ ਹੈਗਾ, ਉਹਦੇ ਹੁਣ ਲੰਬੇ ਵਧਾਏ ਹੋਏ ਵਾਲਾਂ ਤੇ ਹੈਗਾ, ਠੀਕ ਹੈ, ਉਹਦੇ ਲਹਿੰਗੇ ਤੇ ਹੈਗਾ, ਉਹਦੀ ਡਰੈਸ ਤੇ ਹੈਗਾ, ਜਿਹੜੀ ਜਿਹਨੇ ਕਿ ਟ੍ਰੈਡੀਸ਼ਨਲ ਫਾਰਮ ਲੈ ਲਈ। ਤੇ ਉਹ ਟ੍ਰੈਡੀਸ਼ਨਲ ਫਾਰਮ ਦੇ ਕਰਕੇ ਹੁਣ ਉਹ ਕੁੜੀ ਜਿਹੜੀ ਹੈਗੀ ਆ ਉਹ ਦੋਸਤੀ ਵਾਲੇ ਸਰਕਲ ਤੋਂ ਬਾਹਰ ਹੋ ਕੇ ਹੁਣ ਉਹ ਮੈਰਿਜ ਮਟੀਰੀਅਲ ਵਾਲੇ ਸਰਕਲ ਦੇ ਵਿੱਚ ਐਂਟਰ ਕਰ ਗਈ, ਕਿਉਂਕਿ ਤੁਸੀਂ ਇੱਕ ਖਾਸ ਤਰੀਕੇ ਦੇ ਸਟੈਂਡਰਡ ਨੂੰ ਅਡਾਪਟ ਕਰ ਲਿਆ। ਜਿਵੇਂ ਮੈਂ ਇਹ ਗੱਲ ਕੀਤੀ ਕਿ ਮੈਂ ਇਹਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਹਿਸਟੋਰੀਕਲੀ ਇਹਨੂੰ ਕਿਵੇਂ ਸਮਝੀਏ, ਤਾਂ ਮੈਂ ਪ੍ਰੀਤ ਲੜੀ ਦੀ ਐਗਜ਼ਾਮਪਲ ਦਿੱਤੀ ਹੈਗੀ ਆ। ਤਾਂ ਉਹਦੇ ਚ ਇੱਕ ਜਿਹੜੀ ਹੋਰ ਐਗਜ਼ਾਮਪਲ ਮੇਰੇ ਦਿਮਾਗ ਦੇ ਵਿੱਚ ਆਉਂਦੀ ਹੈ ਇਸ ਟਾਈਮ ਤੇ, ਉਹ ਇਹ ਹੈਗੀ ਆ ਜਦੋਂ ਅਸੀਂ ਸਾਡੇ ਜਿਹੜੇ ਗਾਣੇ ਨੇ ਜਾਂ ਫਿਲਮਾਂ ਨੇ, ਪੰਜਾਬੀ ਫਿਲਮਾਂ ਨੇ, ਉਹਦੇ ਵਿੱਚ ਜਿਹੜਾ ਸੁੰਦਰਤਾ ਦਾ ਪੈਮਾਨੇ ਜਿਹੜਾ ਪੇਸ਼ ਕੀਤਾ ਜਾਂਦਾ ਹੈਗਾ, ਉਹਦੇ ਚ ਜਿਹੜੀ ਇਮੇਜ ਪੇਸ਼ ਕੀਤੀ ਜਾਂਦੀ ਹੈ ਉਹ ਕਿਹਦੀ ਪੇਸ਼ ਕੀਤੀ ਜਾਂਦੀ ਹੈ, ਉਹਦੇ ਚ ਹੀਰ ਦੀ ਇਮੇਜ ਬਹੁਤ ਇੰਪੋਰਟੈਂਟ ਹੈਗੀ। ਜਿਹੜੀ ਹੀਰ ਦੀ ਸੁੰਦਰਤਾ ਹੈਗੀ ਹੈ ਉਹਦੀ ਰੀਪਰੋਡਕਸ਼ਨ ਹੁੰਦੀ ਹੈ ਅਗੇਨ ਐਂਡ ਅਗੇਨ, ਮਤਲਬ ਕਿ ਉਹ ਜਿਹੜਾ ਕਰੈਕਟਰ ਜਿਹੜਾ 17th 18th ਸੈਂਚੁਰੀ ਦੇ ਵਿੱਚ ਲਿਖਿਆ ਗਿਆ ਹੈਗਾ ਉਹ ਹਜੇ ਵੀ ਸਾਨੂੰ ਇੰਨਾ ਅਪੀਲ ਕਰਦਾ ਹੈਗਾ। ਪਰ ਉਹਦੇ ਚ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ, ਉਹ ਇਹ ਕਿ ਜਦੋਂ ਹੀਰ ਦੀ ਰੀਪਰੋਡਕਸ਼ਨ ਹੋ ਰਹੀ ਹੈ ਸਾਡੇ ਗਾਣਿਆਂ ਦੇ ਵਿੱਚ, ਤੇ ਜਿਹੜਾ ਮੇਲ ਹੈਗਾ ਉਹ ਆਪਣੀ ਜਿਹੜੀ ਪਾਰਟਨਰ ਹੈਗੀ ਆ ਜਾਂ ਵੁੱਡ ਬੀ ਪਾਰਟਨਰ ਹੈਗੀ ਆ ਉਹਦੀ ਖੂਬਸੂਰਤੀ ਨੂੰ ਹੀਰ ਦੇ ਨਾਲ ਕੰਪੇਅਰ ਕਰ ਰਿਹਾ ਹੈਗਾ। ਪਰ ਇੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੈਗਾ ਕਿ ਜਦੋਂ ਅਸੀਂ ਹੀਰ ਦੀ ਵਾਰਿਸ ਸ਼ਾਹ ਦੀ ਹੀਰ ਦੀ ਗੱਲ ਕਰਦੇ ਹਾਂ ਐਜ਼ ਕੈਰੈਕਟਰ, ਉਸ ਟੈਕਸਟ ਦੇ ਵਿੱਚੋਂ ਗੱਲ ਕਰਦੇ ਹਾਂ, ਤਾਂ ਉਹਦੀ ਜਿਹੜੀ ਖੂਬਸੂਰਤੀ ਸਿਰਫ ਇਸ ਚੀਜ਼ ਦੇ ਵਿੱਚ ਨਹੀਂ ਪਈ ਹੈਗੀ ਕਿ ਵਾਰਿਸ ਸ਼ਾਹ ਨੇ ਉਹਦੀ ਜਿਹੜੀ ਫਿਜ਼ੀਕਲ ਬਿਊਟੀ ਹੈਗੀ ਆ ਉਹਦੀ ਪ੍ਰਸ਼ੰਸਾ ਕੀਤੀ ਹੈਗੀ ਆ, ਉਹਦੀ ਜਿਹੜੀ ਖੂਬਸੂਰਤੀ ਹੈਗੀ ਉਹਦੇ ਐਕਸ਼ਨ ਦੇ ਵਿੱਚ ਵੀ ਪਈ ਹੈਗੀ। ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈਗੀ ਕਿ ਵਾਰਿਸ ਸ਼ਾਹ ਨਾ ਮੁੜਾਂਗੀ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। ਹੁਣ ਇਹ ਬਹੁਤ ਇੱਕ ਇਹ ਉਸ ਤਰੀਕੇ ਦੀ ਪੋਜੀਸ਼ਨ ਹੈਗੀ ਕਿ ਤੁਸੀਂ ਆਪਣਾ ਇੱਕ ਆਜ਼ਾਦ ਫੈਸਲਾ ਲੈਣੇ ਹੈਗੇ, ਤੁਸੀਂ ਉਸ ਜਿਹੜਾ ਸਿਸਟਮ ਤੁਹਾਡੇ ਅਗੇਂਸਟ ਵਰਕ ਕਰ ਰਿਹਾ ਹੈਗਾ ਉਸ ਸਿਸਟਮ ਤੋਂ ਨੂੰ ਚੈਲੰਜ ਕਰਕੇ ਤੁਸੀਂ ਆਪਣਾ ਇੱਕ ਦਾਅਵਾ ਪੇਸ਼ ਕਰ ਦੇਂਗੇ। ਪਰ ਜਿਹੜੀ ਕੁੜੀ ਆਪਣਾ ਦਾਅਵਾ ਪੇਸ਼ ਕਰਦੀ ਹੈਗੀ ਆ ਉਹ ਸਾਡੇ ਸਿਸਟਮ ਦੇ ਵਿੱਚ ਫਿੱਟ ਨਹੀਂ ਬੈਠਦੀ ਹੈਗੀ, ਉਹਨੂੰ ਸਾਡੇ ਸਿਸਟਮ ਤੋਂ ਸਵੀਕ੍ਰਿਤੀ ਨਹੀਂ ਮਿਲਦੀ। ਤਾਂ ਕਰਕੇ ਜਿਹੜੇ ਸਾਡੇ ਗਾਣਿਆਂ ਦੇ ਵਿੱਚ ਇਮੇਜ ਪ੍ਰੈਜ਼ੈਂਟ ਕੀਤੀ ਜਾਂਦੀ ਹੈਗੀ ਆ, ਤੁਹਾਡੀ ਖੂਬਸੂਰਤੀ ਤਾਂ ਹੀਰ ਵਾਲੀ ਹੈਗੀ ਆ, ਠੀਕ ਹੈ, ਤੁਸੀਂ ਸੋਹਣੇ ਤਾਂ ਉਨੇ ਹੀ ਦਿਖਦੇ ਹੋ ਜਿੰਨੀ ਵਾਰਿਸ ਸ਼ਾਹ ਦੀ ਹੀਰ ਦਿਖਦੀ ਹੈਗੀ, ਪਰ ਅੰਤ ਦੇ ਵਿੱਚ ਆ ਕੇ ਤੁਸੀਂ ਸਟੈਂਡਰਡ ਉਹ ਅਪਣਾ ਲੈਂਦੇ ਹੋ ਜਿਹੜੇ ਮੁੰਡੇ ਨੂੰ ਚਾਹੀਦੇ ਨੇ, ਜਿਹੜੇ ਸਮਾਜ ਨੂੰ ਚਾਹੀਦੇ ਨੇ। ਇਹ ਮੈਨੂੰ ਲੱਗਦਾ ਕਿ ਸਾਡੇ ਸਮਾਜ ਦਾ ਬਹੁਤ ਦੋਗਲਾ ਸਟਾਂਸ ਹੈਗਾ ਕਿ ਤੁਹਾਨੂੰ ਉਹ ਸੁੰਦਰਤਾ ਉਸ ਤਰੀਕੇ ਵਾਲੀ ਚਾਹੀਦੀ ਹੈ ਪਰ ਤੁਹਾਨੂੰ ਐਕਸ਼ਨ ਨਹੀਂ ਚਾਹੀਦਾ ਹੈਗਾ, ਉਹਦੇ ਲੈਵਲ ਤੇ ਕੋਈ ਦਾਅਵਾ ਨਹੀਂ ਚਾਹੀਦਾ ਕਿ ਉਹ ਆਪਣੀ ਮਰਜ਼ੀ ਨੂੰ ਕਲੇਮ ਕਰੇ ਤੇ ਕਵੇ ਕਿ ਮੈਂ ਆਪਣਾ ਜਿਹੜਾ ਹੈਗਾ ਆਜ਼ਾਦ ਫੈਸਲਾ ਲੈਣ ਦੇ ਕਾਬਿਲ ਹੈਗੀ ਹਾਂ। ਜਿਹੜੀ ਔਰਤ ਜਾਂ ਜਿਹੜੀ ਲੜਕੀ ਇਹ ਕਹੂਗੀ, ਕਿਉਂਕਿ ਜਦੋਂ ਮੈਂ ਇਹ ਗੱਲ ਪਹਿਲਾਂ ਕਰਕੇ ਆਈ ਹੈਗੀ ਕਿ ਜਦੋਂ ਅਸੀਂ ਖੂਬਸੂਰਤੀ ਦੀ ਗੱਲ ਕਰਦੇ ਹਾਂ ਜਾਂ ਸੁੰਦਰਤਾ ਦੀ ਗੱਲ ਕਰਦੇ ਹਾਂ, ਉੱਥੇ ਕੱਲੀ ਫਿਜ਼ੀਕਲ ਬਿਊਟੀ ਇੰਪੋਰਟੈਂਟ ਨਹੀਂ ਹੈਗੀ, ਉੱਥੇ ਕੱਲੀ ਇਹ ਤੁਹਾਡੀ ਦਿੱਖ ਇੰਪੋਰਟੈਂਟ ਨਹੀਂ ਹੈਗੀ, ਤੁਸੀਂ ਕਿਵੇਂ ਚੱਲਦੇ, ਉੱਠਦੇ, ਬੈਠਦੇ, ਖਾਂਦੇ ਪੀਂਦੇ, ਕੱਪੜੇ ਪਹਿਨਦੇ ਹੋ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਹੈਗੀ ਤੇ ਤੁਹਾਡਾ ਐਕਸ਼ਨ ਵੀ ਉਹਦੇ ਵਿੱਚੋਂ ਹੀ ਆਊਗਾ। ਇਸ ਕਰਕੇ ਜਿਹੜੀ ਅਸੀਂ ਇਮੇਜ ਨੂੰ ਆਈਡਲਾਈਜ਼ ਕਰਦੇ ਹਾਂ ਉਹ ਮਤਲਬ ਇਹ ਅੱਧੀ ਇਮੇਜ ਜਿਹੜੀ ਹੈਗੀ ਅਸੀਂ ਉਹਨੂੰ ਆਈਡਲਾਈਜ਼ ਕਰ ਦੇਂਗੇ ਤਾਂ ਕਿ ਦੂਸਰਾ ਪਾਰਟ ਜਿਹੜਾ ਹੈਗਾ ਉਹਨੂੰ ਅਸੀਂ ਛੱਡ ਦਿੰਦੇ ਹੈਗੇ ਆਪਣੇ ਫਾਇਦੇ ਦੇ ਲਈ, ਤਾਂ ਕਿ ਉਹ ਜਿਹੜੀ ਔਰਤ ਹੈਗੀ ਉਹ ਸਬਮਿਸਿਵ ਹੋ ਕੇ ਉਹ ਸਾਰੇ ਫੈਸਲਿਆਂ ਨੂੰ ਮੰਨਦੀ ਰਹੇ ਜਿਹੜੇ ਤੁਸੀਂ ਲਏ ਨੇ ਉਹਦੇ ਬਿਹਾਫ ਤੇ। ਬਹੁਤ ਸਾਰੇ ਗਾਣਿਆਂ ਦੇ ਵਿੱਚ ਜਿਹੜਾ ਹੈਗਾ ਜਿਹੜੀ ਔਰਤ ਹੈਗੀ ਉਹ ਸਿਰਫ ਇੱਕ ਮਤਲਬ ਇੱਕ ਮਾਡਲ ਦੇ ਤੌਰ ਤੇ ਆਉਂਦੀ ਹੈਗੀ ਹੈ, ਜਿਹੜੇ ਉਹਦੇ ਲਿਰਿਕਸ ਵੀ ਨੇ, ਉਹ ਲਿਰਿਕਸ ਜਿਹੜਾ ਮੇਲ ਗਾ ਰਿਹਾ ਹੈਗਾ, ਮੇਲ ਵੀ ਫੀਮੇਲ ਦੀ ਪੋਜੀਸ਼ਨ ਤੋਂ ਗਾ ਰਿਹਾ ਹੈਗਾ, ਉਹ ਇਹ ਨਹੀਂ ਹੈਗਾ ਕਿ ਮੇਲ ਐਜ਼ ਏ ਮੇਲ ਔਰਤ ਦੀ ਪ੍ਰਸ਼ੰਸਾ ਕਰ ਰਿਹਾ ਹੈਗਾ, ਉਹ ਇਹ ਕਹਿ ਰਿਹਾ ਹੈਗਾ ਕਿ ਜਿਵੇਂ ਉਹ ਇੱਕ ਪਿੱਛੇ ਜੇ ਇੱਕ Song ਆਇਆ ਸੀਗਾ ਜਿਹਦੇ ਵਿੱਚ ਉਹ ਕੁਛ ਇਹ ਹੈਗਾ ਕਿ ਜਿਹੜਾ ਲੜਕਾ ਲੜਕੀ ਦੀ ਪੋਜੀਸ਼ਨ ਤੋਂ ਗਾ ਰਿਹਾ ਹੈਗਾ ਕਿ ਮੈਂ ਤੇਰੀ ਗੁਲਾਮ ਬਣੀ ਰਵਾਂ, ਕੁਛ ਸਮਥਿੰਗ ਐਵੇਂ ਦਾ ਜਿਹੜਾ ਉਹਦੇ ਲਿਰਿਕਸ ਸੀਗੇ, ਮਤਲਬ ਕਿ ਉਹ ਸਟੈਂਡਰਡ ਵੀ ਤੁਸੀਂ ਸੈੱਟ ਕਰਨੇ ਨੇ ਉਹਦੇ ਲਈ, ਉਹ ਅਦਰ ਤੁਹਾਡੇ ਲਈ ਸਟੈਂਡਰਡ ਸੈੱਟ ਕਰ ਰਿਹਾ ਹੈਗਾ। ਤੇ ਇਹਦੇ ਵਿੱਚ ਇੱਕ ਹੋਰ ਐਗਜ਼ਾਮਪਲ ਮੈਂ ਲੈ ਕੇ ਅੱਗੇ ਮੂਵ ਕਰੂੰਗੀ, ਉਹ ਹੈਗੀ ਕਿ ਜਿਹੜੀਆਂ ਐਡਵਰਟੀਜ਼ਮੈਂਟਸ ਜਿਹੜੀਆਂ ਨੇ, ਜਿਹੜੀਆਂ ਇਸ਼ਤਿਹਾਰ ਆਉਂਦੇ ਨੇ ਵੀ ਉਹ ਕੀ ਰੋਲ ਪਲੇ ਕਰਦੇ ਨੇ, ਉਹਦੇ ਚ ਜਿਹੜੇ ਸਾਡੇ ਸਾਹਮਣੇ ਇੱਕ ਖਾਸ ਤਰੀਕੇ ਦੇ ਬਿਊਟੀ ਪ੍ਰੋਡਕਟਸ ਪੇਸ਼ ਕੀਤੇ ਜਾਂਦੇ ਨੇ ਤੇ ਉਹਦੇ ਚੋਂ
ਇਹ ਹੈਗਾ ਕਿ ਉਹਦੇ 'ਚ ਵੀ ਫਿਰ ਇਹੀ ਹੈਗਾ ਕਿ ਇੱਕ ਤੁਹਾਡੇ ਲਈ ਇੱਕ ਸੁੰਦਰਤਾ ਦਾ ਪੈਮਾਨਾ ਕੁਛ ਹੋਰ ਨਿਰਧਾਰਿਤ ਕਰ ਰਿਹਾ ਕਿ ਗੋਰੇ ਰੰਗ ਦਾ ਚਿਹਰਾ ਫਲॉलेस ਚਿਹਰਾ ਜਿਹਦੇ 'ਚ ਕੋਈ ਦਾਗ ਨਹੀਂ ਹੈਗਾ, ਠੀਕ ਹੈ। ਜਿਵੇਂ ਹੁਣ ਇਹਦੇ 'ਚ ਇੱਕ ਜੇ ਐਡਵਰਟਾਈਜ਼ਮੈਂਟ ਦੇ ਫਾਰਮ 'ਚ ਐਗਜ਼ਾਮਪਲ ਲੈਣੀ ਹੋਵੇ ਤਾਂ ਮੈਂ ਫੇਅਰ ਐਂਡ ਲਵਲੀ ਦੀ ਐਗਜ਼ਾਮਪਲ ਲੈਣੀ ਹੈ। ਹੁਣ ਪਿੱਛੇ ਜੇ ਫੇਅਰ ਐਂਡ ਲਵਲੀ ਜਿਹੜੀ ਕਰੀਮ ਹੈਗੀ ਆ, ਇਹਦੀਆਂ ਜਿਹੜੀਆਂ ਐਡਸ ਹੈਗੀਆਂ ਨੇ ਇਹਦੇ ਕਾਫੀ ਵਿਰੋਧ ਹੋਇਆ ਇਸ ਫਾਰਮ ਦੇ ਵਿੱਚ ਕਿ ਜਦੋਂ ਅਸੀਂ ਇਹ ਕਹਿ ਰਹੇ ਹੈਗੇ ਕਿ ਇਹ ਤੁਹਾਨੂੰ ਗੋਰਾ ਰੰਗ ਦਿੰਦੀ ਹੈਗੀ ਆ, ਤੇ ਇੱਕ ਰੇਸਿਸਟ ਜਿਹੜਾ ਸਟਾਂਸ ਹੈਗਾ ਕਿ ਜਿਹੜੇ ਗੋਰੇ ਨਹੀਂ ਹੈਗੇ, ਇਹ ਸਿੱਧਾ ਸਿੱਧਾ ਉਹਨਾਂ ਦੇ ਨਾਲ ਇਨਜਸਟਿਸ ਹੈਗਾ, ਠੀਕ ਹੈ। ਕਿ ਤੁਸੀਂ ਇੱਕ ਖਾਸ ਤਰੀਕੇ ਦੀ ਜਿਹੜੀ ਬਿਊਟੀ, ਇੱਕ ਖਾਸ ਤਰੀਕੇ ਦੇ ਰੰਗ, ਸਾਡੇ ਸਮਾਜ ਦੇ ਵਿੱਚ ਤਾਂ ਗੋਰੇ ਰੰਗ ਦੇ ਨਾਲ ਵੈਸੇ ਹੀ ਬਹੁਤ obsession ਹੈਗਾ, ਤੇ ਉਹ ਚੀਜ਼ ਨੂੰ ਜਿਹੜੀ ਬਿਊਟੀ ਇੰਡਸਟਰੀ ਹੈਗੀ ਹੈ ਜਾਂ ਜਿਹੜੇ ਬਿਊਟੀ ਪ੍ਰੋਡਕਟਸ ਸਾਡੇ ਸਾਹਮਣੇ ਪੇਸ਼ ਕੀਤੇ ਜਾਂਦੇ ਨੇ ਤਾਂ ਉਹਨੂੰ ਹੋਰ ਜ਼ਿਆਦਾ ਇਨਹਾਂਸ ਕਰਦੇ ਨੇ। ਹੁਣ ਉਹਨਾਂ ਨੇ ਜਦੋਂ ਫੇਅਰ ਐਂਡ ਲਵਲੀ ਜਿਹੜੀ ਇਹ ਕਰੀਮ ਹੈਗੀ ਹੈ, ਇਹਦਾ ਜਦੋਂ ਇਹਦੀਆਂ ਜਿਹੜੀਆਂ ਐਡਸ ਆਉਂਦੀਆਂ ਨੇ, ਜਦੋਂ ਇਹਦਾ ਵਿਰੋਧ ਹੋਇਆ ਤੇ ਇਹਨਾਂ ਨੇ ਥੋੜਾ ਉਹਦਾ ਨਾਮ ਚੇਂਜ ਕੀਤਾ ਹੈਗਾ। ਨਾਮ ਚੇਂਜ ਕਰਕੇ ਕੀ ਰੱਖਿਆ ਹੈਗਾ? ਗਲੋ ਐਂਡ ਲਵਲੀ। ਹੁਣ ਗਲੋ ਐਂਡ ਲਵਲੀ ਕਿਉਂ ਰੱਖਿਆ ਹੈਗਾ? ਪਹਿਲਾਂ ਤਾਂ ਤੁਹਾਨੂੰ ਗੋਰਾ ਰੰਗ ਚਾਹੀਦਾ ਸੀ, ਹੁਣ ਕੀ ਚਾਹੀਦਾ? ਹੁਣ ਤੁਹਾਨੂੰ HD ਕਲੀਅਰ ਸਕਿਨ ਚਾਹੀਦੀ ਹੈਗੀ। ਇਹ ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਇਹ ਡਬਲ ਰੇਸਿਜ਼ਮ ਹੈਗਾ ਕਿ ਤੁਸੀਂ ਇੱਕ ਤੁਸੀਂ ਉਹ ਚੀਜ਼ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀ ਕਿਤੇ ਵੀ ਐਕਚੁਅਲ 'ਚ ਕਿਤੇ ਵੀ ਐਗਜ਼ਿਸਟ ਨਹੀਂ ਕਰਦੀ ਹੈਗੀ। ਤੇ ਜਾਂ ਸਿਰਫ ਇਹ ਨਹੀਂ, ਜਿਹੜੇ ਹੋਰ ਬਹੁਤ ਸਾਰੇ ਬਿਊਟੀ ਪ੍ਰੋਡਕਟਸ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਐਡਵਰਟਾਈਜ਼ ਕੀਤਾ ਜਾਂਦਾ ਹੈਗਾ ਕਿ ਇਹਦੇ ਨਾਲ ਤੁਹਾਨੂੰ ਫਲॉलेस ਸਕਿਨ ਮਿਲੂਗੀ, ਇੱਕ ਉਹ ਇਮੇਜ ਮਿਲੂਗੀ ਜਿਹੜੀ ਐਕਚੁਅਲੀ ਅਸੀਂ ਚਾਹੁੰਦੇ ਹੈਗੇ ਕਿ ਸਾਨੂੰ ਐਵੇਂ ਦੀ ਮਿਲੇ, ਤੇ ਉਹ ਮੀਡੀਆ ਸਾਡੇ ਸਾਹਮਣੇ ਉਹੀ ਪਰੋਸਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮਸ ਜਿਹੜੇ ਜਿਵੇਂ ਸਨੈਪਚੈਟ ਜਾਂ ਇੰਸਟਾਗ੍ਰਾਮ ਤੇ ਹੋਰ ਕਈ ਸਾਰੇ ਜਿਹੜੇ ਐਵੇਂ ਦੇ ਪਲੇਟਫਾਰਮਸ ਐਗਜ਼ਿਸਟ ਕਰਦੇ ਨੇ, ਇਹ ਕੀ ਰੋਲ ਪਲੇ ਕਰਦੇ ਨੇ? ਇਹਨਾਂ ਦਾ ਜਿਹੜਾ ਜਿਹੜੀਆਂ ਸੁੰਦਰਤਾ ਨੂੰ ਲੈ ਕੇ ਸਾਡੀਆਂ ਇਮੇजेस ਬਣੀਆਂ ਹੋਈਆਂ ਨੇ, ਉਹਨਾਂ ਨੂੰ ਕੰਸਟਰਕਟ ਕਰਨ ਦੇ, ਉਹਨਾਂ ਨੂੰ ਬਣਾਉਣ ਦੇ ਵਿੱਚ, ਉਹਨਾਂ ਨੂੰ ਤੋੜਨ ਦੇ ਵਿੱਚ ਜਾਂ ਉਹਨਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੇ ਵਿੱਚ ਇਹਨਾਂ ਦਾ ਕੀ ਰੋਲ ਹੈਗਾ? ਇਹਦੇ 'ਚ ਨਾ ਇਹ ਚੀਜ਼ ਹੈਗੀ ਕਿ ਜਦੋਂ ਅਸੀਂ ਇਹ ਵਾਲੇ ਆਨਲਾਈਨ ਸੋਸ਼ਲ ਮੀਡੀਆ ਪਲੇਟਫਾਰਮ ਦੀ ਗੱਲ ਕਰਦੇ ਹਾਂ, ਜਿਵੇਂ ਸਨੈਪਚੈਟ ਜਾਂ ਇੰਸਟਾਗ੍ਰਾਮ ਵਗੈਰਾ ਜਾਂ ਫੇਸਬੁੱਕ ਵਗੈਰਾ, ਉਹਦੇ ਵਿੱਚ ਇਹ ਹੈਗਾ ਕਿ ਜਦੋਂ ਮੈਂ ਆਪਣੀ ਜਿਹੜੀ ਬਿਊਟੀ ਦੀ ਇਮੇਜ ਕਿਸੇ ਦੇ ਸਾਹਮਣੇ ਪ੍ਰੈਜ਼ੈਂਟ ਕਰਨੀ ਹੈਗੀ ਆ, ਉਹਨੂੰ ਮੈਂ ਕੰਟਰੋਲ ਕਰ ਸਕਦੀ ਹੈਗੀ ਕਿ ਜਿਹੜਾ ਪਹਿਲਾਂ ਵਾਲਾ ਮੀਡੀਆ ਹੈਗਾ, ਜਿਹੜਾ ਅਖਬਾਰਾਂ ਦੇ ਥਰੂ ਤੁਹਾਡੇ ਕੋਲੇ ਆ ਰਿਹਾ ਹੈਗਾ, ਉਹ ਇੱਕ ਤੁਸੀਂ ਚੀਜ਼ ਤੁਹਾਡੇ ਸਾਹਮਣੇ ਪਰੋਸੀ ਜਾ ਰਹੀ ਹੈ, ਤੁਸੀਂ ਉਹਦੇ ਤੋਂ ਪ੍ਰਭਾਵਿਤ ਹੋ ਰਹੇ ਹੋ ਤੇ ਉਹਦੇ ਵਿੱਚੋਂ ਤੁਸੀਂ ਚੂਜ਼ ਕਰ ਰਹੇ ਹੋ। ਲੇਕਿਨ ਹੁਣ ਵਾਲੇ ਜਿਹੜਾ ਇਹਦੇ ਵਿੱਚ ਜਿਹੜੀ ਟ੍ਰੈਡੀਸ਼ਨਲ ਫਾਰਮ ਆਫ ਮੀਡੀਆ ਤੇ ਜਿਹੜਾ ਹੁਣ ਵਾਲਾ ਇਹ ਵਾਲਾ ਮੀਡੀਆ ਹੈਗਾ, ਇਹਨਾਂ ਦੋਨਾਂ ਦੇ ਵਿੱਚ ਫਰਕ ਇਹ ਹੈਗਾ ਕਿ ਹੁਣ ਵਾਲਾ ਜਿਹੜਾ ਮੀਡੀਆ ਹੈਗਾ ਉਹਦੇ ਵਿੱਚ ਤੁਹਾਡੇ ਕੋਲੇ ਇੱਕ ਇਸ ਚੀਜ਼ ਦਾ ਕੰਟਰੋਲ ਹੈਗਾ ਕਿ ਤੁਸੀਂ ਆਪਣੀ ਸੁੰਦਰਤਾ ਕਿਸ ਤਰੀਕੇ ਦੇ ਨਾਲ ਦੂਜੇ ਨੂੰ ਦਿਖਾਉਣੀ ਹੈਗੀ, ਇਸ ਚੀਜ਼ ਨੂੰ ਤੁਸੀਂ ਕੰਟਰੋਲ ਕਰਦੇ ਹੋ। ਕਿਸ ਤਰੀਕੇ ਦੇ ਨਾਲ ਕੰਟਰੋਲ ਕਰਦੇ ਹੋ? ਮੈਂ ਐਗਜ਼ਾਮਪਲ ਲਵਾਂਗੀ ਸਨੈਪਚੈਟ ਦੀ। ਸਨੈਪਚੈਟ ਦੇ ਵਿੱਚ ਹੁਣ ਇਹ ਹੈਗਾ ਕਿ ਉਹਦੇ 'ਚ ਬਹੁਤ ਸਾਰੇ ਫਿਲਟਰਸ ਲੱਗੇ ਨੇ, ਠੀਕ ਹੈ। ਕਿ ਮੰਨ ਲਓ 100 ਫਿਲਟਰਸ ਨੇ, ਉਹ 100 ਫਿਲਟਰਸ ਦੇ ਵਿੱਚੋਂ ਤੁਸੀਂ ਚੂਜ਼ ਕਰਦੇ ਹੋ, ਤੁਸੀਂ ਆਪਣੀ ਫੋਟੋ ਐਡਿਟ ਕਰਦੇ ਹੋ, ਫਿਰ ਜਿਹੜੀ ਉਹ 100 ਤੇ ਉਹਦੇ ਵਿੱਚ ਇਹ ਵੀ ਹੈਗਾ ਕਿ ਫਿਰ ਤੁਸੀਂ ਜੇ 100 ਫਿਲਟਰ ਚੂਜ਼ ਕੀਤੇ, ਤੁਸੀਂ 100 ਸੈਲਫੀਜ਼ ਲੈਣੇ ਵੀ ਹੈਗੇ, ਠੀਕ ਹੈ। ਉਹ 100 ਸੈਲਫੀਜ਼ ਦੇ ਵਿੱਚੋਂ ਜਿਹੜੀ ਪਬਲਿਕ ਦੇ ਵਿੱਚ ਜਾਊਗੀ ਜਾਂ ਜਿਹੜੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰੋਗੇ, ਉਹ ਜਿਹੜੀ ਕਿਹੜੀ ਜਾਊਗੀ? ਜਿਹੜੀ ਤੁਹਾਨੂੰ ਕੌਨਫੀਡੈਂਟ ਫੀਲ ਕਰਾਉਂਦੀ ਹੈਗੀ ਹੈ, ਜਿਹੜੀ ਤੁਹਾਨੂੰ ਇਹ ਫੀਲ ਕਰਾਉਂਦੀ ਹੈਗੀ ਹੈ ਕਿ ਜਿਹੜੀ ਆਈਡੀਅਲ ਫਾਰਮ ਆਫ ਬਿਊਟੀ ਜਾਂ ਇਮੇਜ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈਗੀ ਆ, ਕਿਤੇ ਨਾ ਕਿਤੇ ਉਹਦੇ ਨੇੜੇ ਹੈਗੀ ਇਹ, ਤੇ ਇਸ ਕਰਕੇ ਤੁਸੀਂ ਉਹ ਚੀਜ਼ ਨੂੰ ਪੇਸ਼ ਕਰੋਗੇ। ਤਾਂ ਮੈਂ ਕਹਿ ਰਹੀ ਹਾਂ ਕਿ ਇਹ ਇੱਕ ਕੰਟਰੋਲ ਹੈਗਾ, ਤੁਸੀਂ ਕਿਵੇਂ ਦਿਖਣਾ ਚਾਹੁੰਦੇ, ਦੂਜਾ ਬੰਦਾ ਤੁਹਾਨੂੰ ਕਿਵੇਂ ਪਰਸੀਵ ਕਰੇ, ਤੁਸੀਂ ਡਿਸਾਈਡ ਕਰਦੇ ਹੋ। ਇਹ ਤੁਸੀਂ ਐਡਿਟ ਕਰ ਲਓਗੇ ਆਪਣੀ ਫੋਟੋ, ਥੋੜਾ ਉਹਦੇ 'ਚ ਹੋਰ ਗਲੈਮਰ ਲੈ ਕੇ ਆਉਂਗੇ, ਤੁਸੀਂ ਉਹਨੂੰ ਹੋਰ ਤਰੀਕੇ ਦੇ ਨਾਲ ਐਡਿਟ ਕਰੋਗੇ, ਤੇ ਇਹ ਇਸ ਕਰਕੇ ਜਿਹੜਾ ਇਹ ਵਾਲਾ ਫਾਰਮ ਆਫ ਮੀਡੀਆ ਹੈਗਾ, ਇਹ ਜ਼ਿਆਦਾ ਇੰਟਰੈਕਟਿਵ ਹੈਗਾ ਕਿਉਂਕਿ ਇਹਦੇ 'ਚ ਸਾਡੀ ਪਾਰਟਿਸਿਪੇਸ਼ਨ ਜ਼ਿਆਦਾ ਹੈਗੀ ਹੈ। ਕਿਵੇਂ ਪਾਰਟਿਸਿਪੇਸ਼ਨ ਜ਼ਿਆਦਾ ਹੈਗੀ ਹੈ? ਕਿ ਇੱਕ ਤਾਂ ਇਹ ਹੈਗਾ ਕਿ ਜਿਹੜੀਆਂ ਸਾਡੇ ਸਾਹਮਣੇ ਹੁਣ ਇਮੇजेस ਆ ਰਹੀਆਂ ਨੇ, ਠੀਕ ਹੈ, ਆਈਡੀਅਲ ਬਿਊਟੀ ਦੀਆਂ ਇਮੇजेस ਆ ਰਹੀਆਂ ਨੇ, ਉਹ ਸਿਰਫ ਐਕਟਰਸ ਜਾਂ ਐਕਟ੍ਰੈਸਿਸ ਦੀਆਂ ਇਮੇजेस ਨਹੀਂ ਹੈਗੀਆਂ, ਠੀਕ ਹੈ। ਕਿ ਤੁਸੀਂ ਇਹ ਦੇਖ ਲਿਆ ਕਿ ਸ਼ਿਲਪਾ ਸ਼ੈਟੀ ਕਿਸ ਤਰ੍ਹਾਂ ਦਿਖ ਰਹੀ ਹੈ, ਤੁਸੀਂ ਇਹ ਦੇਖ ਲਿਆ ਕਿ ਕੈਟਰੀਨਾ ਕੈਫ ਕਿਸ ਤਰ੍ਹਾਂ ਦਿਖ ਰਹੀ ਹੈ। ਨੋ ਡਾਊਟ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਤੇ ਤੁਹਾਨੂੰ ਪ੍ਰਭਾਵਿਤ ਵੀ ਕਰਦੀਆਂ ਨੇ, ਪਰ ਇਹਦੇ ਨਾਲ ਨਾਲ ਇਹ ਇਮੇਜ ਵੀ ਐਗਜ਼ਿਸਟ ਕਰਦੀ ਹੈਗੀ ਆ ਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਤੁਹਾਡੇ ਨਾਲ ਵਾਲੇ ਗਰੁੱਪ ਨੇ ਜਾਂ ਤੁਹਾਡੇ ਕਲੋਜ਼ ਫਰੈਂਡਸ ਹੈਗੇ ਨੇ, ਉਹ ਵੀ ਐਗਜ਼ਿਸਟ ਕਰ ਰਹੇ ਨੇ ਤੇ ਉਹ ਵੀ ਆਪਣੀਆਂ ਫੋਟੋਆਂ ਪੋਸਟ ਕਰ ਰਹੇ ਨੇ, ਤੇ ਉਹ ਫੋਟੋਆਂ ਦੇ ਉੱਤੇ ਕਿੰਨੇ ਲਾਈਕਸ ਆ ਰਹੇ ਨੇ, ਕਿੰਨੇ ਕਮੈਂਟਸ ਆ ਰਹੇ ਨੇ, ਇਹ ਤੁਹਾਨੂੰ ਫੀਲ ਕਰਾਉਂਦਾ ਹੈਗਾ ਕਿ ਤੁਹਾਡੀ ਕੋਈ ਵੈਲਿਊ ਹੈਗੀ ਹੈ, ਤੁਹਾਡੀ ਸੈਲਫ ਵਰਥ ਹੈਗੀ ਹੈ।
ਠੀਕ ਹੈ, ਤੁਹਾਨੂੰ ਇੰਪੋਰਟੈਂਟ ਫੀਲ ਕਰਾਉਂਦੀ ਹੈ ਇਹ ਚੀਜ਼। ਤੇ ਉਹ ਲਾਈਕਸ ਤੇ ਕਮੈਂਟਸ ਜਦੋਂ ਉਹ ਸੈਲਫ ਵਰਥ ਨੂੰ ਵਧਾਉਂਦੇ ਨੇ, ਤੁਸੀਂ ਉਸ ਚੀਜ਼ ਦੇ ਵਿੱਚ ਹੋਰ ਇੰਡਲਜ ਕਰ ਦਿੰਦੇ ਹੋ, ਕਿਉਂਕਿ ਤੁਹਾਨੂੰ ਇੱਕ ਸਵੀਕ੍ਰਿਤੀ ਮਿਲ ਰਹੀ ਹੈ ਦੂਸਰੇ ਤੋਂ। ਤੇ ਉਹ ਸਵੀਕ੍ਰਿਤੀ ਸਿਰਫ ਇਹ ਨਹੀਂ ਹੈਗਾ ਕਿ ਜਿਹੜੀਆਂ ਐਕਟਰਸ ਜਾਂ ਐਕਟਰੈਸਿਸ ਦੀਆਂ ਇਮੇजेस ਤੁਹਾਡੇ ਕੋਲੇ ਆ ਰਹੀਆਂ ਨੇ, ਤੁਹਾਡੇ ਨਾਲ ਵਾਲੇ ਜਿਹੜੇ ਗਰੁੱਪ ਦੇ ਬੰਦੇ ਨੇ ਜਾਂ ਔਰਤਾਂ ਨੇ, ਉਹ ਉਹਨਾਂ ਫੋਟੋਆਂ ਨੂੰ ਪੋਸਟ ਕਰ ਰਹੇ ਨੇ, ਤੇ ਉਹ ਤੇ ਤੁਸੀਂ ਆਪਣੇ ਆਪ ਨੂੰ ਉਹਨਾਂ ਦੇ ਤੁਲਨਾਤਮਕ ਦੇਖਦੇ ਹੋ, ਠੀਕ ਹੈ। ਇਹ ਜਿਹੜੀ ਤੁਲਨਾ ਆਉਂਦੀ ਹੈਗੀ ਆ, ਹੁਣ ਉਹ ਤੁਲਨਾ ਦੇ ਵਿੱਚੋਂ ਵੀ ਫਿਰ ਇੱਕ ਅਸੰਤੋਸ਼ ਪੈਦਾ ਹੁੰਦਾ ਹੈਗਾ, ਕਿਉਂਕਿ ਉਹਦੇ ਵਿੱਚ ਵੀ ਇੱਕ ਆਦਰਸ਼ਕ ਜਿਹੜੀ ਉਹ ਚੀਜ਼ ਐਗਜ਼ਿਸਟ ਕਰਦੀ ਹੈਗੀ ਕਿ ਮੈਂ ਇਸ ਸਟੈਂਡਰਡ ਨੂੰ ਲਿਵ ਅਪ ਕਰਨਾ ਹੈਗਾ, ਠੀਕ ਹੈ। ਤੇ ਉਹ ਇਸ ਕਰਕੇ ਤੁਸੀਂ ਉਸ ਤਰੀਕੇ ਦੀਆਂ ਇਮੇजेस ਨੂੰ ਜਿਹੜਾ ਹੈਗਾ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ। ਇਹਦੇ ਚ ਨਾ ਇੱਕ ਬੜੀ ਜਿਹੜੀ ਇੱਕ ਗੱਲ ਮੈਨੂੰ ਪਿੱਛੇ ਜੇ ਪਤਾ ਲੱਗੀ ਹੋਈ ਸੀਗੀ ਕਿ ਜਿਵੇਂ ਰਾਏਪੁਰ ਜਿਹੜਾ ਛੱਤੀਸਗੜ੍ਹ ਹੈਗਾ, ਉੱਥੇ ਜਿਹੜੀ ਪਲਾਸਟਿਕ ਸਰਜਰੀ ਵਾਲਾ ਜਿਹੜਾ ਬਿਜ਼ਨਸ ਹੈਗਾ, ਅੱਜ ਇਹ ਪਿਛਲੇ ਕੁਝ ਸਮੇਂ ਤੋਂ ਬਹੁਤ ਪ੍ਰੋਲੀਫਰੇਟ ਕਰ ਰਿਹਾ ਹੈਗਾ। ਤੇ ਉਹਦੇ ਵਿੱਚ ਜਿਹੜੇ ਉੱਥੇ ਮਾਹਿਰ ਨੇ ਜਾਂ ਡਾਕਟਰਸ ਨੇ, ਜਿਹੜੇ ਉਹਨਾਂ ਦੇ ਨਾਲ ਗੱਲਬਾਤ ਜਦੋਂ ਕੀਤੀ ਗਈ, ਤਾਂ ਉਹਦੇ ਚੋਂ ਇੱਕ ਬੜਾ ਸ਼ੌਕਿੰਗ ਫੈਕਟਰ ਇਹ ਆਇਆ ਸੀਗਾ ਕਿ ਬਹੁਤ ਸਾਰੇ ਜਿਹੜੇ ਯੰਗਸਟਰਸ ਜਿਹੜੇ ਡਾਕਟਰਸ ਦੇ ਕੋਲ ਆਉਂਦੇ ਨੇ, ਤੇ ਉਹਨਾਂ ਦੇ ਵਿੱਚੋਂ ਜ਼ਿਆਦਾ ਜਿਹੜੀ ਗਿਣਤੀ ਹੈਗੀ ਉਹ ਲੜਕੀਆਂ ਦੀ ਹੈਗੀ ਹੈ। ਉਹਨਾਂ ਦੀ ਏਜ ਲਿਮਿਟ ਜਿਹੜੀ ਹੈਗੀ ਉਹ 19 ਸਾਲ ਤੋਂ ਲੈ ਕੇ 29 ਸਾਲ ਤੱਕ ਦੇ ਜਿਹੜੇ ਯੰਗਸਟਰਸ ਹੈਗੇ ਨੇ, ਉਹ ਡਾਕਟਰਸ ਕੋਲੇ ਜਾ ਰਹੇ ਨੇ, ਆਪਣੀਆਂ ਹੀ ਫੋਟੋਆਂ ਲੈ ਕੇ, ਜਿਹੜੀਆਂ ਉਹਨਾਂ ਨੇ ਸਨੈਪਚੈਟ ਤੇ ਐਡਿਟ ਕੀਤੀਆਂ ਹੋਈਆਂ ਨੇ ਕਿ ਮੈਂ ਇਸ ਤਰੀਕੇ ਦਾ ਲੱਗਣਾ ਹੈਗਾ, ਤੇ ਉਹਦੇ ਬੇਸਿਸ ਤੇ ਆਪਣੇ ਅਲੱਗ-ਅਲੱਗ ਬਾਡੀ ਪਾਰਟਸ ਨੂੰ ਮੋਡੀਫਾਈ ਕਰ ਰਹੇ ਨੇ, ਵੀ ਪਲਾਸਟਿਕ ਸਰਜਰੀ ਕਰਵਾ ਰਹੇ ਨੇ, ਤਾਂ ਕਿ ਜਿਹੜੀ ਤੁਹਾਡੀ ਪ੍ਰੈਜ਼ੈਂਟ ਦਿੱਖ ਹੈਗੀ ਆ ਉਹਦੇ ਨਾਲ ਤੁਸੀਂ ਉਸ ਤੋਂ ਸੰਤੁਸ਼ਟ ਨਹੀਂ ਹੈਗੇ, ਤੁਸੀਂ ਇੱਕ ਹੋਰ ਆਪਣਾ ਫਾਰਮ ਦੇਖਦੇ ਹੈਗੇ ਆ, ਤੇ ਤੁਸੀਂ ਉਸ ਫਾਰਮ ਦੇ ਹਿਸਾਬ ਨਾਲ ਜਿਉਣਾ ਚਾਹੁੰਦੇ, ਇਸ ਕਰਕੇ ਤੁਸੀਂ ਕੋਈ ਵੀ ਰਿਸਕ ਲੈਣ ਦੇ ਲਈ ਤਿਆਰ ਹੋ, ਤੁਸੀਂ ਹੈਲਥ ਦੇ ਲੈਵਲ ਤੇ ਵੀ ਰਿਸਕ ਲੈਣ ਦੇ ਲਈ ਤਿਆਰ ਹੋ। ਹੁਣ ਇੱਕ ਤਾਂ ਇਹ ਪਲਾਸਟਿਕ ਸਰਜਰੀ ਵਾਲਾ ਜਿਹੜਾ ਇਸ਼ੂ ਆ ਗਿਆ, ਇਹਦੇ ਵਿੱਚ ਹੀ ਜਿਹੜਾ ਕੀ ਕਹਿੰਦੇ ਆ, ਇੱਕ ਹੋਰ ਜਿਹੜੀ ਉਹ ਆਉਂਦੀ ਹੈਗੀ ਆ ਕਿ ਈਟਿੰਗ ਡਿਸਆਰਡਰਸ ਜਿਹੜੇ ਸਾਡੇ ਹੈਗੇ, ਕਿ ਅਸੀਂ ਖਾਸ ਤਰੀਕੇ ਦੀ ਦਿੱਖ ਲੈਣ ਦੇ ਲਈ ਅਸੀਂ ਖਾਣਾ ਪੀਣਾ ਛੱਡ ਦਿੰਦੇ ਹੈਗੇ ਆ, ਅਸੀਂ ਡਾਈਟਿੰਗ ਚ ਇੰਡਲਜ ਕਰ ਦਿੰਦੇ ਆ। ਹੁਣ ਜਦੋਂ ਮੈਂ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰ ਰਹੀ ਹੈਗੀ ਆ, ਇੱਥੋਂ ਹੀ ਇਹ ਜਿਹੜਾ ਜਿਮ ਕਲਚਰ ਵਾਲਾ ਹੈਗਾ, ਇਹ ਜਿਹੜਾ ਬਹੁਤ ਇੰਪੋਰਟੈਂਟ ਇਹਨੇ ਰੋਲ ਪਲੇ ਕੀਤਾ ਹੈਗਾ, ਜਾਂ ਪਿਛਲੇ ਸਮੇਂ ਦੇ ਵਿੱਚ ਜ਼ਿਆਦਾ ਲਾਈਮਲਾਈਟ ਦੇ ਵਿੱਚ ਆਇਆ ਹੈਗਾ। ਪਰ ਜਦੋਂ ਮੈਂ ਇਹ ਸਾਰੀ ਚੀਜ਼ ਦੀ ਗੱਲ ਕਰ ਰਹੀ ਹੈਗੀ ਆ, ਇਹਦਾ ਮਤਲਬ ਇਹ ਬਿਲਕੁਲ ਵੀ ਨਾ ਲਿਆ ਜਾਵੇ ਕਿ ਮੈਂ ਜਿਹੜੀ ਫਿਟਨੈਸ ਹੈਗੀ ਹੈ ਜਾਂ ਤੁਸੀਂ ਹੈਲਦੀ ਲੱਗਣਾ ਹੈਗਾ, ਉਸ ਚੀਜ਼ ਦੇ ਅਗੇਂਸਟ ਗੱਲ ਕਰ ਰਹੀ ਹਾਂ। ਮਤਲਬ ਕਿ ਬੇਸਿਕ ਪੁਆਇੰਟ ਇੱਥੇ ਇਹ ਹੈਗਾ ਕਿ ਕੀ ਤੁਸੀਂ ਆਪਣੇ ਆਪ ਨਾਲ ਕੰਫਰਟੇਬਲ ਹੈਗੇ ਹੋ, ਕੀ ਤੁਸੀਂ ਜੋ ਤੁਸੀਂ ਸਿਹਤਮੰਦ ਹੈਗੇ ਹੋ, ਤੇ ਤੁਸੀਂ ਉਸ ਤਰੀਕੇ ਦੇ ਨਾਲ ਆਪਣਾ ਲਾਈਫ ਸਟਾਈਲ ਜਿਉ ਰਹੇ ਹੋ ਕਿ ਤੁਹਾਨੂੰ ਆਪਣੇ ਆਪ ਨਾਲ ਸੰਤੁਸ਼ਟੀ ਹੈਗੀ ਆ। ਜੇ ਤਾਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਐਕਸਰਸਾਈਜ਼ ਵੀ ਆਉਂਦੀ ਹੈ, ਉਹਦੇ ਵਿੱਚ ਜਿਮ ਕਲਚਰ ਵੀ ਆਉਂਦਾ, ਉਹ ਸਾਰਾ ਕੁਝ ਆਉਂਦਾ ਹੈਗਾ। ਪਰ ਜਦੋਂ ਉਹ ਚੀਜ਼ ਇੱਕ ਓਪਰੇਸ਼ਨ ਦਾ ਕਾਰਨ ਬਣ ਜਾਂਦੀ ਹੈਗੀ ਆ ਕਿ ਕੁਝ ਸਰਟਨ ਬਿਊਟੀ ਸਟੈਂਡਰਡਸ ਹੈਗੇ ਨੇ ਜਿਨ੍ਹਾਂ ਦੇ ਹਿਸਾਬ ਨਾਲ ਤੁਸੀਂ ਆਪਣੇ ਆਪ ਨੂੰ ਮੋਡੀਫਾਈ ਕਰਨਾ, ਫਿਰ ਉਹ ਚੀਜ਼ ਪ੍ਰੋਬਲਮੈਟਿਕ ਹੋ ਜਾਂਦੀ ਹੈ। ਇਸ ਕਰਕੇ ਮੈਂ ਇਹਦੀ ਐਗਜ਼ਾਮਪਲ ਜਿਹੜੀ ਲੈ ਰਹੀ ਹੈਗੀ ਆ। ਤੇ ਹੁਣ ਮੈਂ ਇਹਦੇ ਨਾਲ ਮੂਵ ਕਰੂੰਗੀ। ਜਿਹੜਾ ਨੈਕਸਟ ਪਾਰਟ ਜਿਹੜਾ ਉਹ ਹੈਗਾ ਕਿ ਇਹਦੇ ਚ ਬਿਊਟੀ ਇੰਡਸਟਰੀ ਕਿਵੇਂ ਰੋਲ ਪਲੇ ਕਰਦੀ ਹੈਗੀ ਆ। ਹੁਣ ਇਹਦੀ ਜਿਹੜੀ ਮੈਕਸਿਮਮ ਬੈਕਗਰਾਉਂਡ ਹੈਗੀ ਉਹਦੇ ਬਾਰੇ ਮੈਂ ਡਿਸਕਸ ਕਰ ਲਿਆ ਕਿ ਜਿਹੜੀ ਉਹ ਡਿਜ਼ਾਇਰ ਹੈਗੀ ਆ, ਜਿਹੜੀ ਉਹ ਐਸਪੀਰੇਸ਼ਨ ਹੈਗੀ ਹੈ ਖੂਬਸੂਰਤ ਲੱਗਣ ਦੀ, ਉਹ ਸਾਰਿਆਂ ਚ ਹੈਗੀ ਆ, ਠੀਕ ਹੈ। ਉਹਨੂੰ ਸੋਸ਼ਲ ਸਟੈਂਡਰਡ ਦੇ ਨੋਰਮਸ ਦੇ ਹਿਸਾਬ ਨਾਲ, ਸੋਸ਼ਲ ਸਟਰਕਚਰ ਦੇ ਹਿਸਾਬ ਨਾਲ ਕਿਸ ਤਰੀਕੇ ਦੇ ਨਾਲ ਉਹਦੀ ਬਣਤਰ ਕੀਤੀ ਜਾਂਦੀ ਹੈਗੀ ਆ, ਉਹਦੇ ਬਾਰੇ ਗੱਲ ਕੀਤੀ ਹੈਗੀ ਆ ਮੈਂ। ਉਹਨੂੰ ਸੋਸ਼ਲ ਮੀਡੀਆ ਹੋਰ ਕਿਸ ਤਰੀਕੇ ਦੇ ਨਾਲ ਮਜ਼ਬੂਤ ਕਰਦਾ, ਉਹਦੇ ਬਾਰੇ ਮੈਂ ਗੱਲ ਕੀਤੀ ਹੈਗੀ ਆ। ਤਾਂ ਉਹਦੇ ਵਿੱਚ ਇੱਥੇ ਬਿਊਟੀ ਇੰਡਸਟਰੀ ਜਿਹੜੀ ਹੈਗੀ ਉਹ ਬਹੁਤ ਰੋਲ ਪਲੇ ਕਰਦੀ ਹੈਗੀ ਆ, ਕਿਉਂਕਿ ਤੁਹਾਨੂੰ ਖਾਸ ਤਰੀਕੇ ਦੀ ਇੱਕ ਇਮੇਜ ਚਾਹੀਦੀ ਹੈ। ਇਸ ਕਰਕੇ ਤੁਹਾਨੂੰ ਉਸ ਤਰੀਕੇ ਦੇ ਪ੍ਰੋਡਕਟ ਦਿੱਤੇ ਜਾਂਦੇ ਨੇ, ਤੇ ਉਹਦੇ ਵਿੱਚ ਹੀ ਫਿਰ ਜਿਹੜਾ ਇਹ ਕਾਸਮੈਟਿਕ ਸਰਜਰੀ ਹੈ, ਉਹਦੇ ਵਿੱਚ ਜਿਹੜੀਆਂ ਕਾਸਮੈਟਿਕ ਪ੍ਰੋਡਕਟਸ ਨੇ, ਉਹਦੇ ਇਹ ਜਿਹੜੀਆਂ ਪ੍ਰੋਮੀਨੈਂਟ ਫਾਰਮ ਲੈ ਜਾਂਦੀਆਂ ਨੇ। ਜਿਵੇਂ ਉਹਦੇ ਚ ਇਹ ਹੁੰਦਾ ਹੈਗਾ ਕਿ ਜਦੋਂ ਤੁਸੀਂ, ਜਿਹੜੀ ਮੈਂ ਪਹਿਲਾਂ ਗੱਲ ਕਰਕੇ ਆਈ ਹੈਗੀ ਕਿ ਤੁਸੀਂ ਆਪਦੇ ਆਪ ਨੂੰ ਦੂਜੇ ਦੇ ਪ੍ਰਤੀ ਐਕਸੈਪਟੇਬਲ ਦਿਖਾਉਣਾ ਹੈਗਾ ਕਿ ਹਾਂ ਤੁਹਾਨੂੰ ਸਵੀਕਾਰ ਕੀਤਾ ਜਾ ਰਿਹਾ ਹੈਗਾ, ਤੇ ਜਿਹੜੀ ਤੁਹਾਡੀ ਫਿਜ਼ੀਕਲ ਦਿੱਖ ਹੈਗੀ ਆ ਉਹ ਦੇਖਣ ਵਾਲਾ ਹੁਣ ਉਹਦੇ ਵਿੱਚ ਸਮਾਜ ਵੀ ਹੈਗਾ, ਉਹਦੇ ਵਿੱਚ ਮੇਲ ਵੀ ਹੈਗਾ, ਠੀਕ ਹੈ। ਉਹਨੂੰ ਇੱਕ ਸਵੀਕ੍ਰਿਤੀ ਮਿਲਦੀ ਹੈਗੀ ਆ। ਤਾਂ ਉਹਦੇ ਵਿੱਚ ਜਿਹੜੀ ਬਿਊਟੀ ਇੰਡਸਟਰੀ ਇਸ ਵਾਲੀ ਜਿਹੜੀ ਡਿਜ਼ਾਇਰ ਹੈਗੀ ਇਹਦੇ ਤੇ ਬਹੁਤ ਪਲੇ ਕਰਦੀ ਹੈਗੀ ਆ। ਜਿਵੇਂ ਇਹਦੇ ਚ ਨਾ 1991 ਦੇ ਵਿੱਚ ਨਾਓਮੀ ਵੋਲਫ ਦੀ ਇੱਕ ਕਿਤਾਬ ਆਈ ਸੀਗੀ ਦ ਬਿਊਟੀ ਮਿਥ। ਉਹਦੇ ਵਿੱਚ ਉਹ ਗੱਲ ਕਰਦੀ ਹੈ ਵੀ ਜਿਹੜੀਆਂ
ਜਿਹੜੀ ਸੁੰਦਰਤਾ ਦੀ ਜਿਹੜੀ ਜਿੰਨੀ ਤਸਵੀਰਕਸ਼ੀ ਸਾਡੇ ਸਾਹਮਣੇ ਕੀਤੀ ਜਾਂਦੀ ਹੈਗੀ ਆ, ਇਹ ਪੂਰਾ ਇੱਕ ਮਿਥ ਹੈਗਾ, ਇਹਦੇ ਚ ਕੋਈ ਸਚਾਈ ਨਹੀਂ ਹੈਗੀ। ਉਹ ਜਿਹੜੀਆਂ ਇਮੇजेस ਸਾਡੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਨੇ, ਜਿਹੜਾ ਉਹ ਸੁੰਦਰਤਾ ਦਾ ਪੈਮਾਨਾ ਸਾਡੇ ਸਾਹਮਣੇ ਦਿਖਾਇਆ ਜਾਂਦਾ ਹੈਗਾ, ਉਹ ਅਸਲ ਦੇ ਵਿੱਚ ਤਾਂ ਕਿਤੇ ਵੀ ਪਿਆ ਨਹੀਂ ਹੈਗਾ। ਠੀਕ ਹੈ, ਉਹ ਇਸ ਕਰਕੇ ਮਤਲਬ ਤੁਹਾਨੂੰ ਪ੍ਰੈਜੈਂਟ ਕੀਤਾ ਜਾਂਦਾ ਹੈਗਾ ਕਿਉਂਕਿ ਬਿਊਟੀ ਇੰਡਸਟਰੀ ਜਿਹੜੀ ਹੈਗੀ ਆ, ਉਹਦਾ ਤਾਂ ਮਤਲਬ ਲੱਖਾਂ ਡਾਲਰ ਦਾ ਕਾਰੋਬਾਰ ਹੈਗਾ, ਉਹਨਾਂ ਨੇ ਆਪਣਾ ਕਾਰੋਬਾਰ ਚਲਾਉਣਾ ਹੈਗਾ, ਤੇ ਉਹਦੇ ਵਿੱਚ ਫਿਰ ਜਿਹੜਾ ਸਾਡੇ ਲਈ ਕੁਝ ਆਈਡੀਅਲ ਇਮੇजेस ਪ੍ਰੈਜੈਂਟ ਕੀਤੀਆਂ ਜਾਂਦੀਆਂ ਨੇ ਤਾਂ ਕਿ ਅਸੀਂ ਉਹਨਾਂ ਆਈਡੀਅਲ ਇਮੇजेस ਦੇ ਹਿਸਾਬ ਨਾਲ ਆਪਣੀ ਜਿਹੜੀ ਜ਼ਿੰਦਗੀ ਜਿਉਈਏ। ਤੇ ਫਿਰ ਇੱਥੇ ਉਹ ਚੀਜ਼ ਆਉਂਦੀ ਹੈ ਜਿਹੜੀ ਜਿਹਦੇ ਬਾਰੇ ਮੈਂ ਪਹਿਲਾਂ ਗੱਲ ਕਰਕੇ ਆਈ ਹਾਂ ਕਿ ਤੁਸੀਂ ਉਸ ਆਈਡੀਅਲ ਦੇ ਹਿਸਾਬ ਨਾਲ ਜ਼ਿੰਦਗੀ ਜਿਉਣੀ ਹੈਗੀ, ਤੇ ਦੂਸਰਾ ਜਿਹੜਾ ਸਟੇਟਸ ਕੋ ਮੇਨਟੇਨ ਕਰਨਾ ਹੈਗਾ ਕਿ ਜਿਹੜੀਆਂ ਔਰਤਾਂ ਨੇ ਉਹ ਇਸੇ ਚੀਜ਼ ਦੇ ਵਿੱਚ ਉਲਝੀਆਂ ਰਹਿਣ। ਹੁਣ ਇੱਥੇ ਜਿਹੜੇ ਜਿਵੇਂ ਇਹ ਜਿਹੜਾ ਸੈਲੂਨ ਕਲਚਰ ਹੈ ਜਾਂ ਇਹ ਸਾਰਾ ਜਿਹੜਾ ਹੈਗਾ ਬਹੁਤ ਰੋਲ ਪਲੇ ਕਰਦਾ, ਕਿਉਂਕਿ ਤੁਸੀਂ ਆਪਣੇ ਆਪ ਨੂੰ ਐਕਸੈਪਟੇਬਲ ਦਿਖਾਉਣਾ ਹੈਗਾ ਤਾਂ ਤੁਸੀਂ ਉਹ ਸਾਰੀ ਚੀਜ਼ 'ਚ ਇੰਡਲਜ ਕਰ ਦੇਂਗੇ। ਉਹਦੇ ਵਿੱਚ ਮੇਕਅਪ ਇੰਡਸਟਰੀ, ਉਹਦੇ ਵਿੱਚ ਜਿਹੜਾ ਖਾਸ ਤਰੀਕੇ ਦੀ ਦੇਖੋ, ਉਹਦੇ 'ਚ ਵੈਕਸਿੰਗ ਜਿਹੜਾ ਹੈਗਾ, ਇਹ ਸਾਰੀ ਚੀਜ਼ ਜਿਹੜੀ ਹੈਗੀ ਆ ਖਾਸ ਰੋਲ ਪਲੇ ਕਰਦੀ ਹੈਗੀ ਆ। ਹੁਣ ਇਹਦੇ 'ਚ ਨਾ ਮੈਂ ਸਾਰੀ ਚੀਜ਼ ਬਾਰੇ ਗੱਲ ਕਰਕੇ ਆਈ ਹਾਂ, ਅਸੀਂ ਸਮਾਜ ਦੀ ਏਜੰਸੀ ਬਾਰੇ ਇਹ ਸਾਰੀਆਂ ਚੀਜ਼ਾਂ ਬਾਰੇ ਗੱਲ ਕੀਤੀ ਆ, ਪਰ ਇੱਥੇ ਇਹ ਗੱਲ ਕਰਨਾ ਵੀ ਬਹੁਤ ਜ਼ਰੂਰੀ ਹੈਗਾ ਕਿ ਔਰਤਾਂ ਜਿਹੜੀਆਂ ਹੈਗੀਆਂ ਨੇ, ਜੋ ਇਹ ਸਾਰੀ ਪਰਸੈਪਸ਼ਨ ਜਿਹੜੀਆਂ ਆਈਡੀਅਲ ਬਿਊਟੀ ਦੀਆਂ ਇਮੇजेस ਨੂੰ ਜੋ ਗ੍ਰਹਿਣ ਕਰ ਰਹੀਆਂ ਨੇ, ਉਹਨਾਂ ਦੇ ਵਿੱਚ ਉਹਨਾਂ ਦੀ ਆਪਣੀ ਕੀ ਰਿਸਪੌਂਸਿਬਿਲਿਟੀ ਬਣਦੀ ਹੈਗੀ ਹੈ ਕਿ ਉਹ ਸਿਰਫ ਉਹਨਾਂ ਨੂੰ ਉਸ ਜਿਹੜੀਆਂ ਉਹ ਇਮੇजेस ਤੁਹਾਡੇ ਸਾਹਮਣੇ ਪਰੋਸੀਆਂ ਜਾ ਰਹੀਆਂ ਨੇ ਕਿ ਉਹਦੇ ਵਿੱਚ ਉਹਨੂੰ ਸਿਰਫ ਪੈਸਿਵਲੀ ਰਿਸੀਵ ਕਰ ਰਹੀਆਂ ਨੇ ਜਾਂ ਫਿਰ ਉਹਨਾਂ ਦੀ ਆਪਣੀ ਕੋਈ ਭਾਗੀਦਾਰੀ ਹੈਗੀ ਹੈ ਤੇ ਉਹ ਭਾਗੀਦਾਰੀ ਦੇ ਬੇਸਿਸ ਤੇ ਉਹਨੂੰ ਕੁਐਸਚਨ ਕਰਨ ਦੀ ਵੀ ਕੋਸ਼ਿਸ਼ ਕਰਦੀਆਂ ਨੇ। ਤੇ ਉਹਦੇ ਨਾਲ ਹੀ ਜੁੜਿਆ ਫਿਰ ਜਿਹੜਾ ਅਗਲਾ ਪੁਆਇੰਟ ਜਿਹਦੇ ਬਾਰੇ ਮੈਂ ਬਿਲਕੁਲ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀਗੀ ਕਿ ਜਿਹੜਾ ਇੰਟੈਲੈਕਟ ਤੇ ਬਿਊਟੀ ਦਾ ਰਿਲੇਸ਼ਨਸ਼ਿਪ ਹੈਗਾ ਉਹ ਕਿਵੇਂ ਐਗਜ਼ਿਸਟ ਕਰਦਾ ਹੈਗਾ। ਜਿਵੇਂ ਉਹਦੇ 'ਚ ਨਾ ਮਤਲਬ ਕਿ ਜਿਵੇਂ ਦਾ ਸਿਸਟਮ ਸਾਡੇ ਸਾਹਮਣੇ ਪਰੋਸਿਆ ਜਾ ਰਿਹਾ, ਜਿਹਦੇ 'ਚ ਇੱਕ ਅਗਰੈਸਿਵ ਫਾਰਮ ਆਫ ਮਰਦਾਨਗੀ ਹੈਗੀ ਆ ਤੇ ਜਿਹੜੀ ਪੈਸਿਵ ਫਾਰਮ ਆਫ ਫੈਮਿਨਿਨਿਟੀ ਹੈਗੀ ਆ, ਪੈਸਿਵ ਫਾਰਮ ਆਫ ਜਿਹੜਾ ਔਰਤਪੁਣਾ ਅਸੀਂ ਗ੍ਰਹਿਣ ਕੀਤਾ ਹੈਗਾ, ਤੇ ਉਹ ਜਿਹੜੀ ਕਿਉਂਕਿ ਤੁਸੀਂ ਆਪਦੇ ਆਪ ਨੂੰ ਸਵੀਕਾਰ ਕਰਵਾਉਣਾ ਹੈਗਾ ਤਾਂ ਤੁਸੀਂ ਜਿਹੜੀ ਸਾਡਾ ਸਾਰਾ ਫੋਕਸ ਹੈਗਾ ਉਹ ਇਸ ਚੀਜ਼ ਤੇ ਲੱਗ ਜਾਂਦਾ ਹੈਗਾ ਕਿ ਅਸੀਂ ਆਪਣੀ ਫਿਜ਼ੀਕਲ ਅਪੀਅਰੈਂਸ ਨੂੰ ਬੈਟਰ ਕਿਵੇਂ ਕਰਨਾ ਹੈਗਾ। ਤੇ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਸ਼ਖਸੀਅਤ ਹੈਗੀ, ਆਪਣੀ ਜਿਹੜੀ ਹੋਂਦ ਹੈਗੀ ਆ, ਉਹਨੂੰ ਅਸੀਂ ਹੋਰ ਤਰੀਕੇ ਨਾਲ ਕਿਵੇਂ ਡਿਵੈਲਪ ਕਰ ਸਕਦੇ ਹੈਗੇ ਆ, ਆਪਣੀ ਫਿਜ਼ੀਕਲ ਦਿੱਖ ਨੂੰ ਛੱਡ। ਠੀਕ ਹੈ, ਉਹਦੇ ਵਿੱਚ ਸਾਡੀ ਇੰਟੈਲੈਕਚੁਅਲ ਡਿਵੈਲਪਮੈਂਟ ਜਿਹੜੀ ਹੈਗੀ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿ ਔਰਤਾਂ ਜਿਹੜੀਆਂ ਹੈਗੀਆਂ ਨੇ ਜਿਹੜਾ ਇੰਨਾ ਪ੍ਰੈਸ਼ਰ ਐਗਜ਼ਿਸਟ ਕਰਦਾ ਹੈਗਾ ਤੇ ਜਿਹੜਾ ਇੰਨਾ ਜਿਹੜੀ ਇੱਕ ਤਵੱਕੋ ਐਗਜ਼ਿਸਟ ਕਰਦੀ ਹੈ ਸਾਡੇ ਤੋਂ ਕਿ ਅਸੀਂ ਇਹਨਾਂ ਸਟੈਂਡਰਡਸ ਦੇ ਹਿਸਾਬ ਨਾਲ ਜਿਉਣਾ ਹੈਗਾ ਕਿ ਉਹਨਾਂ ਜਿਹੜੇ ਉਸ ਪ੍ਰੈਸ਼ਰ ਦੇ ਅਧੀਨ ਆ ਕੇ ਸਿਰਫ ਇਸ ਚੀਜ਼ ਦੇ ਵੱਲ ਮੂਵ ਕਰ ਜਾਂਦੀਆਂ ਨੇ ਕਿ ਸਾਡੇ ਲਈ ਫਿਜ਼ੀਕਲ ਅਪੀਅਰੈਂਸ ਇੰਪੋਰਟੈਂਟ ਹੈਗੀ ਆ। ਤੇ ਇਹ ਚੀਜ਼ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਐਗਜ਼ਿਸਟ ਕਰਦੀ ਹੈ ਤੇ ਇੱਕ ਕੌੜੀ ਸੱਚਾਈ ਹੈ ਜਿਹੜੀ ਸਾਨੂੰ ਮੰਨਣੀ ਪੈਣੀ ਹੈਗੀ ਹੈ। ਠੀਕ ਹੈ, ਤੇ ਦੂਸਰਾ ਜਿਹੜਾ ਹੈਗਾ ਜਦੋਂ ਇਹ ਚੀਜ਼ ਇਹਦੇ ਵਿੱਚ ਵੀ ਇੱਕ ਡਬਲ ਸਟੈਂਡਰਡ ਐਗਜ਼ਿਸਟ ਕਰਦਾ। ਇੱਕ ਤਾਂ ਇਹ ਹੈਗਾ ਕਿ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀ ਫਿਜ਼ੀਕਲ ਅਪੀਅਰੈਂਸ ਹੈਗੀ ਆ ਸਿਰਫ ਉਹਨੂੰ ਇੰਪੋਰਟੈਂਟ ਮੰਨ ਕੇ ਬਾਕੀ ਸਾਰੇ ਆਸਪੈਕਟ ਜਿਹੜੇ ਹੈਗੇ ਨੇ ਉਹਨੂੰ ਛੱਡ ਦਿੰਦੀਆਂ ਨੇ। ਠੀਕ ਹੈ, ਪਰ ਉਹਦੇ ਵਿੱਚ ਹੀ ਇੱਕ ਇਹ ਵੀ ਮੰਨਿਆ ਜਾਂਦਾ, ਇੱਕ ਇਹ ਚੀਜ਼ ਵੀ ਹੈਗੀ ਹੈ ਕਿ ਸਾਡੇ ਸਮਾਜ ਦੀ ਵੀ ਇਹ ਚੀਜ਼ ਹੈਗੀ ਹੈ ਕਿ ਜਿਹੜੀ ਔਰਤ ਜਿਹੜੀ ਸੋਹਣੀ ਹੈਗੀ ਆ ਉਹਦਾ ਇੰਟੈਲੈਕਟ ਦੇ ਨਾਲ ਜਾਂ ਉਹਦਾ ਬੌਧਿਕਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਜਿਵੇਂ ਮੈਂ ਇਹਦੇ 'ਚ ਇੱਕ ਐਗਜ਼ਾਮਪਲ ਲੈਂਦੀ ਹਾਂ, ਜਦੋਂ ਪਿਛਲੇ ਲੋਕ ਸਭਾ ਇਲੈਕਸ਼ਨ ਹੋਏ ਸੀਗੇ ਉਹਦੇ ਵਿੱਚ ਜਦੋਂ ਪ੍ਰਿਯੰਕਾ ਗਾਂਧੀ ਨੂੰ ਜਨਰਲ ਸੈਕਟਰੀ ਬਣਾਇਆ ਗਿਆ ਸੀਗਾ ਤਾਂ ਉਹਦੇ 'ਚ ਉੱਤਰ ਪ੍ਰਦੇਸ਼ ਦੇ ਵਿੱਚ ਬੀਜੇਪੀ ਤੇ ਸਮਾਜਵਾਦੀ ਪਾਰਟੀ ਦੇ ਕੁਝ ਜਿਹੜੇ ਨੇਤਾ ਸੀਗੇ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਕਾਂਗਰਸ ਜਿਹੜੀ ਹੈਗੀ ਆ ਉਹ ਚਾਕਲੇਟ ਟਾਈਪ ਚਿਹਰੇ ਨੂੰ ਸਾਹਮਣੇ ਲੈ ਕੇ ਆ ਰਹੀ ਹੈ ਜਾਂ ਇਹ ਕਿ ਕਾਂਗਰਸ ਦੀਆਂ ਜਿਹੜੀਆਂ ਰੈਲੀਆਂ ਨੇ ਉਹ ਭਰੀਆਂ ਹੋਣਗੀਆਂ ਕਿਉਂਕਿ ਘੱਟੋ ਘੱਟ ਇਹ ਹੈਗਾ ਕਿ ਜਿਹੜੇ ਲੋਕ ਆਉਣਗੇ ਉਹਨਾਂ ਨੂੰ ਇੱਕ ਸੋਹਣਾ ਚਿਹਰਾ ਦੇਖਣ ਨੂੰ ਮਿਲੂਗਾ। ਤੇ ਜਾਂ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਸਿਰਫ ਸੋਹਣੇ ਚਿਹਰੇ ਦੇ ਬੇਸਿਸ ਤੇ ਵੋਟਾਂ ਨਹੀਂ ਜਿੱਤੀਆਂ ਜਾਂਦੀਆਂ ਹੈਗੀਆਂ। ਹੁਣ ਇਹਦੇ 'ਚ ਵੀ ਇੱਕ ਦੋਗਲਾਪਨ ਇਹ ਐਗਜ਼ਿਸਟ ਕਰਦਾ ਕਿ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਐਕਟ੍ਰੈਸਿਸ ਨੂੰ ਲੈ ਕੇ ਆਉਂਦੀਆਂ ਨੇ ਆਪਣੀ ਫੋਲਡ ਦੇ ਵਿੱਚ ਤਾਂ ਕਿ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਕਿਉਂਕਿ ਉਹਨਾਂ ਦਾ ਇੱਕ ਬੇਸ ਬਣਿਆ ਹੋਇਆ ਹੈਗਾ। ਹੁਣ ਇਹ ਜਦੋਂ ਇਹ ਵਾਲੇ ਜਿਹੜੇ ਸਟੈਂਡਰਡ ਐਗਜ਼ਿਸਟ ਕਰਦੇ ਨੇ ਉਹ ਇਹਦੇ 'ਚ ਅਸੀਂ ਇਹ ਮੰਨ ਕੇ ਚੱਲਦੇ ਹੈਗੇ ਆ ਕਿ ਜਿਹੜੀ ਔਰਤ ਸੋਹਣੀ ਹੈਗੀ ਉਹਦਾ ਬੌਧਿਕਤਾ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ। ਠੀਕ ਹੈ, ਜਾਂ
ਜੇ ਉਹਨੇ ਕੁਝ ਅਚੀਵ ਕੀਤਾ ਹੈਗਾ ਤਾਂ ਉਹ ਸਿਰਫ ਆਪਣੀ ਸੁੰਦਰਤਾ ਦੇ ਬੇਸਿਸ ਤੇ ਅਚੀਵ ਕੀਤਾ ਹੈਗਾ। ਇਹਦੇ ਚ ਉਹਦੀ ਕਾਬਲੀਅਤ ਜਿਹੜੀ ਹੈਗੀ ਉਹ ਕਿਤੇ ਐਗਜ਼ਿਸਟ ਨਹੀਂ ਕਰਦੀ ਹੈਗੀ। ਇਹ ਜਿਹੜੇ ਸਾਰੇ ਨੋਰਮਸ ਹੈਗੇ ਨੇ ਇਹਨਾਂ ਨੂੰ ਸਾਨੂੰ ਮਤਲਬ ਇਹਨੂੰ ਚੈਲੰਜ ਕਰਨ ਦੀ ਜ਼ਰੂਰਤ ਹੈਗੀ। ਉਹ ਚੈਲੰਜ ਤਾਂ ਹੀ ਹੋਣਗੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈਗੀ ਕਿ ਜਦੋਂ ਅਸੀਂ ਫਿਜ਼ੀਕਲ ਅਪੀਅਰੈਂਸ ਦੀ ਗੱਲ ਕਰਦੇ ਹਾਂ ਤੇ ਕੀ ਔਰਤਾਂ ਦੀ ਕੀ ਉਹ ਸਿਰਫ ਉਸ ਜਿਹੜੀ ਆਪਣੀ ਫਿਜ਼ੀਕਲ ਦਿੱਖ ਨੂੰ ਸੁੰਦਰ ਬਣਾਉਣ ਦੇ ਵਿੱਚ ਹੀ ਮਸ਼ਰੂਫ ਹੈਗੀਆਂ ਨੇ, ਜਾਂ ਉਹਨਾਂ ਨੇ ਇਸ ਤੋਂ ਇਲਾਵਾ ਵੀ ਮਤਲਬ ਇਸ ਤੋਂ ਇਲਾਵਾ ਵੀ ਆਪਣਾ ਜਿਹੜਾ ਵਿਕਾਸ ਕਰਨਾ ਹੈਗਾ, ਇਹ ਚੀਜ਼ ਤੇ ਫੋਕਸ ਕਰਨ ਦੀ ਬਹੁਤ ਜ਼ਰੂਰਤ ਹੈਗੀ ਆ। ਤੇ ਇੱਕ ਲਾਸਟ ਜਿਹੜੀ ਚੀਜ਼ ਮੈਂ ਇੱਕ ਹੋਰ ਗੱਲ ਕਰੂੰਗੀ ਉਹ ਇਹ ਹੈਗੀ ਆ ਕਿ ਜਦੋਂ ਅਸੀਂ ਸੁੰਦਰਤਾ ਦੇ ਪੈਮਾਨਿਆਂ ਦੇ ਬਾਰੇ ਗੱਲ ਕਰਦੇ ਹਾਂ, ਬਿਊਟੀ ਇੰਡਸਟਰੀ ਦੇ ਬਾਰੇ ਗੱਲ ਕੀਤੀ ਹੈਗੀ ਆ, ਉਹਦੇ ਚ ਨਾ ਕਲਾਸ ਫੈਕਟਰ ਬੜਾ ਰੋਲ ਪਲੇ ਕਰਦਾ ਹੈਗਾ। ਮਤਲਬ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਮੇਕਅਪ ਅਫੋਰਡ ਕਰ ਸਕਦੇ ਹਾਂ, ਠੀਕ ਹੈ, ਅਸੀਂ ਜਿਹੜੇ ਬਿਊਟੀ ਪ੍ਰੋਡਕਟਸ ਇੰਡਸਟਰੀ ਦੇ ਦੁਆਰਾ ਸਾਨੂੰ ਪਰੋਸੇ ਜਾ ਰਹੇ ਨੇ ਅਸੀਂ ਉਹ ਅਫੋਰਡ ਕਰ ਸਕਦੇ ਹਾਂ। ਉਹ ਡਿਸਾਈਡ ਕਰਦੇ ਹੈਗੇ ਕਿ ਇੱਥੇ ਸੁੰਦਰਤਾ ਕੀ ਬਣਦੀ ਹੈ। ਪਰ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਉਹ ਵੀ ਐਗਜ਼ਿਸਟ ਕਰਦੀਆਂ ਨੇ ਜਿਹੜੀਆਂ ਡੇਲੀ ਵੇਜਰਸ ਹੈਗੀਆਂ ਨੇ, ਜਿਹੜੀਆਂ ਖੇਤਾਂ ਦੇ ਵਿੱਚ ਕੰਮ ਕਰਦੀਆਂ ਨੇ, ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ, ਤੇ ਜਿਨ੍ਹਾਂ ਨੂੰ ਉਹ ਸਾਰੀ ਚੀਜ਼ ਦੀ ਕੋਈ ਐਕਸੈਸ ਨਹੀਂ ਹੈਗੀ। ਤਾਂ ਕੀ ਅਸੀਂ ਇਹ ਮੰਨ ਕੇ ਚੱਲੀਏ ਵੀ ਉੱਥੇ ਕੋਈ ਸੁੰਦਰਤਾ ਐਗਜ਼ਿਸਟ ਨਹੀਂ ਕਰਦੀ? ਤਾਂ ਐਕਚੁਅਲੀ ਇਹਦੇ ਵਿੱਚ ਵੀ ਜਿਹੜਾ ਇੱਕ ਪੋਲੀਟੀਕਲ ਤੇ ਇਕਨੋਮਿਕ ਜਿਹੜਾ ਫੈਕਟਰ ਕੰਮ ਕਰਦਾ ਹੈਗਾ ਕਿ ਜਿਹੜਾ ਬਿਊਟੀ ਦੇ ਜਿਹੜੇ ਸਟੈਂਡਰਡਸ ਨੇ ਇੱਕ ਖਾਸ ਕਲਾਸ ਦੇ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਨੇ, ਜਿਹੜੇ ਫਿਰ ਅੱਗੇ ਜਿਹੜੇ ਆਮ ਉਹਦੇ ਵਿੱਚ ਆਉਂਦੇ ਨੇ। ਤੇ ਉਹ ਜਿਹੜੇ ਲੋਕ ਨਹੀਂ ਵੀ ਮਤਲਬ ਉਸ ਚੀਜ਼ ਨੂੰ ਕਰ ਸਕਦੇ ਹੈਗੇ, ਅਫੋਰਡ ਕਰ ਸਕਦੇ ਹੈਗੇ, ਉਹਨਾਂ ਦੇ ਵਿੱਚ ਵੀ ਇੱਕ ਤਰੀਕੇ ਦੀ ਇੱਛਾ ਪੈਦਾ ਕੀਤੀ ਜਾਂਦੀ ਹੈਗੀ ਹੈ ਤਾਂ ਕਿ ਅਸੀਂ ਵੀ ਉਹਨਾਂ ਬਿਊਟੀ ਸਟੈਂਡਰਡਸ ਨੂੰ ਲਿਵ ਕਰੀਏ। ਇਸ ਕਰਕੇ ਜਿਹੜੀ ਉਹ ਤਾਂ ਕਰਕੇ ਜਿਹੜੀ ਇਹ ਵਾਲਾ ਜਿਹੜਾ ਫੈਕਟਰ ਹੈਗਾ ਇਹਨੂੰ ਸਾਨੂੰ ਮਤਲਬ ਇਹਦੇ ਤੇ ਸੋਚਣ ਦੀ ਲੋੜ ਹੈਗੀ ਕਿ ਅਸੀਂ ਜਿਹੜੇ ਕੁਝ ਸਟੈਂਡਰਡਸ ਇੱਕ ਖਾਸ ਕਲਾਸ ਦੇ ਦੁਆਰਾ ਆ ਰਹੇ ਨੇ ਉਹਨੂੰ ਸਾਰਿਆਂ ਦੇ ਉੱਪਰ ਥੋਪਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇੱਥੇ ਮੈਂ ਆਪਣੀ ਗੱਲਬਾਤ ਦਾ ਐਂਡ ਕਰੂੰਗੀ ਤੇ ਇਹ ਕਹਿੰਦੇ ਹੋਏ ਕਿ ਜਿਹੜਾ ਇਹ ਸਾਰਾ ਜਿਹੜਾ ਸੁੰਦਰਤਾ ਵਾਲਾ ਜਿਹੜਾ ਪੈਮਾਨਾ ਐਗਜ਼ਿਸਟ ਕਰਦਾ ਹੈਗਾ ਸਾਡੇ ਸਮਾਜ ਦੇ ਵਿੱਚ, ਉਸ ਸੋਸ਼ਲ ਬਣਤਰ ਦੇ ਵਿੱਚ, ਉਸ ਸੋਸ਼ਲ ਕੰਸਟਰਕਸ਼ਨ ਦੇ ਵਿੱਚ ਜਿਹਨੇ ਉਹ ਸੁੰਦਰਤਾ ਦਾ ਨਿਰਮਾਣ ਕਰਨਾ ਹੈਗਾ, ਉਹਦੇ ਵਿੱਚ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਪ੍ਰੈਸ਼ਰ ਦੇ ਵਿੱਚ ਰਹਿੰਦੀਆਂ ਨੇ। ਭਾਵੇਂ ਉਹਨਾਂ ਨੇ ਸੋਸ਼ਲ ਲੈਵਲ ਤੇ ਕੁਝ ਅਚੀਵਮੈਂਟਸ ਕਰ ਵੀ ਲੈਣ ਉਹ, ਤਾਂ ਵੀ ਇਵੈਂਚੁਅਲੀ ਜਿਹੜਾ ਹੈਗਾ ਉਹਨਾਂ ਨੂੰ ਉਸੇ ਸਟੈਂਡਰਡ ਤੇ ਵਾਪਿਸ ਲੈ ਕੇ ਆਉਣ ਦੀ ਇੱਕ ਕੋਸ਼ਿਸ਼ ਹੁੰਦੀ ਹੈਗੀ ਆ ਕਿ ਜਿਹੜੇ ਸਮਾਜ ਦੇ ਦੁਆਰਾ, ਜਿਹੜੇ ਅਦਰ ਦੇ ਦੁਆਰਾ, ਮੇਲ ਦੇ ਦੁਆਰਾ ਕੁਝ ਨੋਰਮਸ ਸੈੱਟ ਕੀਤੇ ਗਏ ਹੈਗੇ ਨੇ, ਉਹ ਨੋਰਮਸ ਤੇ ਉਹਨਾਂ ਨੋਰਮਸ ਜਾਂ ਉਹਨਾਂ ਸਟੈਂਡਰਡਸ ਤੇ ਅਸੀਂ ਖਰੇ ਉਤਰ ਸਕੀਏ। ਹਾਂਜੀ ਸੁਮਨ, ਮੈਂ ਤੁਹਾਨੂੰ ਸੁਣਨ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਡੁੱਬੀ ਹੋਈ ਸੀ ਵੀ ਦਿਲ ਕਰਦਾ ਸੀ ਕਿ ਤੁਸੀਂ ਹੀ ਹੋਰ ਬੋਲਦੇ ਰਹੋ। ਤੇ ਮੈਂ ਤੁਹਾਨੂੰ ਸੁਣਦਿਆਂ ਜਿੰਨੇ ਵੀ ਸਵਾਲ ਨੋਟ ਕਰ ਰਹੀ ਸੀ, ਜਿੰਨੇ ਵੀ ਮੈਂ ਸਵਾਲ ਆਪਣੇ ਮਨ 'ਚ ਸੋਚ ਰਹੀ ਸੀ, ਤੁਸੀਂ ਲਗਾਤਾਰ ਉਹਨਾਂ ਸਵਾਲਾਂ ਦੇ ਨਾਲ ਦੀ ਨਾਲ ਜਵਾਬ ਦਿੰਦੇ ਜਾ ਰਹੇ ਸੀ। ਤੁਸੀਂ ਦੇਖੋਗੇ ਕਿ ਕੁੜੀਆਂ ਸਾਡੇ ਘਰਾਂ 'ਚ ਘੱਟ ਖਾਂਦੀਆਂ ਨੇ, ਮਤਲਬ ਐਵਰੇਜ ਕੁੜੀਆਂ ਦੀ ਡਾਈਟ ਮੁੰਡਿਆਂ ਦੀ ਡਾਈਟ ਨਾਲੋਂ ਘੱਟ ਹੁੰਦੀ ਹੈ ਨਾ। ਮਤਲਬ ਮੈਨੂੰ ਨਹੀਂ ਲੱਗਦਾ ਕਿ ਕੋਈ ਕੁੜੀ ਮੁੰਡੇ ਨਾਲੋਂ, ਆਪਣੇ ਬਰਾਬਰ ਦੀ ਉਮਰ ਵਾਲੇ ਭਰਾ ਨਾਲੋਂ ਜਾਂ ਆਪਣੇ ਪਤੀ ਨਾਲੋਂ ਕੋਈ ਬੀਵੀ ਜ਼ਿਆਦਾ ਖਾਂਦੀ ਹੋਊਗੀ। ਇਹਦੇ ਪਿੱਛੇ ਵੀ ਮੈਨੂੰ ਲੱਗਦਾ ਹੁੰਦਾ ਕਿ ਇਹ ਕੋਈ ਉਸੇ ਤਰ੍ਹਾਂ ਦੀ ਸਿਆਸਤ ਹੈ, ਕਿਸੇ ਕਿਸਮ ਦੀ ਇਹਦੇ 'ਚ ਵੀ ਰਾਜਨੀਤੀ ਹੈ। ਇਹਦੇ ਵਿੱਚ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਜਦੋਂ ਕਿ ਔਰਤਾਂ ਕੰਮ ਜ਼ਿਆਦਾ ਕਰਦੀਆਂ ਨੇ, ਲੇਬਰ ਵੀ ਕਈ ਘਰਾਂ 'ਚ ਔਰਤਾਂ ਜ਼ਿਆਦਾ ਕਰਦੀਆਂ ਨੇ। ਇਹਦੇ ਬਾਰੇ ਕੀ ਸੋਚਦੇ ਹੋ? ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹਦੇ 'ਚ ਦੋ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਕਿ ਇੱਕ ਤਾਂ ਮਤਲਬ ਜਦੋਂ ਅਸੀਂ ਫਿਜ਼ੀਕਲ ਬਣਤਰ ਦੀ ਗੱਲ ਕਰਦੇ ਹਾਂ ਮੇਲ ਦੀ ਤੇ ਫੀਮੇਲ ਦੀ, ਇਹ ਇੰਨਾ ਕੁ ਤਾਂ ਮੈਨੂੰ ਲੱਗਦਾ ਕਿ ਸਾਨੂੰ ਮੰਨ ਕੇ ਚੱਲਣਾ ਪਊਗਾ ਕਿ ਔਰਤ ਦੀ ਜਿਹੜੀ ਫਿਜ਼ੀਕਲ ਬਣਤਰ ਹੈਗੀ ਹੈ ਤੇ ਮੇਲ ਦੀ ਬਣਤਰ ਹੈਗੀ ਆ, ਉਹ ਦੋਨੇ ਡਿਫਰੈਂਟ ਹੈਗੀਆਂ ਨੇ। ਤੇ ਉਹ ਜਿਹੜੀ ਬੋਡੀ ਦੇ ਹਿਸਾਬ ਨਾਲ ਤੁਹਾਡੀ ਕੀ ਰਿਕੁਆਇਰਮੈਂਟ ਹੈਗੀ ਆ, ਤੁਸੀਂ ਉਸ ਤਰੀਕੇ ਦੇ ਨਾਲ ਆਪਣੀ ਡਾਈਟ ਲੈਣੇ ਹੈਗੇ ਆ। ਉਹ ਬਹੁਤ ਸਾਰੇ ਕੇਸਿਸ ਦੇ ਵਿੱਚ ਮੇਲ ਦੀ ਘੱਟ ਵੀ ਹੋ ਸਕਦੀ ਹੈ ਤੇ ਫੀਮੇਲ ਦੀ ਜ਼ਿਆਦਾ ਵੀ ਹੋ ਸਕਦੀ ਹੈ, ਤੇ ਉਹ ਤੁਹਾਡੀ ਉਸ ਬੋਡੀ ਦੀ ਰਿਕੁਆਇਰਮੈਂਟ ਤੇ ਡਿਪੈਂਡ ਕਰਦਾ ਹੈਗਾ। ਪਰ ਹਾਂ, ਇਹ ਚੀਜ਼ ਵੀ ਜਿਹੜੀ ਤੁਸੀਂ ਪੁਆਇੰਟ ਆਊਟ ਕੀਤੀ ਹੈਗੀ ਹੈ ਕਿ ਜਿਹੜੀ ਉਹਨਾਂ ਦੀ ਡਾਈਟ ਜਿਹੜੀ ਘੱਟ ਹੁੰਦੀ ਹੈਗੀ ਆ, ਇਹ ਇਸ ਚੀਜ਼ ਤੇ ਵੀ ਡਿਪੈਂਡ ਕਰਦਾ ਹੈਗਾ ਕਿ
ਤੁਸੀਂ ਇੱਕ ਖਾਸ ਤਰੀਕੇ ਦੀ ਜਿਹੜੀ ਇਮੇਜ ਜਿਹਦੇ ਬਾਰੇ ਮੈਂ ਆਲਰੇਡੀ ਗੱਲ ਕੀਤੀ ਹੈਗੀ ਆ ਕਿ ਇੱਕ ਖਾਸ ਤਰੀਕੇ ਦੀ ਇਮੇਜ ਜਿਹੜੀ ਤੁਹਾਡੇ ਅੰਦਰ ਵਸਾਈ ਜਾਂਦੀ ਹੈਗੀ ਆ, ਉਹ ਬਹੁਤ ਸ਼ੁਰੂ ਤੋਂ ਤੁਸੀਂ ਉਹ ਇਮੇਜ ਜਿਉਣ ਲੱਗ ਜਾਂਦੇ ਹੈਗੇ। ਜਿਵੇਂ ਹੁਣ ਇਹ ਇੱਕ ਨਿੱਕੀ ਜਿਹੀ ਦੀ ਇਹ ਐਗਜ਼ਾਮਪਲ ਹੈਗੀ ਕਿ ਜਿਹੜੀਆਂ ਸਾਡੀਆਂ ਕੁੜੀਆਂ ਨੇ ਉਹਨਾਂ ਨੂੰ ਖੇਡਣ ਦੇ ਲਈ ਕੀ ਦਿੱਤਾ ਜਾਂਦਾ, ਉਹਨਾਂ ਨੂੰ ਡਾਲਸ ਦਿੱਤੀਆਂ ਜਾਂਦੀਆਂ ਨੇ, ਤੇ ਉਹ ਡਾਲਸ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਉਹਦੇ ਵਿੱਚ ਬਾਰਬੀ ਬਹੁਤ ਪ੍ਰੋਮੀਨੈਂਟ ਫਿਗਰ ਹੈਗੀ ਆ, ਜਿਹੜੀ ਬਾਰਬੀ ਡਾਲ ਦਿੱਤੀ ਜਾਂਦੀ ਹੈ। ਹੁਣ ਜੇ ਬਾਰਬੀ ਡਾਲ ਦੀ ਤੁਸੀਂ ਫਿਗਰ ਦੇਖੋ ਮਤਲਬ, ਤਾਂ ਉਹਦਾ ਜਿਹੜਾ ਇੱਕ ਬਿਲਕੁਲ ਛੋਟੀ ਬੱਚੀ ਜਿਹੜੀ ਉਸ ਚੀਜ਼ ਦੇ ਨਾਲ ਖੇਡ ਰਹੀ ਹੈਗੀ ਆ, ਉਹ ਸਿਰਫ ਉਹਦੇ ਨਾਲ ਖੇਡ ਨਹੀਂ ਰਹੀ ਹੈਗੀ, ਉਹ ਉਸ ਚੀਜ਼ ਨੂੰ ਆਪਦੇ ਅੰਦਰ ਗ੍ਰਹਿਣ ਵੀ ਕਰ ਰਹੀ ਹੈਗੀ ਹੈ ਕਿ ਉਹਨੇ ਕਿਵੇਂ ਦਿਖਣਾ ਹੈਗਾ। ਠੀਕ ਹੈ, ਤੇ ਉਹ ਫਿਰ ਤੁਸੀਂ ਆਪਣੀ ਡਾਈਟ, ਆਪਣਾ ਰਹਿਣ ਸਹਿਣ ਕਿਵੇਂ ਉਹਦੇ ਮੁਤਾਬਿਕ ਬਣਾਉਣੇ ਹੈਗੇ। ਮੈਨੂੰ ਲੱਗਦਾ ਇਹ ਫੈਕਟਰ ਇਹਦੇ ਚ ਕੰਮ ਕਰਦਾ ਹੈਗਾ। ਤਾਂ ਉਹ ਮੈਨੂੰ ਤਾਂ ਦੋਨੇ ਲੱਗਦੇ ਨੇ ਕਿ ਇਹਦੇ ਚ ਤੁਹਾਡੀ ਫਿਜ਼ੀਕਲ ਬਣਤਰ ਵੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਫਿਰ ਉਹਦੇ ਨਾਲ ਸੋਸ਼ਲ ਕੰਸਟਰਕਸ਼ਨ ਤਾਂ ਹੁੰਦੀ ਹੈਗੀ। ਔਰ ਇਹੀ ਕਾਰਨ ਹੈ ਕਿ ਜਿਵੇਂ ਇੰਡੀਆ 'ਚ ਵੀ ਕਿਹਾ ਜਾਂਦਾ ਹੈ ਕਿ 80% ਤੋਂ ਜ਼ਿਆਦਾ ਔਰਤਾਂ ਅਨੀਮਿਕ ਹੁੰਦੀਆਂ ਨੇ, ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਇਹ ਹੁੰਦੀਆਂ ਡਾਈਟ ਦੇ ਨੇ, ਜਾਂ ਲੈਵਲ ਤੇ ਜ਼ੀਰੋ ਆਪਣੇ, ਫਿਗਰ ਜੇ ਦੀ ਆਪਾਂ ਜਿਹੜੀ ਆਪਣੇ ਪੋਲਿਟਿਕਸ ਹੈ ਸਮਾਜ ਉਹ ਦੇ ਵੀ। ਵਿੱਚ ਦੇਖੀਏ ਤਾਂ ਡਾਈਟ ਦੇ ਲੈਵਲ ਤੇ ਔਰਤਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਵੀ ਹੁੰਦਾ ਹੈਗਾ, ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਵੀ ਜਿਹੜਾ ਬਿਲਕੁਲ ਆਦਮੀ ਹੈਗਾ ਉਹਨੇ ਬਾਹਰ ਦਾ ਕੰਮ ਕਰਨਾ ਹੈਗਾ। ਠੀਕ ਹੈ, ਉਹਨੇ ਬਾਹਰ ਦਾ ਕੰਮ ਕਰਨਾ, ਉਹਨੂੰ ਜ਼ਿਆਦਾ એનર્ਜੀ ਦੀ ਜ਼ਰੂਰਤ ਹੈਗੀ, ਇਸ ਕਰਕੇ ਉਹਨੂੰ ਡਾਈਟ ਵੀ ਬੈਟਰ ਚਾਹੀਦੀ ਹੈਗੀ, ਤੇ ਅਸੀਂ ਉਹਨੂੰ ਬੈਟਰ ਡਾਈਟ ਦਿੰਨੇ ਹੈਗੇ। ਠੀਕ ਹੈ, ਉਹ ਬੇਸਿਸ ਤੇ ਅਸੀਂ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਕੁੜੀਆਂ ਰਹਿੰਦੀਆਂ ਨੇ ਉਹਨਾਂ ਦੇ ਨਾਲ ਅਸੀਂ ਡਿਸਕ੍ਰਿਮੀਨੇਸ਼ਨ ਵੀ ਕਰ ਦੇਂਗੇ। ਠੀਕ ਹੈ, ਇਹ ਵਰਤਾਰਾ ਵੀ ਸਾਡੇ ਬਹੁਤ ਐਗਜ਼ਿਸਟ ਕਰਦਾ ਹੈਗਾ ਕਿ ਅਸੀਂ ਕਿਉਂਕਿ ਅਸੀਂ ਫਿਰ ਉਹ ਹੈਗੀ ਤਾਂ ਬਣਤਰ ਹੀ ਹੈ ਨਾ ਇਹ, ਕਿਉਂਕਿ ਤੁਸੀਂ ਮੰਨ ਕੇ ਚੱਲਦੇ ਹੋ ਵੀ ਇਹਨੇ ਆਹ ਰੋਲ ਪਲੇ ਕਰਨਾ ਸੋਸਾਇਟੀ ਦੇ ਵਿੱਚ, ਤੇ ਉਹ ਰੋਲ ਦੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਤੁਸੀਂ ਆਪਣੀਆਂ ਕੁੜੀਆਂ ਨੂੰ ਦਓਗੇ। ਤੇ ਇੱਕ ਜਿਹੜੀ ਉਹ ਬੜੀ ਇੰਪੋਰਟੈਂਟ ਇੰਟਰਸਟਿੰਗ ਚੀਜ਼ ਇਹ ਹੈਗੀ ਆ ਵੀ ਇਹ ਕੁਝ ਕੁ ਪੈਰੈਂਟਸ ਦੇ ਨਾਲ ਵੀ ਮੇਰੀ ਇਹਦੇ ਬਾਰੇ ਗੱਲਬਾਤ ਹੋਈ ਹੈਗੀ ਆ, ਜਾਂ ਸਮਾਜ ਦੇ ਵਿੱਚ ਆਪਾਂ ਦੇਖਦੇ ਵੀ ਹੈਗੇ ਆ ਜਿਹੜਾ ਇਹ ਸਾਡੇ ਦਿਮਾਗਾਂ ਦੇ ਅੰਦਰ ਨਾ ਇੱਕ ਇਹ ਚੀਜ਼ ਵੀ ਭਰੀ ਹੋਈ ਹੈਗੀ ਆ ਵੀ ਜਿਹੜੀਆਂ ਕੁੜੀਆਂ ਨੇ ਨਾ ਉਹ ਬਹੁਤ ਛੇਤੀ ਵੱਡੀਆਂ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ। ਠੀਕ ਹੈ, ਉਹ ਬਹੁਤ ਛੇਤੀ ਮਤਲਬ ਉਹ ਇੱਕ ਉਵੇਂ ਦੀ ਦਿੱਖ ਨਾ ਲੈਣ ਜਿਹੜੀ ਦੂਸਰੇ ਨੂੰ ਅਟਰੈਕਟ ਕਰਦੀ ਹੋਵੇ, ਜਿਹੜੀ ਕਿਸੇ ਨੂੰ ਫੈਸੀਨੇਟ ਕਰਦੀ ਹੋਵੇ, ਤੇ ਉਹ ਉਸ ਤਰੀਕੇ ਦੀ ਮਤਲਬ ਬੋਡੀ ਫਾਰਮ ਨਹੀਂ ਉਹਨਾਂ ਦੇ ਵਿੱਚ ਆਉਣੀ ਚਾਹੀਦੀ ਹੈਗੀ ਜਿਹਦੇ ਕਰਕੇ ਉਹ ਕਿਸੇ ਨੂੰ ਸੈਕਸ਼ੂਅਲੀ ਅਟਰੈਕਟਿਵ ਲੱਗਣ। ਠੀਕ ਹੈ, ਤਾਂ ਕਰਕੇ ਅਸੀਂ ਉਹਨੂੰ ਉਸ ਤਰੀਕੇ ਦੇ ਨਾਲ ਮੋਲਡ ਕਰ ਦੇਂਗੇ। ਉਹ ਫਿਰ ਫਿਜ਼ੀਕਲ ਫਾਰਮ ਦੇ ਵਿੱਚ ਵੀ ਹੁੰਦਾ ਤੇ ਉਹਦੇ ਚ ਡਾਈਟ ਦਾ ਰੋਲ ਪਲੇ ਕਰਦੀ ਹੈਗੀ। ਹਾਂ ਬਿਲਕੁਲ, ਜਿਹੜੀਆਂ ਘਰ ਦੀਆਂ ਬਜ਼ੁਰਗ ਔਰਤਾਂ ਕਹਿ ਦਿੰਦੀਆਂ ਨੇ ਕਿ ਤੂੰ ਕਿਹੜਾ ਖੇਤ ਵਾਹੁਣਾ ਹੈ ਜਾ ਕੇ, ਵੀ ਤੈਨੂੰ ਕਾਹਦੇ ਵਾਸਤੇ ਨਹੀਂ ਖੁਰਾਕ ਨਹੀਂ, ਦੀ ਲੋੜ ਹੈ। ਇੱਕ ਇਹ ਤਾਂ ਉਹ ਮੈਂ ਆਪਣੇ ਪਰਸਨਲ ਡਿਸਕ੍ਰਿਮੀਨੇਸ਼ਨ ਤਾਂ ਲੈਵਲ ਹੈ ਤੇ ਹੀ ਹੈ ਐਕਸਪੀਰੀਅੰਸ ਹਨਾ। ਕੀਤੀ ਹੈ ਇਹ ਚੀਜ਼। ਜੀ, ਪਰ ਇਹਦੇ ਨਾਲ ਹੀ ਜਿੱਥੇ ਮਿਲਦਾ ਵੀ ਹੈ, ਜਿਵੇਂ ਸਾਨੂੰ ਅਸੀਂ ਇਹ ਕਹੀਏ ਵੀ ਜਿਹੜੀ ਸਾਡੀ ਕਲਾਸ ਹੈ ਸਾਨੂੰ ਤਾਂ ਬਰਾਬਰ ਮਿਲਦਾ, ਉਸ ਤਰ੍ਹਾਂ ਦੀ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਸੀ, ਪਰ ਸਾਡੀ ਡਾਈਟ ਵੀ ਘੱਟ ਹੈ ਕਿਉਂਕਿ ਹਿਸਟੋਰੀਕਲੀ ਅਸੀਂ ਉਹਦੇ ਵਿੱਚ ਹੀ ਵੱਡੇ ਹੋਏ ਆ। ਉਹ ਉਸ ਤਰ੍ਹਾਂ ਦੀ ਅਨਕੌਂਸ਼ੀਅਸ ਵੀ ਇੰਨਾ ਅਸੀਂ ਘੱਟ ਹੀ ਖਾਣਾ ਹੁੰਦਾ, ਜਾਂ ਸਾਡੀ ਭੁੱਖ ਵੀ ਘੱਟ ਡਿਵੈਲਪ ਹੋਈ ਹੈ। ਕੀ ਕਾਰਨ ਹੈ? ਮੈਂ ਜਦੋਂ ਆਪਣੀਆਂ ਵਿਦਿਆਰਥਣਾਂ ਨਾਲ ਕਲਾਸ 'ਚ ਗੱਲ ਕਰਦੀ ਹੁੰਦੀ ਹਾਂ ਨਾ, 100 ਬੱਚੀਆਂ ਬੈਠੀਆਂ ਨੇ ਮੰਨ ਲਓ ਕਲਾਸ 'ਚ, ਉਹਨਾਂ ਨੂੰ ਮੈਂ ਪੁੱਛਦੀ ਹੁੰਦੀ ਹਾਂ ਕਿ ਤੁਹਾਡੇ ਚੋਂ ਕੋਈ ਕੁੜੀ ਆਪਣੇ ਭਰਾ ਨਾਲੋਂ ਜ਼ਿਆਦਾ ਰੋਟੀ ਖਾਂਦੀ ਆ? ਤੇ ਉਹ 99% ਬੱਚੀਆਂ ਕਹਿੰਦੀਆਂ ਨੇ ਕਿ ਨਹੀਂ, ਮੇਰਾ ਭਰਾ ਮੇਰੇ ਨਾਲੋਂ ਜ਼ਿਆਦਾ ਰੋਟੀਆਂ ਖਾਂਦਾ ਹੈ ਹਨਾ। ਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਕਦੇ ਸੋਚਿਆ ਇਹਦੇ ਕਾਰਨ ਕੀ ਨੇ, ਮਤਲਬ ਐਵੇਂ ਕਿਉਂ ਹੈ? ਇਹ ਇਤਿਹਾਸਿਕ ਤੌਰ ਤੇ ਸਾਡੇ ਨਾਲ ਵੱਧੀ ਹੋਈ ਠੱਗੀ ਹੈ ਨਾ, ਜਿਹੜੀ ਸਾਨੂੰ ਮਤਲਬ ਸਮਝ ਨਹੀਂ ਆਉਂਦੀ ਹੈਗੀ, ਜਿਹਦੇ ਚੋਂ ਸਾਨੂੰ ਵੀਕ ਵੀ ਰੱਖਣਾ ਹੈ, ਕਮਜ਼ੋਰ ਵੀ ਰੱਖਣਾ ਹੈ, ਤੇ ਫਿਰ ਬਿਊਟੀ ਵੀ ਸਾਡੀ ਉਹ ਵੀਕਨੈਸ ਨਾਲ ਤੇ ਕੋਮਲਤਾ ਨਾਲ ਜੋੜਿਆ ਹੋਇਆ ਸਾਰਾ ਕੁਝ। ਇੱਕ ਨਾ ਜਿਹੜਾ ਅੱਜ ਕੱਲ ਰੀਬੌਂਡਿੰਗ ਦਾ ਬੜਾ ਫੈਸ਼ਨ ਚੱਲਿਆ, ਵਾਲ ਸਟ੍ਰੇਟ ਕਰਵਾਉਣ ਵਾਲਾ, ਤੇ ਤੁਸੀਂ ਦੇਖਿਆ ਹੋਊਗਾ ਹਨਾ, ਕੁੜੀਆਂ ਵਾਲ ਸਟ੍ਰੇਟ ਕਰਾਉਂਦੀਆਂ ਨੇ। ਹੁਣ ਉਹ ਇੱਕ ਇਸ ਕਿਸਮ ਦਾ ਬਿਜ਼ਨਸ ਹੈ ਕਿ ਉਹਨਾਂ ਨੂੰ ਵਾਲ ਸਟ੍ਰੇਟ ਕਰਵਾਉਣ ਵਾਸਤੇ ਤੇ ਬਾਅਦ ਚ ਉਹਨਾਂ ਨੂੰ ਉਸੇ ਸ਼ੇਪ ਚ ਰੱਖਣ ਲਈ ਉਹ ਕੁੜੀਆਂ ਲਗਾਤਾਰ ਕੌਨਸ਼ੀਅਸ ਰਹਿੰਦੀਆਂ ਨੇ ਹਨਾ, ਲਗਾਤਾਰ ਉਹਨਾਂ ਨੂੰ ਮਤਲਬ ਕੋਈ ਰਬੜ ਨਹੀਂ ਪਾਉਣੀ, ਤੇ ਉਹਨਾਂ ਦਾ ਸਾਰਾ ਦਿਨ ਧਿਆਨ ਵਾਲਾਂ 'ਚ ਹੀ ਰਹਿੰਦਾ ਫਿਰ ਵੀ ਇਹ ਖਰਾਬ ਨਹੀਂ ਹੋਣਾ ਚਾਹੀਦਾ। ਤੇ ਤੁਸੀਂ ਰਿਬੌਂਡਿੰਗ ਜਾਂ ਇਸ ਤਰ੍ਹਾਂ ਦੇ ਵਾਲ ਕਰਵਾਏ ਹੋਏ ਕੁੜੀਆਂ ਨੂੰ ਮਿਲੋ, ਉਹਨਾਂ ਦੀ ਬੜੀ ਐਨਰਜੀ, ਬੜਾ ਸਮਾਂ ਇਸ ਗੱਲ 'ਚ ਲੱਗਦਾ। ਉਹ ਸਾਡਾ ਮਿੱਤਰ ਕਹਿੰਦਾ ਹੁੰਦਾ ਵੀ ਮੈਂ ਨਾ, ਉਹ ਕਹਿੰਦਾ ਵੀ ਮੈਂ ਇਹਨਾਂ ਕੁੜੀਆਂ ਤੇ ਨਾ ਇੱਕ ਲੇਖ ਲਿਖੂੰਗਾ
ਹਾਂ ਕਿ ਅਸਲ ਤਾਂ ਸਿਸਟਮ ਨੇ ਤੁਹਾਡੇ ਵਾਲ ਕੱਢੇ ਹੋਏ ਨੇ, ਤੁਹਾਡੇ ਵਾਲਾਂ ਦੇ ਨਹੀਂ, ਸਿਸਟਮ ਨੇ ਅਸਲ ਤੁਹਾਡੇ 'ਚ ਕੋਈ ਵਾਲ ਨਹੀਂ ਰਹਿਣ ਦਿੱਤਾ। ਹਾਂ ਤਾਂ ਤੁਸੀਂ ਇਸ ਨੂੰ ਸਾਰੇ ਨੂੰ ਕਿਵੇਂ ਸਮਝਦੇ ਹੋ? ਥੋੜਾ ਹੋਰ ਖੋਲ ਕੇ ਜਿਹੜਾ ਬਿਊਟੀ ਪਾਰਲਰ ਕਲਚਰ ਹੈ, ਵੈਸੇ ਤਾਂ ਤੁਸੀਂ ਇਹਦੇ ਬਾਰੇ ਗੱਲ ਕੀਤੀ ਹੈ, ਔਰਤਾਂ ਆਪਣੀ ਦੇਹ ਤੇ ਵਾਇਲੈਂਸ ਵੀ ਕਰਦੀਆਂ ਨੇ, ਆਪਣੀ ਦੇਹ ਤੋਂ ਉਹ ਵਿਛੜੀਆਂ ਵੀ ਰਹਿੰਦੀਆਂ ਨੇ, ਆਪਣੀ ਦੇਹ ਨੂੰ ਸਵੀਕਾਰ ਨਹੀਂ ਕਰਦੀਆਂ, ਤੇ ਇੱਕ ਮਨੁੱਖ ਜਿਹੜਾ ਆਪਣੀ ਦੇਹ ਤੋਂ ਹੀ ਏਲੀਨੇਟਡ ਹੈ ਹਨਾ, ਉਹ ਕਿੰਨਾ ਕੁ ਆਪਣੇ ਬਾਕੀ ਮਸਲਿਆਂ 'ਚ ਇਨਵੋਲਵ ਹੋ ਸਕਦਾ ਹੋਊਗਾ? ਇਹ ਬੜਾ ਵੱਡਾ ਸਵਾਲ ਹੈ। ਤੁਸੀਂ ਇਹਦੇ ਬਾਰੇ ਗੱਲ ਕੀਤੀ, ਪਰ ਮੈਂ ਚਾਹੁੰਦੀ ਸੀ ਥੋੜਾ ਹੋਰ ਇਹਦੇ ਤੇ ਆਪਾਂ ਜਿਹੜਾ ਬਿਊਟੀ ਪਾਰਲਰ ਹਾਂਜੀ ਕਲਚਰ ਹੈ ਇਹਦੇ ਤੇ ਇਹਦੇ 'ਚ ਥੋੜੀ ਹੋਰ। ਹਾਂਜੀ ਇਹਦੇ 'ਚ ਮੈਨੂੰ ਲੱਗਦਾ ਕਿ ਇੱਕ ਤਾਂ ਆਹੀ ਚੀਜ਼ ਬਹੁਤ ਰੋਲ ਪਲੇ ਕਰਦੀ ਹੈਗੀ ਹੈ ਕਿ ਤੁਸੀਂ ਵਾਲ ਰਿਬਾਉਂਡ ਕਰਵਾਉਣੇ ਕਿਉਂ ਨੇ, ਤੁਹਾਨੂੰ ਕਿਉਂ ਚਾਹੀਦੇ ਨੇ, ਸਟ੍ਰੇਟ ਵਾਲ ਕਿਉਂ ਚਾਹੀਦੇ ਨੇ? ਕਿਉਂਕਿ ਬਿਲਕੁਲ ਤੁਹਾਡੇ ਸਾਹਮਣੇ ਕੁਝ ਐਵੇਂ ਦੀਆਂ ਇਮੇਜਿਸ ਪ੍ਰੈਜ਼ੈਂਟ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਤੁਹਾਨੂੰ ਲੱਗਦਾ ਹੈਗਾ ਕਿ ਇਹ ਜ਼ਿਆਦੇ ਜਿਹੜੀ ਇਹ ਜ਼ਿਆਦੇ ਸੁੰਦਰ ਲੱਗਦੀ ਹੈਗੀ, ਠੀਕ ਹੈ, ਜਾਂ ਇਹ ਜ਼ਿਆਦੇ ਆਈਡੀਅਲ ਫਾਰਮ ਆਫ ਬਿਊਟੀ ਹੈਗੀ ਆ, ਤੇ ਉਹਨੂੰ ਲਿਵ ਅਪ ਕਰਨ ਦੇ ਲਈ, ਕਿਉਂਕਿ ਤੁਸੀਂ ਤੁਹਾਡੀ ਆਪਣੀ ਬਾਡੀ ਦੇ ਨਾਲ ਜਾਂ ਜਿਹੜੀ ਤੁਹਾਡੀ ਆਪਣੀ ਦਿੱਖ ਹੈਗੀ ਆ ਉਹਦੇ ਨਾਲ ਤੁਹਾਡਾ ਇੱਕ ਅਸੰਤੋਸ਼ ਪੈਦਾ ਹੋ ਗਿਆ, ਤੇ ਉਹ ਅਸੰਤੋਸ਼ ਨੂੰ ਦੂਰ ਕਰਨ ਦੇ ਲਈ, ਠੀਕ ਹੈ, ਜਾਂ ਉਹ ਸੋਹਣਾ ਲੱਗਣ ਦੇ ਲਈ ਤੁਸੀਂ ਉਹ ਚੀਜ਼ ਨੂੰ ਤੁਸੀਂ ਰੀਬਾਉਂਡਿੰਗ ਲਈ ਜਾਂਦੇ ਹੈਗੇ। ਪਰ ਕੀ ਇਹ ਸਿਰਫ ਜਿਹੜਾ ਹੈਗਾ ਅਸੰਤੋਸ਼ ਜਾਂ ਡਿਸਸੈਟਿਸਫੈਕਸ਼ਨ ਦਾ ਮਸਲਾ ਹੈਗਾ? ਇਹ ਮੈਨੂੰ ਲੱਗਦਾ ਸਿਰਫ ਇਹਦਾ ਮਸਲਾ ਨਹੀਂ ਹੈਗਾ। ਇਹਦੇ ਵਿੱਚ ਇਹ ਵੀ ਚੀਜ਼ ਲੱਗਦੀ ਹੈਗੀ ਕਿ ਜਦੋਂ ਤੁਸੀਂ ਇੱਕ ਮਤਲਬ ਸੋਸ਼ਲ ਸਟੈਂਡਰਡਸ ਦੇ ਹਿਸਾਬ ਨਾਲ ਸੋਹਣੇ ਲੱਗਦੇ ਹੈਗੇ ਤਾਂ ਤੁਹਾਨੂੰ ਇੱਕ ਦੂਸਰਿਆਂ ਤੋਂ ਇੱਕ ਐਕਨੋਲੇਜਮੈਂਟ ਮਿਲਦੀ ਹੈ, ਇੱਕ ਸਵੀਕ੍ਰਿਤੀ ਮਿਲਦੀ ਹੈਗੀ ਆ, ਕਿ ਤੁਹਾਨੂੰ ਪ੍ਰੇਜ਼ ਮਿਲਦੀ ਹੈਗੀ ਕਿ ਤੁਸੀਂ ਬਹੁਤ ਖੂਬਸੂਰਤ ਲੱਗ ਰਹੇ ਹੈਗੇ, ਤੇ ਉਹ ਜਿਹੜੀ ਉਹ ਸਵੀਕ੍ਰਿਤੀ ਮਿਲਦੀ ਹੈਗੀ ਆ, ਉਹ ਤੁਹਾਨੂੰ ਕਿਤੇ ਨਾ ਕਿਤੇ ਆਪਣੀ ਜਿਹੜੀ ਵਰਥ ਹੈਗੀ ਆ, ਜਾਂ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਕਿਸੇ ਕਾਬਿਲ ਹੈਗੇ ਹੋ, ਇਹ ਚੀਜ਼ ਫੀਲ ਕਰਾਉਂਦੀ ਹੈਗੀ ਆ। ਪਰ ਤੇ ਉਹ ਬਹੁਤ ਸਾਰੇ ਥਾਵਾਂ ਤੇ ਇਹ ਜਿਹੜੀ ਸਵੀਕ੍ਰਿਤੀ ਦੂਸਰੇ ਦੇ ਲਈ ਕਰਦੀ ਹੈ ਐਗਜ਼ਿਸਟ, ਕਿ ਤੁਸੀਂ ਦੂਜੇ ਦੀਆਂ ਨਜ਼ਰਾਂ ਦੇ ਵਿੱਚ ਇਹ ਹੋਣਾ ਹੈਗਾ। ਤੇ ਤੀਸਰਾ ਇਹਦੇ ਵਿੱਚ ਇਹ ਐਗਜ਼ਿਸਟ ਕਰਦਾ ਜਿਹੜਾ ਪੀਅਰ ਪ੍ਰੈਸ਼ਰ ਹੈਗਾ, ਮਤਲਬ ਕਿ ਤੁਸੀਂ ਕਿਸ ਗਰੁੱਪ ਦੇ ਵਿੱਚ ਰਹਿ ਰਹੇ ਹੋ, ਤੁਹਾਡਾ ਕਿਸ ਤਰੀਕੇ ਦਾ ਸਰਕਲ ਹੈਗਾ, ਠੀਕ ਹੈ, ਉਹ ਸਰਕਲ ਦੇ ਵਿੱਚ ਕਿਸ ਤਰੀਕੇ ਦੀਆਂ ਕੁੜੀਆਂ ਰਹਿ ਰਹੀਆਂ ਨੇ, ਉਹਨਾਂ ਦੇ ਕਿਵੇਂ ਦੇ ਇੰਟਰਸਟ ਹੈਗੇ ਨੇ, ਕਿ ਉਹ ਤੁਹਾਨੂੰ ਉਹ ਜਿਹੜੇ ਇੰਟਰਸਟ ਉਹਨਾਂ ਦੇ ਇੰਟਰਸਟ ਹੈਗੇ ਨੇ ਉਹ ਤੁਹਾਨੂੰ ਇਨਫਲੂਐਂਸ ਕਰਦੇ ਹੈਗੇ ਜਾਂ ਫਿਰ ਨਹੀਂ ਇਨਫਲੂਐਂਸ ਕਰਦੇ। ਹੁਣ ਜਿਹੜਾ ਮੈਂ ਲਾਸਟ ਪੁਆਇੰਟ ਲੈ ਕੇ ਆਈ ਸੀਗੀ ਕਿ ਇਹਦੇ ਵਿੱਚ ਜਿਹੜਾ ਸਾਡੇ ਲਈ ਸੋਚਣ ਦਾ ਮਸਲਾ ਹੈਗਾ ਉਹ ਇਹ ਹੈਗਾ ਕਿ ਜਿਹੜਾ ਸਾਡਾ ਸਾਰੀ ਜਿਹੜੀ ਤਵੱਕੋ ਹੈਗੀ ਹੈ ਜਾਂ ਜਿਹੜੀ ਸਾਡੀ ਸਾਰੇ ਸਰੋਕਾਰ ਹੈਗੇ ਨੇ, ਕਿ ਉਹ ਸਿਰਫ ਫਿਜ਼ੀਕਲ ਦਿੱਖ ਦੇ ਨਾਲ ਹੀ ਹੋਣੇ ਚਾਹੀਦੇ ਨੇ? ਜੇ ਤਾਂ ਸਾਡਾ ਇੰਨਾ ਕੀ ਕੰਸਰਨ ਹੈਗਾ ਕਿ ਸਾਡੇ ਸਾਰੇ ਸਰੋਕਾਰ ਜਿਹੜੇ ਨੇ ਉਹ ਫਿਜ਼ੀਕਲ ਦਿੱਖ ਦੇ ਨਾਲ ਰਿਲੇਟਡ ਹੈਗੇ ਨੇ, ਤਾਂ ਤੁਸੀਂ ਬਹੁਤ ਛੇਤੀ ਇਸ ਸਾਰੀ ਚੀਜ਼ ਦੇ ਵਿੱਚ ਜਾਓਗੇ, ਕਿਉਂਕਿ ਜਿਹੜੇ ਸਰਕਲ ਦੇ ਵਿੱਚ, ਜਿਹੜੇ ਗਰੁੱਪ ਦੇ ਵਿੱਚ, ਜਿਹੜੇ ਪੀਅਰ ਪ੍ਰੈਸ਼ਰ ਦੇ ਵਿੱਚ ਤੁਸੀਂ ਰਹਿ ਰਹੇ ਹੋ, ਉਹਦੇ ਤੋਂ ਤੁਸੀਂ ਵੀ ਬਹੁਤ ਦੇਰ ਨਾ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ, ਕਿਉਂਕਿ ਤੁਹਾਡੇ ਹੋਰ ਕੋਈ ਸਰੋਕਾਰ ਨਹੀਂ ਹੈਗੇ। ਤਾਂ ਕਰਕੇ ਮੈਂ ਇਹ ਗੱਲ ਵਾਰ-ਵਾਰ ਮੈਂ ਇਹ ਐਮਫੇਸਾਈਜ਼ ਕਰ ਰਹੀ ਹੈਗੀ ਆ ਕਿ ਸਾਨੂੰ ਇਸ ਚੀਜ਼ ਤੇ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਸੋਹਣੇ ਲੱਗਣਾ ਕੋਈ ਮਾੜੀ ਗੱਲ ਨਹੀਂ ਹੈਗੀ। ਇਸ ਹਰ ਕਿਸੇ ਦਾ ਜੀ ਕਰਦਾ ਸੋਹਣੇ ਲੱਗਣਾ, ਪਰ ਕੀ ਸੋਹਣੇ ਲੱਗਣਾ ਹੀ ਸਾਡਾ ਸਾਰਾ ਕੁਝ ਹੈਗਾ? ਇਹ ਬਹੁਤ ਸੋਚਣ ਵਾਲੀ ਗੱਲ ਹੈਗੀ ਆ। ਤੇ ਜਦੋਂ ਅਸੀਂ ਸਿਰਫ ਇਹ ਚੀਜ਼ ਤੇ ਧਿਆਨ ਦਿੰਦੇ ਹੈਗੇ, ਮੈਨੂੰ ਲੱਗਦਾ ਵੀ ਫਿਰ ਅਸੀਂ ਬਹੁਤ ਛੇਤੀ ਡੀਰੇਲ ਹੋ ਜਾਂਦੇ ਹਾਂ। ਜਿਵੇਂ ਮੈਂ ਇਹ ਚੀਜ਼ ਪਟਿਆਲੇ ਬਹੁਤ ਨੋਟ ਕੀਤੀ ਹੈ PhD ਕਰਦੇ ਦੇ ਦੌਰਾਨ, ਕਿ ਜਦੋਂ ਫੈਲੋਸ਼ਿਪ ਜਿਹੜੀ JRF ਲੱਗਦੀ ਹੈਗੀ ਆ, ਮੈਂ ਬਹੁਤ ਹੋਸਟਲ ਦੇ ਵਿੱਚ ਟ੍ਰੈਂਡ ਬਹੁਤ ਨੋਟ ਕੀਤਾ ਕਿ ਜਦੋਂ ਤੁਹਾਡੇ ਕੋਲੇ ਆਪਣੇ ਪੈਸੇ ਆਉਣ ਲੱਗੇ ਤਾਂ ਕੁੜੀਆਂ ਨੇ ਸਭ ਤੋਂ ਪਹਿਲਾਂ ਵਾਲ ਸਟ੍ਰੇਟ ਕਰਵਾਏ ਨੇ। ਤੇ ਉਹ ਉਹੀ ਚੀਜ਼ ਜਿਹੜੀ ਤੁਸੀਂ ਪੁਆਇੰਟ ਆਊਟ ਕੀਤੀ ਹੈਗੀ ਕਿ ਫਿਰ ਤੁਸੀਂ 2-2 ਦਿਨ ਐਵੇਂ ਰਹਿਣਾ ਵੀ ਤੁਸੀਂ ਸਿਰ ਨੂੰ ਐਵੇਂ ਵੀ ਨਹੀਂ ਹਿਲਾਉਣਾ ਹੈਗਾ ਤਾਂ ਕਿ ਉਹ ਖਰਾਬ ਨਾ ਹੋ ਜਾਣ। ਹੁਣ ਇਹ ਇੱਕ ਪੂਰਾ ਸਰਕਲ ਐਗਜ਼ਿਸਟ ਕਰ ਰਿਹਾ ਹੈਗਾ, ਕਿ ਇਹਦੇ ਤੇ ਅਸੀਂ ਗੱਲ ਕਰਨ ਦੇ ਲਈ ਤਿਆਰ ਹੈਗੇ ਵੀ ਅਸੀਂ ਕਿਉਂ ਕਰ ਰਹੇ ਹੈਗੇ, ਜਾਂ ਫਿਰ ਇਹ ਹੈਗਾ ਕਿ ਅਸੀਂ ਉਸ ਹੋਸਟਲ ਕਲਚਰ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਇਹ ਪਾਰਟ ਬਣ ਗਿਆ, ਤੇ ਸਾਨੂੰ ਇਹ ਲੱਗਦਾ ਵੀ ਜੇ ਮੈਂ ਇਹਦਾ ਪਾਰਟ ਨਾ ਬਣੀ ਤਾਂ ਮੈਨੂੰ ਇਹ ਮੰਨਿਆ ਜਾਊਗਾ ਕਿ ਮੈਨੂੰ ਇਸ ਸਰਕਲ ਤੋਂ ਬਾਹਰ ਕਰ ਦਿੱਤਾ ਜਾਊਗਾ। ਉਹ ਜਿਹੜੀ ਉਹ ਅਸੁਰੱਖਿਆ ਪੈਦਾ ਹੁੰਦੀ ਹੈ ਨਾ ਵੀ ਮੈਨੂੰ ਇਸ ਸਰਕਲ ਤੋਂ ਬਾਹਰ ਕਰ ਦਿੱਤਾ ਜਾਊਗਾ, ਉਹ ਉਦੋਂ ਹੁੰਦੀ ਹੈ ਕਿਉਂਕਿ ਤੁਹਾਡਾ ਕੋਈ ਹੋਰ ਸਰੋਕਾਰ ਹੀ ਨਹੀਂ ਹੈਗਾ। ਤੁਹਾਡਾ ਸਰੋਕਾਰ ਇਹ ਹੈਗਾ ਕਿ ਤੁਸੀਂ ਵੀ ਦੂਜਿਆਂ ਵਾਂਗੂ ਦਿਖਣਾ ਹੈਗਾ। ਬਿਲਕੁਲ ਬਿਲਕੁਲ ਠੀਕ ਤੁਸੀਂ ਇਹਦਾ ਜਵਾਬ ਦਿੱਤਾ ਹੈ। ਬਿਲਕੁਲ ਇਸੇ ਤਰ੍ਹਾਂ ਦੀ ਹੀ ਗੱਲ ਹੈ, ਕਿਉਂਕਿ ਜਿਹੜਾ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਵੀ ਸੁੰਦਰਤਾ ਜਿਹੜੀ ਉਹ ਕੰਸਟਰਕਟਡ ਹੈ, ਸਮਾਜ ਦੁਆਰਾ ਕੰਸਟਰਕਟਡ ਜਿਹੜੀ ਬਿਊਟੀ ਹੈ, ਤੇ ਉਹਦੇ ਵਿੱਚ ਸਾਰਾ ਕੁਝ ਫਿਰ ਉਹ ਪੈਦਾ ਕੀਤੇ ਜਾਂਦੇ ਨੇ ਪੈਮਾਨੇ।
ਅਸਲ ਦੇ ਵਿੱਚ ਸੁੰਦਰਤਾ ਜਿਹੜੀ ਉਹ, ਜਿਵੇਂ ਮੈਨੂੰ ਨਾ ਪਾਲ ਕੌਰ ਹੁਣਾਂ ਦੀ ਇੱਕ ਕਵਿਤਾ ਯਾਦ ਆ ਰਹੀ ਸੀ। ਪਾਲ ਕੌਰ ਹੁਣਾਂ ਦੀ ਇੱਕ ਕਵਿਤਾ ਹੈ ਬਿਊਟੀ ਪਾਰਲਰ। ਆਪਾਂ ਇਹਨੂੰ ਤੁਸੀਂ ਸਵਾਲ ਨਾ ਵੀ ਸਮਝੋ ਤਾਂ ਮੈਂ ਵੈਸੇ ਹੀ ਮੇਰਾ ਗੱਲ ਕਰਨ ਨੂੰ ਦਿਲ ਕੀਤਾ, ਮੈਨੂੰ ਯਾਦ ਆ ਗਈ ਉਹ ਪੋਇਮ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਔਰਤਾਂ ਇੰਨੀਆਂ ਥੱਕੀਆਂ ਹੋਈਆਂ ਨੇ ਕੰਮਕਾਰ ਕਰਕੇ ਘਰਾਂ ਦੇ ਵਿੱਚ, ਜਿੰਨੀ ਉਹਨਾਂ ਦੀ એનર્ਜੀ ਲੱਗਦੀ ਆ ਤੇ ਸਾਰਾ ਕੁਝ, ਜਿਸ ਕਿਸਮ ਦੀ ਉਹ ਐਕਸਪਲੋਇਟੇਸ਼ਨ ਹੰਢਾਉਂਦੀਆਂ ਨੇ, ਜਿਸ ਕਿਸਮ ਦੀ ਉਹ ਇੱਕ ਗੁਲਾਮ ਜ਼ਿੰਦਗੀ ਜਿਉਂਦੀਆਂ ਨੇ, ਤੇ ਉਹਦੇ ਵਿੱਚ ਉਹ ਟਾਈਮ ਕੱਢ ਕੇ ਫਿਰ ਉਹਨਾਂ ਨੇ ਨਾਲ ਉਹ ਇਮੇਜ ਦਾ ਵੀ ਪ੍ਰੈਸ਼ਰ ਹੈ ਤੇ ਫਿਰ ਉਹ ਪਾਰਲਰ ਜਾਂਦੀਆਂ ਨੇ। ਅਸਲ ਦੇ ਵਿੱਚ ਉਹ ਜਿੱਥੇ ਖਤਮ ਕਰਦੀ ਹੈ ਕਵਿਤਾ ਕਿ ਅਸਲ 'ਚ ਸੋਹਣੀਆਂ ਲੱਗਣ ਦਾ ਨਾ ਤਾਂ ਇਹਨਾਂ ਨੂੰ ਵੱਲ ਹੈ ਤੇ ਨਾ ਹੀ ਇਹਨਾਂ ਕੋਲ ਵੇਲ ਹੈ, ਹਨਾ। ਅਸਲ ਸੁਹੱਪਣ ਜਾਂ ਅਸਲ ਬਿਊਟੀ ਜਿਹਦੇ ਵਿੱਚ ਸਿਰਫ ਦੇਹ ਸ਼ਾਮਿਲ ਨਹੀਂ ਹੁੰਦੀ, ਜਿਹਦੇ ਵਿੱਚ ਤੁਹਾਡੇ ਵਿਚਾਰ, ਤੁਹਾਡੀਆਂ ਭਾਵਨਾਵਾਂ, ਤੁਹਾਡੀ ਈਵਨ ਜਿਹੜਾ ਆਜ਼ਾਦ ਬੰਦਾ ਹੈ, ਜਿਹੜਾ ਆਜ਼ਾਦ ਬੰਦਾ ਇੱਕ ਆਜ਼ਾਦ ਤਰੀਕੇ ਨਾਲ ਹੱਸ ਸਕਦਾ ਹੈ, ਉਹ ਤਾਂ ਵੈਸੇ ਹੀ ਖੂਬਸੂਰਤ ਲੱਗਦਾ ਹੈ ਨਾ। ਆਜ਼ਾਦ ਜੀ ਹੈ ਜਿਹੜਾ ਸਾਰੀਆਂ ਚੇਂਜ ਤੋਂ, ਤਾਂ ਉਹ ਮੈਨੂੰ ਬੜੀ ਯਾਦ ਆ ਰਹੀ ਸੀ ਕਿ ਕੀ ਔਰਤਾਂ ਕੋਲ ਇਹਦਾ ਵੱਲ ਜਾਂ ਵੇਲ ਹੈਗੀ ਹੈ ਕਿ ਉਹ ਅਸਲ ਬਿਊਟੀ ਤੱਕ ਪਹੁੰਚ ਸਕਣ, ਆਪਾਂ ਜੇ ਇਹਨੂੰ ਸਵਾਲ ਫਰੇਮ ਕਰਨਾ ਹੋਵੇ ਇਹਦੇ ਚੋਂ। ਉਹ ਮੈਨੂੰ ਲੱਗਦਾ ਜਿਹੜੇ ਮੈਂ ਪਹਿਲਾਂ ਤੁਹਾਨੂੰ 2 ਜਵਾਬ ਦਿੱਤੇ ਨੇ ਉਹਨਾਂ ਦੇ ਵਿੱਚ ਹੀ ਇਹਦਾ ਆਨਸਰ ਪਿਆ ਹੈਗਾ ਕਿ ਮੈਂ ਇਹ ਚੀਜ਼ ਨਾਲ ਬਹੁਤ ਮੁਤਫਿਕ ਹੈਗੀ ਹਾਂ ਜਿਹੜੀ ਤੁਸੀਂ ਪੁਆਇੰਟ ਆਊਟ ਕੀਤੀ ਹੈਗੀ, ਤੇ ਸਾਡੇ ਕੋਲੇ ਵੇਲ ਵੀ ਨਹੀਂ ਹੈਗੀ ਤੇ ਸਾਡੇ ਕੋਲੇ ਵੱਲ ਵੀ ਨਹੀਂ ਹੈਗਾ, ਕਿਉਂਕਿ ਸਾਡੇ ਕੋਲੇ ਆਪਸ਼ਨਸ ਨਹੀਂ ਹੈਗੀਆਂ। ਠੀਕ ਹੈ, ਜਿਹੜੇ ਸਮਾਜਾਂ ਦੇ ਵਿੱਚ, ਜਿਹੜੇ ਸਮਾਜ ਦੇ ਵਿੱਚ ਅਸੀਂ ਵੱਡੇ ਹੁੰਨੇ ਹੈਗੇ ਆ, ਜਿਹੜੇ ਸਮਾਜ ਦੇ ਵਿੱਚ ਸਾਡੀ ਕੰਸਟਰਕਸ਼ਨ ਹੁੰਦੀ ਹੈਗੀ ਆ, ਉਹ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿੰਦੇ ਹੈਗੇ ਆ, ਉਹਦੇ ਵਿੱਚ ਸਾਡੇ ਕੋਲੇ ਜਿਹੜੇ ਪੈਰਾਮੀਟਰਸ ਐਗਜ਼ਿਸਟ ਕਰਦੇ ਨੇ ਉਹ ਬਹੁਤ ਲਿਮਿਟਿਡ ਨੇ, ਤੇ ਪਰ ਉਹ ਜਿਹੜੀਆਂ ਉਹ ਆਪਸ਼ਨਸ ਜਿਹੜੀਆਂ ਕ੍ਰੀਏਟ ਕਰਨੀਆਂ ਨੇ ਨਾ, ਉਹ ਅਸੀਂ ਲੋਕਾਂ ਨੇ ਕਰਨੀਆਂ ਨੇ। ਜਿਹੜੇ ਮੈਨੂੰ ਇਹ ਜਿਹੜੇ ਮੈਂ ਪਿਛਲੇ ਸਵਾਲ ਦੇ ਵਿੱਚ ਜਦੋਂ ਜਵਾਬ ਦਿੰਦੇ ਹੋਏ ਇਹ ਗੱਲ ਕੀਤੀ ਸੀਗੀ ਕਿ ਜਿਹੜੇ ਅਸੀਂ ਕੁੜੀਆਂ ਜਿਹੜੀਆਂ ਯੂਨੀਵਰਸਿਟੀ ਲੈਵਲ ਤੱਕ ਆ ਗਈਆਂ, ਠੀਕ ਹੈ, ਬਹੁਤ ਸਾਰੀਆਂ ਕੁੜੀਆਂ ਉਹਨਾਂ ਦੇ ਵਿੱਚੋਂ ਘਰਾਂ ਚੋਂ ਲੜਾਈ ਕਰਕੇ ਵੀ ਆਈਆਂ ਨੇ ਕਿ ਮੈਂ ਪੜ੍ਹਨਾ ਹੈਗਾ, ਠੀਕ ਹੈ। ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਨੇ ਆਰਥਿਕ ਤੰਗੀਆਂ ਦੇ ਬਾਵਜੂਦ ਵੀ ਉਹ ਬਾਹਰ ਨਿਕਲਦੀਆਂ ਨੇ, ਪਰ ਉਹ ਬਾਹਰ ਨਿਕਲਣਾ ਜਿਹੜਾ ਤੁਹਾਨੂੰ ਕਿੰਨਾ ਕੁ ਚੇਂਜ ਕਰਦਾ ਹੈਗਾ ਕਿ ਉਹ ਜਿਹੜਾ ਬਾਹਰ ਨਿਕਲਣਾ ਤੁਹਾਨੂੰ ਉਸੇ ਸਿਸਟਮ ਦੇ ਵਿੱਚ ਹੀ ਦੁਬਾਰਾ ਵਾਪਿਸ ਲੈ ਕੇ ਆਉਂਦਾ ਹੈਗਾ, ਉਹਨੂੰ ਰੀਥਿੰਕ ਕਰਨ ਦੀ ਜ਼ਰੂਰਤ ਹੈਗੀ ਆ। ਮੈਨੂੰ ਲੱਗਦਾ ਉੱਥੇ ਜਦੋਂ ਅਸੀਂ ਬਾਹਰ ਨਿਕਲਦੇ ਹੈਗੇ ਕਿ ਅਸੀਂ ਉਹ ਆਪਸ਼ਨਸ ਕ੍ਰੀਏਟ ਕਰਦੇ ਹਾਂ ਵੀ ਜਿੱਥੇ ਅਸੀਂ ਸੋਚ ਸਕੀਏ ਵੀ ਹਾਂ ਅਸੀਂ ਹੁਣ ਵੇਲ ਵੀ ਕ੍ਰੀਏਟ ਕਰ ਲਈਏ ਤੇ ਅਸੀਂ ਵੱਲ ਵੀ ਕ੍ਰੀਏਟ ਕਰ ਲਈਏ, ਠੀਕ ਹੈ। ਅਸੀਂ ਉਹ ਨਹੀਂ ਕਰਦੇ ਹੈਗੇ ਕਿਉਂਕਿ ਉਹ ਜਿਹੜੀ ਚੀਜ਼ ਹੈਗੀ ਉਹਦੇ ਲਈ ਉਹਦਾ ਕਾਰਨ ਇਹ ਵੀ ਹੈਗਾ ਕਿ ਬਹੁਤ ਸਾਰੇ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਕੰਫਰਟ ਜ਼ੋਨ ਪਏ ਨੇ। ਉਹ ਕੰਫਰਟ ਜ਼ੋਨ ਦੇ ਵਿੱਚ ਵੀ, ਕਿਉਂਕਿ ਉਹ ਕੰਫਰਟ ਜ਼ੋਨ ਸਟਾਰਟਿੰਗ ਤੋਂ ਹੀ ਸਾਡੇ ਲਈ ਬਣਾਏ ਜਾਂਦੇ ਹੈਗੇ ਆ। ਉਹਦੇ ਚ ਪਰਿਵਾਰ ਦਾ ਕੰਫਰਟ ਜ਼ੋਨ ਹੈ, ਉਹਦੇ ਚ ਧਰਮ ਦਾ ਕੰਫਰਟ ਜ਼ੋਨ ਹੈਗਾ, ਉਹਦੇ ਵਿੱਚ ਕਾਸਟ ਦਾ ਕੰਫਰਟ ਜ਼ੋਨ ਹੈਗਾ, ਉਹਦੇ ਵਿੱਚ ਇਕਨੋਮਿਕ ਸੁਪਰੀਓਰਿਟੀ ਦਾ ਕੰਫਰਟ ਜ਼ੋਨ ਹੈਗਾ। ਕਿ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਇਹਨੂੰ ਕੁਐਸਚਨ ਕਰਨ ਦੇ ਲਈ ਤਿਆਰ ਹੈਗੇ ਆ, ਤਾਂ ਫਿਰ ਮੈਨੂੰ ਲੱਗਦਾ ਵੀ ਅਸੀਂ ਇਹ ਆਪਸ਼ਨਸ ਕ੍ਰੀਏਟ ਕਰ ਸਕਦੇ ਹਾਂ। ਫਿਰ ਉਹ ਆਪਸ਼ਨਸ ਉਹਨਾਂ ਰਾਹਾਂ ਚੋਂ ਹੀ ਨਿਕਲਣਗੀਆਂ ਜਿੱਥੋਂ ਅਸੀਂ, ਜਿਹੜੀ ਸਾਡੀ ਆਪਣੀ ਫਿਜ਼ੀਕਲ ਦਿੱਖ ਦੇ ਨਾਲ ਇੱਕ ਓਬਸੈਸ਼ਨ ਹੈਗੀ ਆ, ਠੀਕ ਹੈ, ਅਸੀਂ ਖਾਸ ਤਰੀਕੇ ਦੇ ਕੱਪੜੇ ਪਾ ਕੇ ਹੀ ਖੁਸ਼ ਹੁੰਨੇ ਹੈਗੇ ਆ, ਅਸੀਂ ਬ੍ਰਾਂਡਡ ਕੱਪੜੇ ਪਾ ਕੇ ਸਾਨੂੰ ਲੱਗਦਾ ਕਿ ਸਾਡੇ ਸਾਰੇ ਸਰੋਕਾਰ ਹੱਲ ਹੋ ਗਏ। ਉਹ ਸਾਰੀ ਚੀਜ਼ ਤੋਂ ਜੇ ਅਸੀਂ ਮਤਲਬ ਉਹਦੇ ਤੋਂ ਉੱਪਰ ਉੱਠ ਕੇ ਜੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਾਂਗੇ, ਇਹ ਰਾਹ ਇੰਨਾ ਸੌਖਾ ਨਹੀਂ ਹੈਗਾ ਕਿ ਅਸੀਂ ਅੱਜ ਸ਼ੁਰੂ ਕਰਾਂਗੇ ਤੇ ਸਾਨੂੰ ਕੱਲ ਹੀ ਇਹਦਾ ਰਸਤਾ ਮਿਲ ਜੂਗਾ। ਇਹਦੇ ਲਈ ਸਾਨੂੰ ਕਨਸਟੈਂਟਲੀ ਕੋਸ਼ਿਸ਼ ਕਰਨ ਦੀ ਲੋੜ ਹੈਗੀ ਆ, ਤੇ ਫਿਰ ਤਾਂ ਮੈਨੂੰ ਲੱਗਦਾ ਵੀ ਵੱਲ ਤੇ ਜਿਹੜੀ ਵੇਲ ਹੈਗੀ ਉਹ ਦੋਨੇ ਕ੍ਰੀਏਟ ਹੋ ਜਾਣਗੇ। ਬਿਲਕੁਲ ਬਿਲਕੁਲ, ਤੇ ਅਸੀਂ ਸੁਵਿਧਾ ਵੱਲੋਂ ਅਮਨ ਇਸੇ ਆਸ ਦੇ ਨਾਲ ਹੀ ਜੁੜੇ ਅਮਨ ਹੋਏ ਨਹੀਂ, ਹਾਂ। ਸੁਮਨ, ਸੌਰੀ ਸੁਮਨ, ਮੈਂ ਵੀ ਦੇਖੋ ਧੋਖਾ ਖਾ ਰਹੀ ਹਾਂ। ਤਾਂ ਸੁਮਨ, ਆਪਾਂ ਜ਼ਰੂਰ ਇਹ ਵੱਲ ਤੇ ਵੇਲ ਕ੍ਰੀਏਟ ਕਰ ਲਾਂਗੇ। ਸੌਰੀ ਮੈਂ ਤੁਹਾਨੂੰ ਅਮਨ ਕਿਹਾ, ਮੈਨੂੰ ਮਾਈਂਡ ਹੋ ਰਿਹਾ ਹੁਣ। ਤੇ ਨਹੀਂ ਕੋਈ, ਆਪਾਂ ਜ਼ਰੂਰ, ਮੈਂ ਇਹ ਕਹਿ ਰਹੀ ਸੀ ਕਿ ਉਹ ਵੱਲ ਤੇ ਵੇਲ ਕ੍ਰੀਏਟ ਕਰਨ ਵੱਲ ਹੀ ਇਹ ਮੰਚ, ਤਾਂ ਕਿ ਅਸੀਂ ਉਹਦੀ ਗੱਲ ਕਰ ਸਕੀਏ, ਉਸ ਤਰ੍ਹਾਂ ਦੀ ਵੇਲ ਬਾਰੇ ਸੋਚਣਾ ਘੱਟੋ ਘੱਟ ਸ਼ੁਰੂ ਕਰ ਸਕੀਏ, ਇਹ ਮੰਚ ਕ੍ਰੀਏਟ ਕੀਤਾ। ਤੁਸੀਂ ਲਗਾਤਾਰ ਹੀ ਸਾਡੇ ਨਾਲ ਜੁੜੇ ਹੋਏ ਹੋ, ਕਿਉਂਕਿ ਅਮਨ ਨੂੰ ਵੀ ਤੇ ਤੁਹਾਨੂੰ ਵੀ ਅਸੀਂ ਆਪਣਾ ਪਾਰਟ ਹੀ ਸਮਝਦੇ ਹਾਂ। ਮਤਲਬ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਸਾਰੀਆਂ ਕੁੜੀਆਂ ਜੋ ਪੰਜਾਬ 'ਚ ਅਸੀਂ ਕੰਮ ਕਰ ਰਹੇ ਹਾਂ, ਅਸੀਂ ਸਾਰੇ ਇੱਕੋ ਹੀ ਮਿਸ਼ਨ ਲਈ ਕੰਮ ਕਰ ਰਹੇ ਹਾਂ।
ਤੇ ਅਸੀਂ ਸਾਰੇ ਇੱਕ ਦੂਜੇ ਦੇ ਹੂੰ। ਸਾਥ ਤੋਂ ਬਿਨਾਂ ਅੱਗੇ ਨਹੀਂ ਚੱਲ ਸਕਦੇ। ਇਸ ਕਰਕੇ ਸੁਵਿਧਾ ਤੁਹਾਡਾ ਆਪਣਾ ਮੰਚ ਵੀ ਹੈ, ਤੇ ਫਿਰ ਵੀ ਤੁਸੀਂ ਅੱਜ ਸਾਡੇ ਨਾਲ ਹੋ। ਅਗਲੀ ਵਾਰ ਅਸੀਂ ਤੁਹਾਨੂੰ ਹੋ ਸਕਦਾ ਹੋਸਟ ਵਜੋਂ ਸੱਦਾ ਦੇ ਲਈਏ, ਤਾਂ ਤੁਸੀਂ ਜ਼ਰੂਰ, ਮੈਨੂੰ ਬਹੁਤ ਖੁਸ਼ੀ ਹੋਊਗੀ। ਹਾਂਜੀ। ਸੁਵਿਧਾ ਵੱਲੋਂ ਤੁਹਾਡਾ ਤੇ ਧੰਨਵਾਦ ਕਰਦੇ ਹਾਂ। ਤੁਸੀਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ। ਆਪਾਂ ਕਦੇ ਫਿਰ ਵੀ ਏਦਾਂ ਜੁੜਾਂਗੇ, ਤੇ ਹਾਂਜੀ, ਤੁਹਾਡਾ ਹਾਂਜੀ, ਇੱਕ ਵਾਰ ਬਿਲਕੁਲ, ਫਿਰ ਬਿਲਕੁਲ, ਤੋਂ ਬਿਲਕੁਲ। ਸੁਵਿਧਾ ਵੱਲੋਂ ਸਾਡੀ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ।